I discussed the we discussed the qualities of speaker and listener. You know, last Wednesday. ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਸਤਿ ਸ਼੍ਰੀ ਅਕਾਲ ਵਾਹਿਗੁਰੂ ਖਾਲਸਾ ਜੀ ਕੀ ਫਤਿਹ। He wanted to know the date when they posted the Shabbat. It's Sunday, April 19th. Okay. Sunday, April 19th. We posted this one. Jasmine, if you can mute everybody now, and then I'll just ask the question. Whoever wants to speak can speak. Then, Hanji, if you can mute everybody. Okay, muting. So, welcome everybody. Happy Mother's Day to all. Hope everybody have a great day. I just can't meet everybody. That's a sad part, but it is what it is, and we have to live with it. ਤੇ ਮੈਂ ਬਿਫੋਰ ਆਈ ਮੂਵ ਫਾਰਵਰਡ ਤੋਂ ਮੈਂ ਕੁਐਸਚਨ ਪੁੱਛਣਾ ਚਾਹੁੰਦਾ ਸੀ ਕਿ ਲਾਸਟ ਜਿਹੜੀ ਵੈਂਸਡੇ ਨੂੰ ਡਿਸਕਸ਼ਨ ਹੋਈ ਸੀ ਉਹਦਾ ਕੋਈ ਫਾਲੋ ਅਪ ਕੁਐਸਚਨ ਹੋਏ ਜਾਂ ਕਿਸੇ ਨੂੰ ਕੋਈ ਕਮੈਂਟ ਹੋਵੇ ਉੱਥੇ ਜਾਂ ਕੋਈ ਕੁਐਸਚਨ ਹੋਵੇ ਜਾਂ ਉਸ ਤੋਂ ਪਿਛਲੀ ਵਾਰੀ ਜੋ ਸੁਖਮਨੀ ਦੀ ਡਿਸਕਸ਼ਨ ਹੋਈ ਹੈ ਉਹਦੇ ਉੱਤੇ ਕੋਈ ਕੁਐਸਚਨ ਹੋਏ ਤੇ ਆਈ ਵਿਲ ਆਨਸਰ ਦੈਟ ਕੁਐਸਚਨ ਫਰਸਟ wait for a couple of more minutes and then move forward. Hanji, I'll wait to hear ki if somebody has any comment or question on the last discussion. Okay, ji. So, Bhavraj, you have a question, ji? No. Okay. So, since nobody has any questions, so we will move forward with Sukhmani the discussion. I'm going to repeat the shlok again of this Ashtapadi. ਤੇ ਉਹ ਹੈ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਸੋ ਇਹ ਅਰਦਾਸ ਕਰਦੇ ਹਨ ਪ੍ਰਮਾਤਮਾ ਅੱਗੇ ਕਿ ਮੇਰੇ ਅੰਦਰੋਂ ਜਿਹੜੇ ਪੰਜ ਚਿਮੜੇ ਹੋਏ ਹਨ ਐਂਗਰ ਹੈ, ਲਸਟ ਹੈ, ਗਰੀਡ ਹੈ, ਇਹ ਮੇਰੇ ਅੰਦਰ ਕੱਢ ਦਿਓ ਤੇ ਮੈਨੂੰ ਆਪਣੀ ਸ਼ਰਨ ਲੈ ਲਵੋ। ਨਾਨਕ ਤੁਹਾਡੀ ਸ਼ਰਨ ਆਏ ਹਨ। ਇਹ ਨਾਨਕ, ਇਹ ਪ੍ਰਮਾਤਮਾ ਤੁਹਾਡੀ ਸ਼ਰਨ ਆਏ ਆ, ਮੇਰੇ ਤੇ ਕਿਰਪਾ ਕਰੋ। ਤੇ ਇਹ ਇਸ ਵਾਸਤੇ ਅਰਦਾਸ ਹੈ ਕਿਉਂਕਿ ਜਦ ਤੱਕ ਇਹ ਭਾਵਨਾ ਹੈ ਕਿ ਮੈਂ ਕਰਨ ਕਰਾਉਣ ਵਾਲਾ ਹਾਂ ਤਦ ਤੱਕ ਬੰਦਾ ਜੈ ਪ੍ਰਸਾਦ ਨਹੀਂ ਕਹਿ ਸਕਦਾ ਕਿ ਤੇਰੀ ਕਿਰਪਾ ਨਾਲ ਹੋਇਆ ਹੈ ਸਾਰਾ। ਇਸ ਵਾਸਤੇ ਪਹਿਲੇ ਅਰਦਾਸ ਕਰਕੇ ਫਿਰ ਅਸ਼ਟਪਦੀ ਸ਼ੁਰੂ ਕਰਦੇ ਹਨ। ਅਸੀਂ ਪਹਿਲੇ 3 ਸਟੈਂਜ਼ਾਸ ਕਵਰ ਕਰ ਆਏ ਹਾਂ ਤੇ ਹੁਣ ਅਸੀਂ ਚੌਥੇ ਸਟੈਂਜ਼ਾ ਦੀ ਜਿਹੜੀ ਹੈ ਵੀ ਵਿਲ ਕੰਟੀਨਿਊ ਫਰਮ ਦੈਟ ਪੁਆਇੰਟ। ਨੋਟਿਸ ਕਰੋਗੇ ਕਿ ਪਹਿਲੇ 3 ਸਟੈਂਜ਼ਾਸ ਵਿੱਚ ਆਮ ਜ਼ਰੂਰਤ ਜਿਹੜੀਆਂ ਹੋਣ ਵਾਲੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ, ਜਿਸ ਤਰ੍ਹਾਂ ਸੁਗੰਧਿਤ ਤਨ ਲਾਵੇ, 36 ਅੰਮ੍ਰਿਤ ਖਾਏ, ਬਸੇ ਸੁਖ ਮੰਦਰ, ਜਿਹੜੀਆਂ ਆਮ ਚੀਜ਼ਾਂ ਅਸੀਂ ਘਰ ਦੀਆਂ ਯੂਜ਼ ਕਰਦੇ ਹਾਂ ਜਾਂ ਜੋ ਰੋਜ਼ ਦੇਖਦੇ ਹਾਂ, ਉਹਨਾਂ ਤੇ ਡਿਸਕਸ਼ਨ ਆਈ ਹੈ। ਉਸ ਤੋਂ ਬਾਅਦ ਫਿਰ ਕੱਪੜਿਆਂ ਬਾਰੇ ਪਾਠ ਪਟੰਬਰ ਹਟਾਵੇ, ਸੁਖ ਸੇਜ ਸੁਹੀਜੇ, ਬੈੱਡ ਬਾਰੇ ਆਈ ਹੈ, ਸਭ ਤੁਝ ਕੋ ਮਾਨੇ, ਜੇ ਪ੍ਰਸਾਦ ਤੇਰਾ ਰਹਿਤਾ ਧਰਮ, ਪ੍ਰਭ ਜੀ ਜਪਤ ਦਰਗੇ ਮਾਨ ਪਾਵੇ। ਫਿਰ ਉਸ ਤੋਂ ਬਾਅਦ ਆਰੋਗ ਕੰਚਨ ਦੇਹੀ, ਟੂ ਲਿਵ ਇਨ ਅ ਸਟੇਟ ਆਫ ਜੋ ਤੁਹਾਨੂੰ ਕੋਈ ਫਿਜ਼ੀਕਲ ਇਸ਼ੂਜ਼ ਨਾ ਹੋਵਣ, ਕੋਈ ਮੈਂਟਲ ਇਸ਼ੂਜ਼ ਨਾ ਹੋਵਣ, ਉਸ ਬਾਰੇ ਸਾਰੀ ਡਿਸਕਸ਼ਨ ਕਰਕੇ ਉਹਦੀ ਅਗਲੀ ਡਿਸਕਸ਼ਨ ਹੁਣ ਤੋਰਦੇ ਹਨ ਨੰਬਰ 4 ਵਿੱਚ। I will read the first I will read the entire stanza and then we will go through each line and try to understand what Guru's message is। Hanji, ਜੇ ਪ੍ਰਸਾਦ ਆ ਭੂਖਨ ਪਹਿਰੀਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਭੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਖ ਤਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬਨਾਈ, ਊਠਤ ਬੈਠ ਸਤ ਸੇ ਧਿਆਈ। ਤਿਸੇ ਧਿਆਏ ਜੋ ਏਕ ਅਲਖ ਹੈ, ਇਹਾਂ ਊਹਾਂ ਨਾਨਕ ਤੇਰੀ ਰਖੈ। ਜੇ ਪ੍ਰਸਾਦ ਆ ਭੂਖਨ ਪਹਿਰੀਜੈ, ਆ ਭੂਖਨ ਜੂਲਰੀ ਕਹਿ ਲੋ ਜਾਂ ਆਪਣੇ ਸਰੀਰ ਨੂੰ ਸਵਾਰਨ ਵਾਸਤੇ ਕੁਝ ਵੀ ਪਹਿਨ ਦੀ ਜੋ ਲੋਕ ਪਏ, ਹਾਂਜੀ, ਤਾਂ ਕਿ ਪਾ ਕੇ ਤੂੰ ਸੋਹਣਾ ਲੱਗੇ। ਜਿਸ ਦੀ ਕਿਰਪਾ ਨਾਲ ਤੈਨੂੰ ਇਹ ਪ੍ਰਮਾਤਮਾ ਨੇ ਸੋਹਣੇ ਪਾਣ ਦੀਆਂ ਚੀਜ਼ਾਂ ਦਿੱਤੀਆਂ ਹਨ, ਉਸ ਪ੍ਰਮਾਤਮਾ ਨੂੰ ਕਿਉਂ ਆਲਸ ਕਰਦਾ ਹੈ ਉਹਨੂੰ ਯਾਦ ਕਰਨ ਵਾਸਤੇ? ਕਿਉਂ ਨਹੀਂ ਤੂੰ ਜਦੋਂ ਤੂੰ ਭੂਖਨ ਨੂੰ ਦੇਖਦਾ ਹੈ ਜਾਂ ਉਹਨਾਂ ਜੇਵਰਾਤ ਨੂੰ ਦੇਖਦਾ ਹੈ, ਤੈਨੂੰ ਪ੍ਰਮਾਤਮਾ ਉਹ ਦਾਤਾ ਕਿਉਂ ਨਹੀਂ ਯਾਦ ਆਉਂਦਾ? ਉਹਨੇ ਵਿੱਚੋਂ ਕਿਉਂ ਆਲਸ ਕਰਦਾ ਹੈ ਉਹਨੂੰ ਯਾਦ ਕਰਨ ਵਾਸਤੇ? ਤੇ ਪਹਿਲੇ ਭੂਖਨ ਦੀ ਗੱਲ ਕਰਕੇ ਹੁਣ ਜੇ ਪ੍ਰਸਾਦ ਅਸਵ ਹਸਤ ਅਸਵਾਰੀ,
ਉਸ ਵੇਲੇ cars ਨਹੀਂ ਸਨ ਹੁੰਦੀਆਂ, you know, they were the mode of transportation was, you know, if you were a rich person, very rich person, you could afford to have elephants, you know, and if you were a little bit less rich, then you could have several horses, you know, that used to travel from one place to the other. ਤੇ ਇੱਥੇ ਅਸਵ ਤੇ ਹਸਤ ਅਸਵਾਰੀ, ਜਿਸ ਦੀ ਕਿਰਪਾ ਨਾਲ ਤੈਨੂੰ ਘੋੜੇ ਦਿੱਤੇ ਹਨ, ਉਸਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ, ਹਾਥੀ ਦਿੱਤੇ ਹਨ ਤੈਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ। ਅੱਜ ਕੱਲ ਦੇ ਜ਼ਮਾਨੇ 'ਚ ਕਹਿ ਲਓ ਫੈਂਸੀ ਕਾਰਾਂ ਦਿੱਤੀਆਂ ਹਨ, ਹੋਰ ਮੋਡ ਆਫ ਟਰਾਂਸਪੋਰਟੇਸ਼ਨ ਦਿੱਤੇ ਹਨ ਤੈਨੂੰ, ਤਾਂ ਕਿ ਤੈਨੂੰ ਦਿੱਕਤ ਨਾ ਆਵੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਭੂ ਨਾ ਬਿਸਾਰੀ। ਇਹ ਮੇਰੇ ਮਨ ਉਸ ਪ੍ਰਮਾਤਮਾ ਨੂੰ ਕਦੀ ਨਾ ਭੁੱਲ, ਜਿਹੜਾ ਇਹ ਅਸਵ ਤੇ ਹਸਤ ਦੇਣ ਵਾਲਾ ਹੈ, ਜਿਹੜਾ ਅਭੂਖਨ ਦੇਣ ਵਾਲਾ ਹੈ। ਜੇ ਪ੍ਰਸਾਦ ਬਾਗ ਮਿਲਖ ਤਨਾ, ਬਾਗ ਕਹਿੰਦੇ ਹਨ ਬਗੀਚੇ ਨੂੰ, you know, gardens, ਜਿਹੜੇ is a part of a big estate, you know, ਤੁਹਾਡੇ ਘਰ ਦੇ ਪਿੱਛੇ ਬਗੀਚੇ ਹਨ ਜਾਂ ਘਰ ਦੇ ਅੱਗੇ ਬਗੀਚੇ ਹਨ। ਮਿਲਖ ਮਨੇ ਮਲਕੀਅਤ, ਭਾਵ ਜਾਇਦਾਦ, you know, real estate ਵੱਡੀਆਂ। ਜੇ ਪ੍ਰਸਾਦ ਬਾਗ ਮਿਲਖ ਤੇ ਧਨਾ, ਧਨ ਮਟੀਰੀਅਲ ਵੈਲਥ ਜਿਨ੍ਹਾਂ ਨੇ ਦਿੱਤੀ ਹੈ ਤੈਨੂੰ। ਜੇ ਪ੍ਰਸਾਦ ਬਾਗ ਮਿਲਖ ਧਨਾ, ਜਿਹਦੀ ਕਿਰਪਾ ਦੇ ਨਾਲ ਤੈਨੂੰ ਇਹ ਸੋਹਣੇ ਬਾਗ, ਸੋਹਣੀਆਂ ਮਲਕੀਤਾਂ, ਸੋਹਣੇ ਵੱਡੇ ਘਰ, ਸੋਹਣੀਆਂ ਜਾਇਦਾਦਾਂ ਤੇ ਉਸ ਜਾਇਦਾਦਾਂ ਵਿੱਚ ਭਰਪੂਰ ਭਰਿਆ ਹੋਇਆ ਧਨ ਤੇ ਤੈਨੂੰ ਦਿੱਤਾ ਹੈ। ਇਸ ਜਿਹੜਾ ਦੇਣ ਵਾਲਾ ਹੈ, ਉਸ ਦੇਣ ਵਾਲੇ ਨੂੰ ਨਾ ਪੁਣ ਰਾਖ ਪਰੋਏ ਮਨ ਆਪਣੇ ਮਨਾ, ਆਪਣੇ ਮਨ ਉਸ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਪਰੋ ਕੇ ਰੱਖ। ਜਿਸ ਤਰ੍ਹਾਂ ਹਾਰ ਵਿੱਚ ਬੰਦਾ ਮੋਤੀ ਪਰੋਂਦਾ ਹੈ, ਜਿਸ ਤਰ੍ਹਾਂ ਹਾਰ ਵਿੱਚ ਬੰਦਾ ਮੋਤੀ ਜਦੋਂ ਪਰੋਏ ਜਾਂਦੇ ਹਨ, ਇੱਕ ਹਾਰ ਵਿੱਚ ਲੱਗਦਾ ਕਿ ਇੱਕੋ ਹੀ ਜਿਹੇ ਹਨ ਸਾਰੇ, ਉਸੇ ਤਰ੍ਹਾਂ ਆਪਣੇ ਮਨ ਵਿੱਚ ਉਸ ਪ੍ਰਮਾਤਮਾ ਦੀ ਯਾਦ ਨੂੰ ਪਰੋ ਕੇ ਰੱਖ ਤੂੰ। ਉਠਤ ਬੈਠ ਸਤ ਸੇ ਧਿਆਈ, ਜਿਨ ਤੇਰੀ ਮਨ ਬਨਤ ਬਣਾਈ, ਜਿਸਨੇ ਤੇਰੇ ਮਨ ਨੂੰ ਤੇ ਤੇਰੇ ਸਰੀਰ ਨੂੰ ਦੋਨਾਂ ਨੂੰ ਬਣਾਇਆ ਹੈ। ਮਨ ਨੂੰ ਕੌਨਸ਼ੀਅਸਨੈਸ ਦਿੱਤੀ ਹੈ, ਤੂੰ ਕੌਨਸ਼ੀਅਸ ਹੈ, ਹਰ ਚੀਜ਼ ਸੋਚ ਸਕਦਾ ਹੈ, ਤੇਰੇ ਵਿੱਚ ਕੋਗਨੀਟਿਵ ਐਬਿਲਿਟੀਜ਼ ਹਨ, ਸੋਚਣ ਦੀ ਸਮਝਣ ਦੀ ਸ਼ਕਤੀ ਹੈ ਤੇਰੇ ਵਿੱਚ। ਤੇਰੇ ਸਰੀਰ ਨੂੰ ਬਣਾਇਆ ਹੈ, ਹਰ ਅੰਗ ਨੂੰ ਬਣਾਉਣ ਵਾਲਾ ਉਹ ਹੈ ਜਿਸਨੇ ਤੇਰੀ ਬਣਤ ਨੂੰ ਬਣਾਇਆ ਹੈ, ਮਨ ਨੂੰ ਬਣਾਇਆ ਹੈ। ਉੱਠਦਿਆਂ ਬੈਠਦਿਆਂ ਤੂੰ ਉਸ ਪ੍ਰਮਾਤਮਾ ਦਾ ਧਿਆਨ ਕਰਿਆ ਕਰ, ਉੱਠਦਿਆਂ ਬੈਠਦਿਆਂ ਉਸ ਪ੍ਰਮਾਤਮਾ ਨੂੰ ਚੇਤੇ ਰੱਖਿਆ ਕਰ, ਉੱਠਦਿਆਂ ਬੈਠਦਿਆਂ ਉਸ ਪ੍ਰਮਾਤਮਾ ਨਾਲ ਪਿਆਰ ਕਰਿਆ ਕਰ। ਤਿਸੇ ਚਾਹੇ ਜੋ ਏਕ ਅਲੱਖ ਹੈ, ਉਸ ਪ੍ਰਮਾਤਮਾ ਨੂੰ ਧਿਆ। ਏਕ ਦੇ ਵੈਸੇ ਦੇਖੋਗੇ ਤੇ ਏਕ, the word ਏਕ itself is a singular word, ਏਕ ਮਨੇ ਇੱਕ, ਲੇਕਿਨ ਏਕ is a masculine noun ਹੈ ਤੇ ਏਕ ਦੇ ਕੱਕੇ ਨੂੰ ਔਕੜ ਲਗਾ ਦਿੱਤਾ ਹੈ। ਏਕ ਦੇ ਔਕੜ ਨੂੰ, ਕੱਕੇ ਨੂੰ ਔਕੜ ਹੈ ਇੱਥੇ, ਤੇ ਏਕ ਦੇ ਕੱਕੇ ਨੂੰ ਔਕੜ ਲਗਾਉਣ ਦੀ ਲੋੜ ਨਹੀਂ ਸੀ ਵੈਸੇ ਤੇ, because already ਇੱਕ means one ਹੈ, ਪਰ ਇੱਥੇ ਔਕੜ ਲੱਗਣ ਨਾਲ ਸਿੰਗੂਲਰ ਬਣ ਗਿਆ, ਇੱਕ one and the only one। ਹਾਂਜੀ, there is nobody like him, ਇਹ ਸਟ੍ਰੈਸ ਕਰਨਾ ਸੀ ਇੱਥੇ। ਜੇ ਮੇਰੇ ਹੀ ਲੱਗਿਆ ਉਠਤ ਬੈਠੇ ਸਤ ਤਿਸੇ ਧਿਆਈ, ਤਿਸੇ ਧਿਆਏ ਜੋ ਏਕ ਅਲੱਖ ਹੈ। ਇਹਾਂ ਉਹਾਂ ਨਾਨਕ ਤੇਰੀ ਰੱਖੈ। ਜੇ ਅਲੱਖ ਹੈ ਮਤਲਬ ਜਿਹੜਾ ਲਖਿਆ ਨਾ ਜਾ ਸਕੇ, ਭਾਵ ਸਮਝਿਆ ਨਾ ਜਾ ਸਕੇ। ਇਹ ਹੁਣ ਅਸੀਂ ਸਾਰੇ ਕਰਦੇ ਹਾਂ ਕਿ ਉਸ ਪ੍ਰਮਾਤਮਾ ਨੂੰ ਅਸੀਂ ਇਹਨਾਂ ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ, ਉਸ ਪ੍ਰਮਾਤਮਾ ਨੂੰ ਅਸੀਂ ਇਸ ਮਾਈਂਡ ਨਾਲ ਸੋਚ ਸਮਝਣਾ ਚਾਹੁੰਦੇ ਹਾਂ ਵੀ ਇਹ ਮੇਰੇ ਹਿਊਮਨ ਬ੍ਰੇਨ ਨਾਲ ਸ਼ਾਇਦ ਕੰਪਰੀਹੈਂਡ ਹੋ ਜਾਵੇ, ਉਹ ਕਿਉਂ ਹੋ ਰਿਹਾ ਹੈ, ਕਿਸ ਤਰ੍ਹਾਂ ਹੋ ਰਿਹਾ ਹੈ, why is that happening, why is that happening, why is this person not good and that person is good। ਤੇ ਇਹ ਤੁਹਾਡੇ ਵਸ ਵਿੱਚ ਨਹੀਂ ਹੈ ਉਹ। ਹਾਂਜੀ, ਤੇ ਇਹ ਯਾਦ ਰੱਖਣਾ ਕਿ ਸਾਰੀ ਕ੍ਰੀਏਸ਼ਨ ਉਸਦੀ ਹੈ, ਉਹ ਕਿਉਂ ਕਿਸ ਤਰ੍ਹਾਂ ਕਦਨ ਹੈ ਉਹ, ਜਾਂ ਕਿਉਂ ਕਰ ਰਿਹਾ ਜਾਂ ਕਿਸ ਤਰ੍ਹਾਂ ਕਰ ਰਿਹਾ ਜਾਂ ਕੀ ਹੈ ਜਾਂ ਕੀ ਅੱਗੇ ਕਰੇਗਾ, ਪਿੱਛੇ ਕੀ ਕਰ ਆਇਆ ਹੈ, ਇਹ ਤੁਹਾਡੀ ਸਮਝ ਤੋਂ ਬਹੁਤ ਬਾਹਰ ਹੈ ਇਹ ਚੀਜ਼ਾਂ। ਇਹ ਤੁਹਾਡੀ ਕੰਪਰੀਹੈਂਸ਼ਨ ਤੋਂ ਬਹੁਤ ਬਾਹਰ ਦੀਆਂ ਚੀਜ਼ਾਂ ਹਨ ਸਾਰੀਆਂ। ਇਸੇ ਵਾਸਤੇ ਤਿਸੇ ਧਿਆਏ ਜੋ ਏਕ ਅਲੱਖ ਹੈ, ਉਸਨੂੰ ਯਾਦ ਕਰ ਜੋ ਇੱਕੋ ਇੱਕ ਹੈ ਤੇ ਅਲੱਖ ਹੈ, ਭਾਵ ਤੇਰੀਆਂ ਅੱਖਾਂ ਨਾਲ, ਤੇਰੇ ਦਿਮਾਗ ਨਾਲ ਲਖਿਆ ਨਹੀਂ ਜਾ ਸਕਦਾ, ਤੇਰੇ ਸਮਝ ਤੋਂ ਦੂਰ ਹੈ ਬੜਾ। ਇਹਾਂ ਉਹਾਂ ਨਾਨਕ ਤੇਰੀ ਰੱਖੇ, ਜਿਸਨੇ ਇੱਥੇ ਵੀ ਰੱਖਣੀ ਹੈ ਤੇ ਅੱਗੇ ਜਾ ਕੇ ਵੀ ਜਿਸਨੇ ਮਦਦ ਕਰਨੀ ਹੈ, ਉਸ ਪ੍ਰਮਾਤਮਾ ਨੂੰ ਕਦੀ ਨਾ ਭੁੱਲ ਤੂੰ। ਜਿਹੜਾ ਪ੍ਰਮਾਤਮਾ ਅਭੂਖਨ ਦੇਣ ਵਾਲਾ ਹੈ, ਜਿਹੜਾ ਪ੍ਰਮਾਤਮਾ ਅਸਵਹਸਤ ਅਸਵਾਰੀ ਦੇਣ ਵਾਲਾ ਹੈ, ਜਿਹੜਾ ਪ੍ਰਮਾਤਮਾ ਬਾਗ ਮਿਲਕ ਧਨਾ ਦੇਣ ਵਾਲਾ ਹੈ, ਜਿਸਨੇ ਤੇਰੇ ਮਨ ਨੂੰ ਬਣਾਇਆ ਹੈ, ਜਿਸਨੇ ਤੇਰੇ ਸਰੀਰ ਨੂੰ ਬਣਾਇਆ ਹੈ,
ਜੋ ਆਪ ਇੱਕੋ ਇੱਕ ਹੈ ਉਹਦੇ ਵਰਗਾ ਹੋਰ ਕੋਈ ਨਹੀਂ। ਜੋ ਆਪ ਅਲੱਖ ਹੈ ਉਸਨੂੰ ਲਖਿਆ ਨਹੀਂ ਜਾ ਸਕਦਾ, ਉਹਨੂੰ ਲਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਉਹਨੂੰ ਸਰਣ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਰਣ ਆਇਆ ਹੀ ਸਭ ਕੁਝ ਹੈ, ਸਰਣ ਵਿੱਚ ਹੀ ਸਭ ਕੁਝ ਹੈ, ਸਰਣ ਆਇਆ ਹੀ ਸਭ ਕੁਝ ਮਿਲਦਾ ਹੈ। ਉਹਦੀ ਸ਼ਰਨ ਆਉਣ ਨੂੰ ਉਪਦੇਸ਼ ਦਿੰਦੇ ਹਨ ਗੋਇੰਦੇ ਮਹਾਰਾਜ ਇੱਥੇ, ਤੇ ਆਪਣੇ ਮਨ ਨੂੰ ਹੋੜਦੇ ਹਨ ਕਿ ਅਗਰ ਤੈਨੂੰ ਵੈਸੇ ਪ੍ਰਮਾਤਮਾ ਚੇਤੇ ਨਹੀਂ ਆਉਂਦਾ ਤੇ ਦੇਖ ਜਿਹੜੀਆਂ ਚੀਜ਼ਾਂ ਦਿੱਤੀਆਂ ਹਨ ਤੈਨੂੰ, ਉਹਨਾਂ ਚੀਜ਼ਾਂ ਨੂੰ ਦੇਖ ਕੇ ਉਹਨਾਂ ਦਾਤਾ ਨੂੰ ਦੇਖ ਕੇ ਦਾਤਾ ਤੈਨੂੰ ਯਾਦ ਆਏ। ਇਸ ਗੱਲ ਦੀ ਅਰਦਾਸ ਕਰਦੇ ਹਨ ਪ੍ਰਮਾਤਮਾ ਅੱਗੇ ਕਿ ਹੇ ਮੇਰੇ ਮਾਲਕ, ਵੈਸੇ ਯਾਦ ਆਓ ਨਾ ਆਓ, ਲੇਕਿਨ ਤੁਹਾਡੀਆਂ ਚੀਜ਼ਾਂ ਜਿਹੜੀਆਂ ਦਿੱਤੀਆਂ ਹੋਈਆਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਤੁਸੀਂ ਯਾਦ ਆਓ ਮੈਨੂੰ। ਤੇ ਮਨ ਨੂੰ ਹੋੜਦੇ ਹਨ ਇਸ ਪਾਸੇ, ਪ੍ਰੇਮਾ ਭਗਤੀ ਵਾਲੇ ਪਾਸੇ। ਹਾਂਜੀ, ਇਹ ਇਹਦਾ ਸੈਂਟਰਲ ਆਈਡੀਆ ਹੈ ਪਦੇ ਨੰਬਰ 4 ਦਾ। ਤੇ I'm going to stop for a second and give an opportunity to everybody to any comments or any question people might have. वैसे pretty self-explanatory पदा है, कोई बहुत औखा पदा नहीं, but I'll still wait to see if anybody has any questions though. हाँ जी ਵੀਰ ਜੀ, ਸਤਿ ਸ੍ਰੀ ਅਕਾਲ ਜੀ, ਮੈਂ ਦਿਆਲ ਸਿੰਘ ਬੋਲ ਰਿਹਾ। ਹਾਂਜੀ, ਤੇ ਜਿਹੜੀ ਲਾਸਟ 2 ਲਾਈਨਾਂ ਨਾ ਉਹਦੇ ਵਿੱਚ ਤੁਸੀਂ ਦੱਸਿਆ ਵੇ ਤਿਸੇ ਧਿਆਏ ਜੋ ਏਕ ਅਲਖੇ, ਮੇਰੇ ਕੋਲ ਜਿਹੜਾ ਏਕ ਹੈ ਨਾ ਇਹਦੇ ਥੱਲੇ ਔਂਕੜ ਨਹੀਂ ਹੈਗਾ। ਹਾਂ, ਇੱਥੇ ਮੇਰੇ ਕੋਲ ਜਿਹੜਾ ਏਕ ਹੈ, ਜਿਹੜਾ ਮੈਂ ਪੜ੍ਹਦਿਆ ਉਹਦੇ ਅੰਦਰ ਔਕੜ ਹੈ। ਜੇ ਔਕੜ ਨਹੀਂ ਹੈ ਤੇ ਇਹਦੇ ਮੀਨਿੰਗ ਹੈ ਜੋ ਇੱਕ ਹੈ। ਜੇ ਔਕੜ ਹੈ ਤੇ ਜਿਹੜਾ ਉਹਦਾ ਮਤਲਬ ਹੈ one and the only one. So the one that I have, though the book that I am reading it from, ਉਹਦੇ ਵਿੱਚ ਔਕੜ ਲੱਗਿਆ ਹੋਇਆ, ਪਰ ਮੇਬੀ ਮਿਸਪ੍ਰਿੰਟ ਹੋ ਸਕਦਾ ਵੀਰ ਜੀ ਇੱਥੇ ਮੇਰੇ ਕੋਲ। ਨਹੀਂ, ਸਾਡੇ ਚ ਵੀ ਨਹੀਂ ਹੈ ਔਕੜ। So ਮੇਰੀ ਬੁੱਕ ਵਿੱਚ ਮਿਸਪ੍ਰਿੰਟ, I'm sorry about that. ਨਹੀਂ, ਸਾਡੇ ਚ ਵੀ ਨਹੀਂ ਹੈ। ਸਾਡੇ ਵਿੱਚ ਹੈ। ਅੱਛਾ, ਸੋ ਆਬਵੀਅਸਲੀ ਕਈਆਂ ਚ ਹੈ, ਕਈਆਂ ਚ ਨਹੀਂ ਹੈ, ਬਟ ਡਸਨਟ ਮੈਟਰ। ਤੋਂ ਕੋਈ ਬਹੁਤੇ ਮਤਲਬ ਦੇ ਫਰਕ ਨਹੀਂ ਨਿਕਲਦੇ ਔਕੜ ਹੈ ਜਾਂ ਨਹੀਂ ਹੈ। ਜੇ ਔਕੜ ਹੋਏਗਾ ਤੇ ਮੀਨਿੰਗ ਹੈ one and the only one, ਜੇ ਔਕੜ ਨਹੀਂ ਹੈ ਤੇ ਮੀਨਿੰਗ ਹੋਏਗਾ the one, you know. So that is the only difference. So ਕਈ ਹੋ ਜਾਂਦੀ ਹੈ ਕਈ ਜਗ੍ਹਾ ਤੋਂ doesn't it's not that big of a deal. Okay, thank you ji. No problem. ਬੜੀ ਵਾਰੀ ਆਂਦਾ ਇਸ ਤਰ੍ਹਾਂ, ਭਾਈ ਗੁਰਦਾਸ ਦੀਆਂ ਵਾਰਾਂ ਸਪੈਸ਼ਲੀ ਬੜੀ ਜਗ੍ਹਾ ਇਸ ਤਰ੍ਹਾਂ ਮਿਸਪ੍ਰਿੰਟ ਹੋਏ ਹੋਏ ਹਨ, you know, ਕਈ ਵਾਰੀ ਹੋ ਜਾਂਦੀਆਂ ਗਲਤੀਆਂ ਹੋ ਜਾਂਦੀਆਂ, you know, it's no big deal. ਹਾਂਜੀ, anybody else has any questions though, or any pretty, as I said, is pretty self-explanatory. ਕੋਈ ਬਹੁਤ ਕੋਈ ਇਹੋ ਜੀ ਗੱਲ ਨਹੀਂ ਹੈ ਜਿਹੜੀ ਕਿ ਨਾ ਸਮਝ ਆਏ, you know. ਹੁਣ ਅਗਲੀ ਜਿਹੜੀ ਹੈ ਪਦਾ ਜਿਹੜਾ ਹੈ, ਹੁਣ ਟੌਪਿਕ ਬਦਲ ਗਿਆ ਹੈ ਬਿਲਕੁਲ। ਤੇ instead of me reading, I want to have a volunteer. ਮਨਜੀਤ ਆਂਟੀ ਤੁਸੀਂ ਪੜ੍ਹ ਲਓ ਅਗਲਾ ਪਦਾ ਜੀ। ਹਾਂਜੀ, ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਤੁਸੀਂ ਪੜ੍ਹ ਲਓ ਇੱਕ ਵਾਰ। Let somebody else read that thing. ਤੁਸੀਂ ਮਿਊਟਡ ਹੋ ਤੁਸੀਂ। It might be better if you ask somebody else. मैं थोड़ा ना इतना चंगा नहीं पढ़ रही। नहीं, कोई गल नहीं। Okay, that's fine. I'll read it myself. That's fine. जे प्रसाद करे पुण्य बहुदान, मन 8 पहर कर तिसका ध्यान। जे प्रसाद तू आचार व्यवहारी, तिस प्रभ को सास सास चितारी। जे प्रसाद तेरा सुंदर रूप, सो प्रभ सिमरो सदा अनूप। जे प्रसाद तेरी नीकी जात, सो प्रभ सिमर सदा दिन रात। जे प्रसाद तेरी पत रहे, गुर प्रसाद नानक जस कहे। This stanza ਜਿਹੜਾ ਅਗਲਾ ਜਿਹੜਾ ਨੰਬਰ 4 ਜਿਹੜਾ 5th ਜਿਹੜਾ ਸਟੈਂਜ਼ਾ ਜਿਹੜਾ ਮੈਂ ਹੁਣੇ ਜਿਹੜਾ ਪੜਿਆ ਹੈ, ਇਹ ਇੱਕ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਲਿਖਿਆ ਨੇ। ਇਹ ਹਰ ਬੰਦਾ ਨਹੀਂ ਸੋਚ ਸਕਦਾ ਇਸ ਤਰ੍ਹਾਂ, you know. ਔਰ ਉਸ ਤੋਂ ਅਗਲਾ ਜਿਹੜਾ ਸਟੈਂਜ਼ਾ ਹੈ ਨੰਬਰ 6 ਜਿਹੜਾ ਸ਼ੁਰੂ ਹੁੰਦਾ ਹੈ, ਜੇ ਪ੍ਰਸਾਦ ਸੁਨੇ ਕਰਨ ਨਾਦ, ਜੇ ਪ੍ਰਸਾਦ ਪੇਖੇ ਬਿਸਮਾਦ, ਉਹ ਉਸ ਤੋਂ ਵੀ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਹੈ। So let me define the word jigyasu. Jigyasu ਕੌਣ ਹੈ? Jigyasu ਹੈ ਜਿਹੜਾ ਕਿ in search of learning ਹੈ, ਜਾਂ in search of God ਹੈ, ਜਾਂ ਜਿਹੜੇ ਉਸ ਪਾਥ ਤੇ ਚੱਲ ਪਿਆ ਜਿਹੜਾ ਉਸ ਰਸਤੇ ਤੇ, ਜੀ ਉਹ ਜਿਗਿਆਸੂ ਹੈ। So ਕੋਈ ਵੀ ਜਿਗਿਆਸੂ ਮਤਲਬ who is not willing to live in the status quo of the things that it is right now, ਹਾਂਜੀ, ਜਿਹੜੀ ਆਪਣੀ ਲਾਈਫ ਨੂੰ ਉੱਤੇ ਲੈ ਕੇ ਜਾਣਾ ਚਾਹੁੰਦਾ, ਜਿਹੜੀ ਆਪਣੀ ਲਾਈਫ ਨੂੰ ਬੈਟਰ ਕਰਨਾ ਚਾਹੁੰਦਾ ਗੁਰਬਾਣੀ ਦੇ ਥਰੂ, ਉਹ ਜਿਗਿਆਸੂ ਹੈ। ਤੇ ਜਿਗਿਆਸੂ ਦਾ ਆਪਣਾ ਆਪਣਾ ਲੈਵਲ ਹੈ। ਪਹਿਲੇ 4 ਜਿਹੜੇ ਪਦੇ ਲਿਖੇ ਹਨ
ਉਹ ਆਮ ਬੰਦਿਆਂ ਵਾਸਤੇ ਲਿਖੇ ਹਨ, ਆਮ ਜਿਗਿਆਸੂ ਵਾਸਤੇ ਲਿਖੇ ਹਨ। ਵੀ ਤੂੰ ਦੇਖ ਵੀ ਕੱਪੜੇ ਜਿਹੜੇ ਪਾ ਰਹੇ ਆ, ਕੱਪੜਿਆਂ ਨੂੰ ਦੇਖ ਕੇ ਪ੍ਰਮਾਤਮਾ ਨੂੰ ਯਾਦ ਕਰ। ਤੁਸੀਂ ਜੋ ਭੋਜਨ ਖਾ ਰਹੇ ਹੋ, ਜੋ ਖਾਣਾ ਖਾ ਰਹੇ ਹੋ, ਉਸ ਨੂੰ ਦੇਖ ਕੇ ਪ੍ਰਮਾਤਮਾ ਨੂੰ ਯਾਦ ਕਰ। ਦੇਖ ਤੈਨੂੰ ਬਾਗ ਮਿਲਕ ਧਨਾ ਪੈਸੇ ਦਿੱਤੇ ਹਨ, ਉਸ ਨੂੰ ਦੇਖ ਕੇ ਪ੍ਰਮਾਤਮਾ ਨੂੰ ਯਾਦ ਕਰ, ਤੈਨੂੰ ਕਿੰਨਾ ਕੁਝ ਦੇਣ ਵਾਲਾ ਹੈ। ਪਰ ਹੁਣ ਜੋ ਗੱਲ ਕਹਿ ਰਹੀ ਆ ਰਹੇ ਨਾ ਜਿਹੜੀ, ਉਹ ਇੱਕ ਹੁਣ ਲੈਵਲ ਵੱਧ ਗਿਆ ਹੈ। ਹੁਣ ਉਹ ਉਸ ਜਿਗਿਆਸੂ ਦੀ ਗੱਲ ਨਹੀਂ ਹੋ ਰਹੀ, ਹੁਣ ਉਸ ਥੋੜੇ ਬਹੁਤ ਉਸ ਜਿਗਿਆਸੂ ਦੀ ਗੱਲ ਹੋ ਰਹੀ ਹੈ ਜਿਹੜਾ ਥੋੜਾ ਬਹੁਤ ਰਿਅਲਾਈਜ਼ ਸੋਲ ਹੈ, ਜਿਹੜੀ ਉਸ ਜਿਗਿਆਸੂ ਬਾਰੇ ਗੱਲ ਕਰ ਰਹੇ ਹਨ। ਤੇ ਕਹਿੰਦੇ ਹਨ ਦੇਖ ਜੇ ਤੇਰੇ ਅੰਦਰ ਸ਼ੁਭ ਆਚਰਣ ਆਏ ਹਨ, ਜੇ ਤੇਰੇ ਅੰਦਰ ਇਹੋ ਜਿਹੀਆਂ ਗੱਲਾਂ ਆਈਆਂ ਹਨ, ਜੇ ਤੇਰਾ ਸੁਭਾਵ ਅੱਛਾ ਹੈ, ਜੋ ਤੂੰ ਕਰੁਣਾ ਤੇਰੇ ਚ ਹੈ, ਤੂੰ ਦੂਸਰਿਆਂ ਤੇ ਸੇਵਾ ਕਰਦਾ ਹੈ, ਦੂਸਰਿਆਂ ਦੀ ਮਦਦ ਕਰਦਾ ਹੈ, ਤੇਰਾ ਆਚਰਣ ਬੜਾ ਅੱਛਾ ਹੈ, ਤੂੰ ਸੱਚ ਬੋਲਦਾ ਹੈ, ਝੂਠ ਨਹੀਂ ਬੋਲਦਾ, ਤੂੰ ਧਰਮ ਵਿੱਚ ਪੱਕਾ ਹੈ, ਤੇ ਇਹੋ ਜਿਹੀਆਂ ਗੱਲਾਂ ਵੀ ਤੇਰੇ ਚ ਆਈਆਂ ਹਨ। ਤੇ ਇਸ ਗੱਲ ਦਾ ਵੀ ਮਾਣ ਨਾ ਕਰ ਤੂੰ, ਇਸ ਗੱਲ ਦੇ ਵਿੱਚੋਂ ਵੀ ਪ੍ਰਮਾਤਮਾ ਦਾ ਅੰਦਰੋਂ ਸਵਾਸ ਸ਼ੁਕਰ ਕਰ ਕਿ ਤੈਨੂੰ ਇੰਜ ਬਣਾਇਆ ਹੈ। ਲੋਕਾਂ ਨੂੰ ਦੇਖ ਆਸ-ਪਾਸ, ਤੇਰੇ ਵਰਗੇ ਨਹੀਂ ਬਣਾਏ ਹੋਰ ਉਸਨੇ ਸਾਰੇ। ਇਹ ਉਹਦੀ ਕਿਰਪਾ ਹੈ ਤੇਰੇ ਤੇ, ਉਹਦੀ ਮਿਹਰ ਹੈ ਤੇਰੇ ਤੇ ਕਿ ਤੂੰ ਇੰਜ ਬਣਿਆ ਹੈ ਸਾਰਾ। तो उस उच्च कोटि दे उस हायर लेवल ऑफ कॉन्शियसनेस वाले जिज्ञासु ਨੂੰ एड्रेस करते हैं नंबर 5 ਵਿੱਚ। और ਇਹ मैं पहले भी कह आया हूं, दोबारा कह दें कि सुखमनी दी बाणी ਵਿੱਚ एक कॉमन थीम रहेगा अष्टपदियां ਵਿੱਚ कि ਜਦੋਂ ਗੱਲ ਸ਼ੁਰੂ ਹੋਏਗੀ ਤੇ ਗੱਲ ਸ਼ੁਰੂ ਹੋਏਗੀ ਨੀਵੇਂ ਥੋੜੇ ਜੇ ਲੋਅਰ ਤੋਂ, ਜਿਹੜੀ ਜਿਸ ਜਿਗਿਆਸੂ ਦਾ ਲੈਵਲ ਹਾਲੇ ਬਹੁਤ ਉੱਚਾ ਨਹੀਂ ਹੈ, ਐਂਡ ਸਲੋਲੀ ਉਸ ਜਿਗਿਆਸੂ ਦੇ ਵੱਲ ਜਾਣਗੇ। ਨੋਟਿਸ ਕਰੋਗੇ ਇਸ ਅਸ਼ਟਪਦੀ ਵਿੱਚ ਨੰਬਰ 6 ਤੋਂ 7 ਤੋਂ ਬਾਅਦ 8ਵੇਂ ਵਿੱਚ ਕੋਈ 8ਵੇਂ ਪਦੇ ਵਿੱਚ ਤੇ ਕੋਈ ਜੈ ਪ੍ਰਸਾਦ ਦੀ ਗੱਲ ਆਈ ਨਹੀਂ ਹੈ। 8ਵੇਂ ਵਿੱਚ ਗੱਲ ਆਈ ਹੈ ਤੇਰੇ ਉੱਤੇ ਛੋੜਿਆ ਸਾਰਾ ਕੁਝ। ਉਹਦੇ ਵਰਡ ਹਨ ਆਪ ਜਪਾਏ ਜਪੇ ਸੋ ਨਾਮ। ਉੱਥੇ ਹੁਣ ਜੈ ਪ੍ਰਸਾਦ ਦੀ ਗੱਲ ਨਹੀਂ ਕੀਤੀ ਨੇ। ਉੱਤੇ ਜਾ ਕੇ ਜਿਹੜੀ 8ਵੇਂ ਸਟੈਂਜ਼ਾ ਦੀ ਜਿਹੜੀ ਹੈ ਉਹ ਸਭ ਤੋਂ ਉੱਤਮ ਕੁਆਲਿਟੀ ਦੇ ਜਿਗਿਆਸੂ ਵਾਸਤੇ ਐਡਰੈਸ ਕੀਤਾ ਨੇ। ਹਾਂਜੀ, ਉਹ ਡਿਫਰੈਂਟ ਆਡੀਅੰਸ ਵਾਸਤੇ ਉਹ ਐਡਰੈਸ ਹੈ ਉਹ ਵਾਲਾ ਕਿ ਆਪ ਜਪਾਏ ਜਪੇ ਸੋ ਨਾਮ, ਆਪ ਗਵਾਏ ਸੋ ਹਰ ਗੁਣ ਗਾਓ। ਹਾਂਜੀ, ਕੀਰਤਨ ਕਰਨ ਵਾਲੇ ਤੁਸੀਂ ਨਹੀਂ ਹੋ, ਉਹ ਕਰਵਾਉਣ ਵਾਲਾ ਹੈ ਜਿਹਦੇ ਕੋਲ ਕਰਵਾਏ ਹੋ। ਕਈ ਸਿੱਖ ਕੇ ਵੀ ਨਹੀਂ ਗਾਉਂਦੇ, ਕਈ ਸਿੱਖਦੇ ਹੀ ਨਹੀਂ, ਕਈ ਸਿੱਖ ਕੇ ਵੀ ਤਾਂ ਗਾਉਂਦੇ ਜਦੋਂ ਗਾਣਾ ਪਏ ਗੁਰਦੁਆਰਿਆਂ 'ਚ। ਗੁਣਗਾਨ ਨਹੀਂ ਕਰਦੇ, ਵੈਸੇ ਉਹਦੇ ਕੁਝ ਨਹੀਂ ਕਰਦੇ ਉਸਨੂੰ, ਕਿਉਂਕਿ ਉਹ ਆਪ ਗੁਣਵਾਉਂਦਾ ਹੈ, ਉਹ ਆਪ ਕਰਦਾ ਹੈ ਸਾਰਾ ਕੁਝ। ਸੋ ਇਸ ਵਾਸਤੇ ਤੁਸੀਂ ਨੋਟਿਸ ਕਰੋਗੇ ਕਿ ਇਹ ਸੁਖਮਨੀ ਦੀ ਬਹੁਤ ਕਾਮਨ ਥੀਮ ਰਹੇਗੀ ਥਰੂ ਆਊਟ ਦਾ ਬਾਣੀ। ਦਿਸ ਹੈਜ਼ ਬੀਨ ਦਾ ਥੀਮ ਦੋ। ਨੰਬਰ 5 ਦੇਖੋ ਤੁਸੀਂ ਹੁਣ, you will see that the things he talked about, ਪਹਿਲੇ 4 ਜਿਹੜੇ ਪਦੀਆਂ 'ਚ ਗੱਲ ਆਈ ਹੈ, ਹੁਣ ਇਸ ਪਦ 'ਚ ਗੱਲ ਨਹੀਂ ਆਏਗੀ ਉਹ ਵਾਲੀ ਕੋਈ। ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਤੇ ਜੇ ਤੇਰੇ ਵਿੱਚ ਦੂਸਰਿਆਂ ਨੂੰ ਮਦਦ ਕਰਨ ਦੀ ਇੱਛਾ ਜਾਗੀ ਹੈ ਤੇਰੇ 'ਚ, if you are helpful to others, you know, ਤੂੰ ਕਰਦਾ ਹੈ ਚੰਗੇ ਕੰਮ, ਦਾਨ ਪੁੰਨ ਕਰਦਾ ਹੈ, ਲੋਕਾਂ ਨੂੰ ਖਵਾਉਂਦਾ ਹੈ, ਲੋਕ ਦੂਸਰਿਆਂ ਨੂੰ ਕਰਦਾ ਹੈ, ਤੇ ਇਹਦੇ ਵਿੱਚੋਂ ਵੀ ਪ੍ਰਮਾਤਮਾ ਤੈਨੂੰ ਯਾਦ ਆਏ, ਤੂੰ ਸ਼ੁਕਰ ਕਰ ਤੂੰ ਉਹਦਾ ਕਿ ਤੇਰੇ ਅੰਦਰ ਉਸਨੇ ਮਨ 'ਚ ਇਹ ਵਾਲੀ ਭਾਵਨਾ ਪਾਈ ਹੈ ਤੇਰੇ ਅੰਦਰ। ਸਾਰੇ ਨਹੀਂ ਕਰਦੇ ਕੰਮ ਹੈ, ਸਾਰੇ ਪੁੰਨ ਬਹੁ ਦਾਨ ਨਹੀਂ ਕਰਦੇ ਕੰਮ, ਸਾਰੇ ਨਹੀਂ ਕਰ ਸਕਦੇ ਪੁੰਨ ਬਹੁ ਦਾਨ, ਸਾਰੇ ਨਹੀਂ ਮਦਦ ਕਰ ਸਕਦੇ ਸਾਰੇ ਦੀ ਜਾ ਕੇ, ਸਾਰੇ ਨਹੀਂ ਲੰਗਰ ਬਣਾ ਸਕਦੇ ਜਾ ਕੇ ਭੁੱਖਿਆਂ ਨੂੰ ਖਵਾਉਣ ਜਾ ਕੇ। ਤੇਰੇ ਅੰਦਰ ਉਸਨੇ ਬਿਰਤੀ ਪਾਈ ਹੈ, ਤੇਰੇ ਉੱਤੇ ਤੇ ਉਹਦੀ ਜ਼ਿਆਦਾ ਕਿਰਪਾ ਹੈ, ਉਹਦਾ ਸ਼ੁਕਰ ਕਰ ਕਰੋੜਾਂ ਵਾਰੀ ਕਿ ਤੇਰੇ ਅੰਦਰ ਬਿਰਤੀ ਪਾਈ ਹੈ ਉਸਨੇ। ਉਹ ਪਾਉਣ ਵਾਲਾ ਹੈ ਬਿਰਤੀ ਤੇਰੇ ਅੰਦਰ ਖਮਤਾ ਨਹੀਂ ਸੇ ਆਣ ਦੀ, ਇਹ ਗੁਣ ਆਣ ਦੀ, ਇਹ ਗੁਣ ਤੈਨੂੰ ਦਿੱਤੇ ਗਏ ਹਨ ਤੈਨੂੰ। ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ 8 ਪਹਿਰ ਕਰ ਤਿਸਕਾ ਧਿਆਨ। ਜਿਸਨੇ ਇਹ ਤੈਨੂੰ ਅਵਸਥਾ ਦਿੱਤੀ ਹੈ। ਔਰ ਇੱਥੇ ਦਾਨ ਵਰਡ ਜਿਹੜਾ ਆਇਆ ਹੈ ਪੋਜ਼ਿਟਿਵ ਕਨੋਟੇਸ਼ਨ 'ਚ ਆਇਆ ਹੈ। ਗੁਰਬਾਣੀ ਵਿੱਚ ਦਾਨ ਵਰਡ ਬਹੁਤੀ ਜਗ੍ਹਾ ਨੈਗੇਟਿਵ ਕਨੋਟੇਸ਼ਨ 'ਚ ਵਰਡ ਆਇਆ ਹੈ। ਦਾਨ ਨੂੰ ਬਹੁਤ ਮਹੱਤਤਾ ਨਹੀਂ ਦਿੱਤੀ ਗਈ ਚੈਰਿਟੀ ਨੂੰ, ਬਿਕਾਜ਼ ਚੈਰਿਟੀ ਦੇਣ ਵਾਲੇ ਦੀ ਪ੍ਰੋਬਲਮ ਇਹ ਹੁੰਦੀ ਹੈ 99% ਆਫ ਅਸ ਜਦੋਂ ਚੈਰਿਟੀ ਦਿੰਦੇ ਆ ਤੇ ਇਹ ਸੋਚ ਕੇ ਦਿੰਦੇ ਆ ਕਿ ਅਸੀਂ ਦੇ ਰਹੇ ਹਾਂ ਜਾਂ ਸਾਡੇ ਵਿੱਚ ਸਾਡੇ ਪੈਸੇ ਹਨ ਤੇ ਅਸੀਂ ਪੈਸੇ ਆਪਣੇ ਮਿਹਨਤ ਦੀ ਕਮਾਈ 'ਚੋਂ ਪੈਸੇ ਕੱਢ ਕੇ ਗੁਰਦੁਆਰੇ ਦਿੱਤੇ ਜਾਂ ਕਿਸੇ ਹੋਰ ਸੰਸਥਾ ਨੂੰ ਦਿੱਤੇ ਹਨ। ਤੇ ਗੁਰਮਤ ਵਿੱਚ ਇਹ ਗੱਲ ਪ੍ਰਮਾਣ ਨਹੀਂ ਹੈ, ਕਿਉਂਕਿ ਸਭ ਕੁਝ ਉਸਦਾ ਹੈ, ਤੁਹਾਡਾ ਕੁਝ ਨਹੀਂ। ਜਨਮ ਤੋਂ ਲੈ ਕੇ ਮਰਨ ਤੱਕ ਜੋ ਤੁਸੀਂ ਅਰਨ ਕੀਤਾ ਹੈ, ਤੁਸੀਂ ਸਮਝਦੇ ਹੋ ਤੁਸੀਂ ਅਰਨ ਕੀਤਾ ਹੈ, ਹੱਥ ਪੈਰ ਤੋਂ ਲੈ ਕੇ ਤੁਹਾਡੇ ਬੀਵੀ ਬੱਚਿਆਂ ਤੋਂ ਲੈ ਕੇ ਜੋ ਦੇਖ ਰਹੇ ਹੋ ਆਸ-ਪਾਸ ਸਭ ਕੁਝ ਲੈ ਕੇ ਸਭ ਉਹਦਾ ਹੈ, ਤੁਹਾਡਾ ਕੁਝ ਵੀ ਨਹੀਂ। ਤੁਸੀਂ ਕੁਝ ਲੈ ਕੇ ਨਹੀਂ ਆਏ ਨਾਲ।
ਤੇ ਇਸ ਵਾਸਤੇ ਦਾਨ ਦੇਣ ਵਾਲਾ ਕਈ ਵਾਰੀ ਮਿਸਟੇਕਨਲੀ ਸੋਚ ਲੈਂਦਾ ਹੈ ਗੱਲ ਇਹ ਕਿ ਦਾਨ ਦੇਣ ਵਾਲਾ ਮੈਂ ਹਾਂ ਜਾਂ ਮੇਰੇ ਕਮਾਈ ਵਿੱਚੋਂ ਇਹ ਦਾਨ ਦਿੱਤਾ ਜਾ ਰਿਹਾ। ਇਸ ਵਾਸਤੇ ਬਾਣੀ ਵਿੱਚ ਬਹੁਤੀ ਜਗ੍ਹਾ ਦਾਨ ਨੂੰ ਨੈਗੇਟਿਵ ਕਨੋਟੇਸ਼ਨ ਵਿੱਚ ਗੁਰਬਾਣੀ 'ਚ ਬਹੁਤੀ ਵਾਰੀ ਆਇਆ ਹੈ ਵਰਡ। ਹਾਂ, ਸੇਵਾ ਨੂੰ ਬਹੁਤ ਉੱਚੀ ਅਵਸਥਾ ਦਿੱਤੀ ਗਈ ਹੈ, ਸੇਵਾ ਨੂੰ ਬਹੁਤ ਉੱਚੀ ਮਾਣ ਪ੍ਰਾਪਤ ਹੈ ਸੇਵਾ ਨੂੰ, ਦਾਨ ਨੂੰ ਉਨਾ ਉੱਚਾ ਮਾਣ ਪ੍ਰਾਪਤ ਨਹੀਂ ਹੈ। ਪਰ ਇੱਥੇ ਦਾਨ ਜਿਹੜਾ ਵਰਡ ਆਇਆ ਹੈ ਪੋਜ਼ਿਟਿਵ ਕਨੋਟੇਸ਼ਨ 'ਚ ਆਇਆ ਹੈ ਕਿ ਜੋ ਤੂੰ ਮਦਦ ਕਰਦਾ ਹੈ ਦੂਸਰਿਆਂ ਦੀ, ਪੁੰਨ ਬਹੁਤ ਦਾਨ ਕਰਦਾ ਹੈ, ਇਹ ਵੀ ਉਸਦੀ ਕਿਰਪਾ ਨਾਲ ਹੈ। ਸ਼ੁਕਰ ਕਰ ਕਿ ਤੈਨੂੰ ਇਹੋ ਜਿਹੀ ਮੱਤ ਦਿੱਤੀ ਹੈ ਉਸਨੇ, ਸ਼ੁਕਰ ਕਰ ਕਿ ਤੂੰ ਇਹ ਸੋਚ ਸਕਦਾ ਹੈ ਇਸ ਤਰ੍ਹਾਂ। ਸਾਰੇ ਨਹੀਂ ਕਰ ਸਕਦੇ, ਸਾਰੇ ਨਹੀਂ ਸੋਚ ਸਕਦੇ ਇੰਜ। ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ, ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ। ਤੇ ਜੇ ਤੇਰਾ ਵਿਵਹਾਰ, ਜੇ ਤੇਰੀ ਡੇਲੀ ਲਿਵਿੰਗ ਵਿੱਚ ਸੱਚਾਈ ਹੈ, ਤੂੰ ਸੱਚਾ ਹੈ, ਤੇਰਾ ਆਚਾਰ ਅੱਛਾ ਹੈ, ਤੂੰ ਦੂਸਰੇ ਨਾਲ ਹੱਸ ਕੇ ਬੋਲਦਾ ਹੈ, ਮਿੱਠ ਬੋਲਣਾ ਹੈ, ਨੀਮ ਹੋ ਕੇ ਬੋਲਦਾ ਹੈ, ਤੇਰੇ ਅੰਦਰ ਨਿਮਰਤਾ ਹੈ, ਤੇਰੇ ਅੰਦਰ ਚੰਗੇ ਗੁਣ ਦੈਵਿਕ ਗੁਣ ਹਨ, ਤੇਰੇ ਅੰਦਰ ਧਰਮ ਹੈ, ਤੇ ਇਹ ਵੀ ਉਸਦੀ ਧਿਆਨ ਹੈ, ਇਹ ਵੀ ਉਹਦੀ ਦੇਣ ਹੈ। ਸ਼ੁਕਰ ਕਰ ਉਸ ਪ੍ਰਮਾਤਮਾ ਦਾ ਕਿ ਤੂੰ ਆਚਾਰ ਵਿਵਹਾਰੀ। ਲੇਕਿਨ ਇਹ ਉੱਚ ਕੋਟੀ ਦਾ ਜਿਗਿਆਸੂ ਹੀ ਸੋਚ ਸਕਦਾ ਹੈ, ਜਿਹਦੀ ਥੋੜੀ ਲੈਵਲ ਆਫ ਕੌਨਸ਼ੀਅਸਨੈਸ ਆਮ ਬੰਦਿਆਂ ਨਾਲੋਂ ਉੱਚੀ ਹੋਵੇ। ਉਹ ਇਸ ਗੱਲ ਨੂੰ ਐਕਸਪੀਰੀਅੰਸ ਕਰ ਸਕਦਾ ਹੈ, ਦੇਖ ਮੈਂ ਥੋੜਾ ਜਿਹਾ ਮੇਬੀ ਡਿਫਰੈਂਟ ਹਾਂ ਹੋਰਨਾਂ ਨਾਲੋਂ, ਮੈਂ ਬੇਬੀ ਮੈਨੂੰ ਪ੍ਰਮਾਤਮਾ ਦੀ ਬਖਸ਼ਿਸ਼ ਜ਼ਿਆਦਾ ਹੈ ਮੇਰੇ ਤੇ, ਮੈਂ ਪੁੰਨ ਬਹੁਤ ਦਾਨ ਮੈਨੂੰ ਕਰਨਾ ਚੰਗਾ ਲੱਗਦਾ ਹੈ, ਮੈਨੂੰ ਦੂਸਰਿਆਂ ਦੀ ਹੈਲਪ ਕਰਨੀ ਚੰਗੀ ਲੱਗਦੀ ਹੈ। ਮੇਰੇ ਮੂੰਹੋਂ ਦੇਖੋ ਪ੍ਰਮਾਤਮਾ ਕੋਈ ਕੋੜਾ ਬਚਨ ਨਹੀਂ ਬੁਲਵਾਉਂਦਾ, ਮੈਨੂੰ ਕਿਸੇ ਕੋਲੋਂ ਮੈਂ ਕਿਸ ਦਾ ਦਿਲ ਦੁਖਾਉਣ ਚ ਕਾਬਿਲ ਨਹੀਂ ਹੈ, ਮੇਰੀ ਜ਼ੁਬਾਨ ਕੰਮ ਜਾਂਦੀ ਹੈ ਮੇਰੀ। ਜੇ ਇਹੋ ਜਿਹੇ ਗੁਣ ਤੁਹਾਡੇ ਵਿੱਚ ਹਨ ਤੇ ਲੱਖ ਲੱਖ ਵਾਰੀ ਸ਼ੁਕਰ ਕਰੋ ਉਸ ਪ੍ਰਮਾਤਮਾ ਦਾ ਜਿਹੜਾ ਇਹ ਕੁਆਲਿਟੀ ਤੁਹਾਨੂੰ ਦੇ ਦਿੱਤੀ ਉਹਨਾਂ ਨੇ, ਤੁਹਾਨੂੰ ਇਹ ਬਿਰਤੀ ਤੁਹਾਡੇ ਅੰਦਰ ਪਾ ਦਿੱਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਇਸ ਗੱਲ ਦਾ ਧਿਆਨ ਕਰਵਾਉਂਦੇ ਹਨ ਇਸ ਅਸ਼ਟਪਦੀ ਵਿੱਚ, ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਦੇਰੇ ਤੇਰਾ ਆਚਾਰ ਤੂੰ ਵਿਵਹਾਰ ਆਚਾਰ ਤੇਰਾ ਚੰਗਾ ਹੈ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ। ਉਸ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਿਆ ਕਰ ਜਿਸਨੇ ਤੈਨੂੰ ਇਹੋ ਜਿਹਾ ਬਣਾਇਆ ਹੈ। ਦੂਸਰੇ ਤਰੀਕੇ ਨਾਲ ਵੀ ਬਣਾ ਸਕਦਾ ਸੀ, ਦੂਜੀ ਹੋਰ ਕਿਸਮ ਨਾਲ ਵੀ ਆ ਸਕਦਾ ਸੀ, ਪਰ ਦੇਖ ਤੇਰੇ ਅੰਦਰ ਆਚਾਰ ਵਿਵਹਾਰੀ ਵਰਗੇ ਗੁਣ ਦੇ ਦਿੱਤੇ ਹਨ ਉਸਨੇ, ਸ਼ੁਕਰ ਕਰ ਉਸਦਾ ਤੂੰ। ਨਹੀਂ ਤੇ ਆਮ ਬੰਦਿਆਂ ਵਰਗਾ ਤੂੰ ਵੀ ਹੋ ਜਾਂਦਾ, ਪਰ ਨਹੀਂ, ਤੇਰੇ ਤੇ ਉਹਦੀ, ਤੇਰੇ ਤੇ ਰਹਿਮ ਹੈ ਉਹਦੀ, ਤੇਰੇ ਤੇ ਕਿਰਪਾ ਹੈ ਉਸਦੀ। ਤੂੰ ਆਚਾਰ ਵਿਵਹਾਰੀ ਹੈ, ਤੂੰ ਦੂਸਰਿਆਂ ਦਾ ਦਿਲ ਨਹੀਂ ਦੁਖਾਉਂਦਾ, ਤੇਰੇ ਅੰਦਰ ਗਰੀਡ ਘੱਟ ਹੈ, ਤੇਰੇ ਅੰਦਰ ਕ੍ਰੋਧ ਘੱਟ ਹੈ, ਤੂੰ ਪੁੰਨ ਬਹੁਤ ਦਾਨ ਕਰਦਾ ਹੈ, ਇਹ ਵੀ ਉਸਦੀ ਕਿਰਪਾ ਹੈ, ਅਪਾਰ ਕਿਰਪਾ ਹੈ ਉਸਦੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਤੇ ਜੇ ਤੂੰ ਆਪਣੇ ਆਪ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਇੱਕ ਤੇ ਸੁੰਦਰ ਹੈ, ਸੁੰਦਰਤਾ ਫਿਜ਼ੀਕਲ ਬਿਊਟੀ ਹੈ, ਔਰ ਇੱਕ ਸੁੰਦਰ ਹੈ ਜਿਹੜਾ ਕਿ ਪਰਮਾਤਮ ਬਿਊਟੀ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਕਈਆਂ ਦੇ ਚਿਹਰੇ ਇਹੋ ਜਿਹੇ ਹੁੰਦੇ ਹਨ ਦੇਖ ਕੇ ਪ੍ਰਮਾਤਮਾ ਯਾਦ ਆਉਂਦਾ ਹੈ, ਕਈਆਂ ਦੇ ਚਿਹਰੇ ਇਹੋ ਜਿਹੇ ਹੁੰਦੇ ਹਨ ਦੇਖ ਕੇ ਬਿਜ਼ਨਸ ਯਾਦ ਆਉਂਦਾ ਹੈ, ਕਈਆਂ ਦੇ ਚਿਹਰੇ ਇਹੋ ਜਿਹੇ ਹੁੰਦੇ ਹਨ ਦੇਖ ਕੇ ਪੋਲਿਟਿਕਸ ਯਾਦ ਆਉਂਦੀ ਹੈ, ਕਈਆਂ ਦੇ ਚਿਹਰੇ ਹੁੰਦੇ ਹਨ ਦੇਖ ਕੇ ਪੈਸੇ ਯਾਦ ਆਉਂਦੇ ਹਨ, ਪਰ ਕਈ ਪ੍ਰਮਾਤਮਾ ਦੇ ਚਿਹਰੇ ਇਹੋ ਜਿਹੇ ਬਣਾਉਂਦੇ ਹਨ ਜਿਨ੍ਹਾਂ ਦੇ ਚਿਹਰੇ ਦੇਖ ਕੇ ਸੁਖਮਨੀ ਯਾਦ ਆਉਂਦੀ ਹੈ, ਕੀਰਤਨ ਯਾਦ ਆਉਂਦਾ ਹੈ, ਪ੍ਰਮਾਤਮਾ ਦੇ ਗੁਣ ਯਾਦ ਆਉਂਦੇ ਹਨ, ਦੈਵਿਕ ਸ਼ਕਤੀਆਂ ਯਾਦ ਆਉਂਦੀਆਂ ਹਨ, ਧਰਮ ਦਇਆ ਮੋਖ ਯਾਦ ਆਉਂਦਾ ਹੈ। ਜੇ ਇਹੋ ਦਾ ਸੁੰਦਰ ਰੂਪ ਤੈਨੂੰ ਦਿੱਤਾ ਹੈ ਉਸਨੇ, ਜਾਂ ਫਿਜ਼ੀਕਲ ਰੂਪ ਵੀ ਤੂੰ ਸੋਹਣਾ ਹੈ, ਤੇ ਇਹ ਵੀ ਉਹਦੀ ਕਿਰਪਾ ਨਾਲ ਹੈ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਅਨੂਪ ਮਨੇ ਬਹੁਤ ਸੋਹਣਾ, ਉਸ ਤੈਨੂੰ ਅਗਰ ਸੋਹਣਾ ਬਣਾਇਆ ਹੈ ਉਸਨੇ, ਤੇਰੇ ਅੰਦਰ ਦੈਵਿਕ ਗੁਣ ਪਾਏ ਹਨ ਉਸਨੇ, ਤੂੰ ਹੋਰਿਆਂ ਨਾਲੋਂ ਆਚਾਰ ਵਿਵਹਾਰੀ ਬਣ ਗਿਆ ਹੈ, ਪੁੰਨ ਬਹੁਤਾਨ ਕਰਦਾ ਹੈ ਬੜਾ। ਮੈਂ ਪਹਿਲੇ ਹੀ ਕਿਹਾ ਹੈ, ਇਹ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਇਹ ਪਦਾ ਲਿਖਿਆ ਨਹੀਂ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਤੇ ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਨਿੱਕੀ ਦਾ ਮਤਲਬ ਹੁੰਦਾ ਹੈ ਉੱਚੀ ਜਾਤ। ਇੱਥੇ ਜਾਤ ਤੈਨੂੰ ਇਨਸਾਨ ਮਨੇ ਜਾਤ ਤੇਰੀ ਪਸ਼ੂਆਂ ਵਰਗੀ ਜਾਤ ਨਹੀਂ, ਤੇਰੀ ਤੈਨੂੰ ਹਿਊਮਨ ਫਾਰਮ ਦਿੱਤਾ ਹੈ ਉਸਨੇ ਸਭ ਤੋਂ ਉੱਚਾ। ਤੇ ਜੇ ਨੀਕੀ ਜਾਤ ਤੈਨੂੰ ਮਿਲੀ ਹੈ, ਜਿਹੜੀ ਹਿਊਮਨ ਫਾਰਮ ਮਿਲਿਆ ਹੈ, ਇਹ ਵੀ ਕਈ ਕੌਣ ਸੋਚਦਾ ਹੈ ਇਸ ਨੂੰ? ਬਾਹਰ ਸੋਚਦੇ ਆ ਸਵੇਰੇ ਉੱਠ ਕੇ ਕਿ ਥੈਂਕ ਗॉड ਵੀ ਆਰ ਹਿਊਮਨਸ, ਯੂ نو ਵੀ ਆਰ ਨਾਟ ਵੈਜੀਟੇਬਲਸ ਨਹੀਂ ਅਸੀਂ ਲੋਕ, ਤਾਂ ਕਿ ਅਸੀਂ ਪ੍ਰਮਾਤਮਾ ਦਾ ਭਜਨ ਕਰ ਸਕਦੇ ਹਾਂ। ਸਾਡਾ ਜੀਵਨ ਉੱਚਾ ਹੈ, ਬੜੀ ਸੂਖਸ਼ਮ ਔਰ ਬੜੀ ਨਿਰਮੋਲਕ ਦੇਹੀ ਦਿੱਤੀ ਹੈ ਪ੍ਰਮਾਤਮਾ ਨੇ। ਤੇ ਇਸ ਦੇਹੀ ਕਦੀ ਇਸ ਬਾਰੇ ਪੜ੍ਹਨਾ ਹੋਵੇ ਇਸ ਟੌਪਿਕ ਦੇ ਉੱਤੇ, ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਹੈ ਘੋੜੀਆਂ ਵਡਹੰਸ ਰਾਗ ਵਿੱਚ ਲਿਖੀਆਂ ਹੋਈਆਂ।
ਪਹਿਲੇ ਵਿਆਹ ਸ਼ਾਦੀਆਂ ਤੇ ਲੋਕ ਪੜ੍ਹਦੇ ਹੁੰਦੇ ਸਨ, ਉਹਨਾਂ ਨੂੰ ਗਾਉਂਦੇ ਸਨ। ਹੁਣ ਅਸੀਂ ਸਿੱਖਿਆ ਹਨ ਭਾਈ ਸਾਹਿਬ ਕੋਲੋਂ, ਤੇ ਕੋਈ ਵਿਆਹ ਸ਼ਾਦੀ ਤੇ ਕੋਈ ਗਾਣਾ ਹੋਵੇ ਤੇ ਸਮਟਾਈਮਸ ਵੀ ਸਿੰਗ ਦੈਟ, ਬਟ ਅੱਜ ਕੱਲ ਘੱਟ ਗਾਣ ਦਾ ਰਿਵਾਜ, ਅੱਜ ਕੱਲ ਕੁੜੀਆਂ ਗਾਉਂਦੇ ਨਹੀਂ, ਗੁਰੂ ਰਾਮਦਾਸ ਪਾਤਸ਼ਾਹ ਲਿਖੀਆਂ ਹੋਈਆਂ। ਪਰ ਕਈ ਜਦੋਂ ਪਹਿਲੇ ਗਾਉਂਦੇ ਸਨ, ਜੇ ਟਾਈਮ ਮਿਲੇ ਤੇ ਪੜ੍ਹਿਓ, ਤੇ ਉਸ ਵਿੱਚ ਇਸ ਦੇਹੀ ਨੂੰ, ਇਸ ਬਾਡੀ ਦੀ ਡਿਸਕ੍ਰਿਪਸ਼ਨ ਨੂੰ ਮਹਾਰਾਜ ਨੇ ਸਮਝਾਉਂਦੇ ਹਨ ਗੁਰੂ ਰਾਮਦਾਸ ਪਾਤਸ਼ਾਹ ਉਹਦੇ ਅੰਦਰ, ਵੀ ਕਿਤਨੀ ਕੰਚਨ ਵਰਗੀ, ਇਹ ਕਿਤਨੀ ਇੰਪੋਰਟੈਂਟ ਦੇਹੀ ਤੈਨੂੰ ਦਿੱਤੀ ਹੈ। ਇੱਥੇ ਵੀ ਉਹੀ ਇਸ਼ਾਰਾ ਹੈ, ਜੇ ਪ੍ਰਸਾਦ ਤੇਰੀ ਨੀਕੀ ਜਾਤ, ਨੀਕੀ ਮਨੇ ਉੱਚੀ, ਉੱਚੀ ਜਾਤ ਭਾਵ ਤੈਨੂੰ ਮਨੁੱਖਾ ਦੇਹੀ ਉਸਨੇ ਦਿੱਤੀ ਹੈ। ਦੇਖ ਤੇਰਾ ਰੂਪ ਸੁੰਦਰ ਬਣਾਇਆ ਹੈ, ਦੇਖ ਤੈਨੂੰ ਤੇਰੇ ਅੰਦਰ ਬਾਣੀ ਦਾ ਜਵਾਲ ਪੈਦਾ ਕੀਤਾ ਹੈ, ਦੇਖ ਤੇਰੇ ਅੰਦਰ ਕੀਰਤਨ ਦੀ ਦਾਤ ਤੈਨੂੰ ਉਸਨੇ ਬਖਸ਼ੀ ਹੈ, ਦੇਖ ਤੇਰੇ ਅੰਦਰ ਸੱਚ ਹੈ, ਦੇਖ ਤੂੰ ਸਵੇਰੇ ਉੱਠ ਕੇ ਪੁੰਨ ਬੋ ਦਾਨ ਕਰਨ ਦੀ ਸੋਚਦਾ ਹੈ। ਇਹ ਸਾਰੇ ਗੁਣ ਜਿਹੜੇ ਤੇਰੇ ਅੰਦਰ ਪਾਏ ਹਨ, ਇਹ ਉਸਨੇ ਪਾਏ ਹਨ। ਤੇ ਉਸ ਦਾਤੇ ਦਾ ਸ਼ੁਕਰ ਕਰਿਆ ਕਰ, ਉਸਨੂੰ ਯਾਦ ਕਰਿਆ ਕਰ, ਉਸਨੂੰ ਕਦੀ ਆਪਣੇ ਮਨ ਚ ਨਹੀਂ ਭੁਲਾਇਆ ਕਰ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹੇ, ਤੇ ਤੇਰੀ ਇੱਜ਼ਤ ਰੱਖਦਾ ਹੈ ਉਹ ਹਰ ਜਗ੍ਹਾ, ਤੇਰੀ ਪਤ ਰੱਖਣ ਵਾਲਾ ਹੈ, ਤੇਰੀ ਉੱਚ ਨੀਚ ਨੂੰ ਸੰਭਾਲ ਲੈਂਦਾ ਹੈ, ਸੇਵਕ ਦੀ ਪਤ ਰੱਖਦਾ ਹੈ ਉਹ ਆਪ। ਉਹ ਬਹੁਤ ਵੱਡਾ ਦਿਆਲੂ ਹੈ, ਜਿਸ ਇਸ ਦਿਆਲੂ ਦੇ ਇਸ ਉੱਚ ਕੋਟੀ ਦੇ ਜਿਗਿਆਸੂ ਨੂੰ ਐਡਰੈਸ ਕਰਕੇ ਮਹਾਰਾਜ ਕਹਿੰਦੇ ਹਨ ਕਿ ਦੇਖ ਇਹੋ ਜਿਹੇ ਬੰਦੇ ਜਿਹੜੇ ਹਨ, ਉਹਨਾਂ ਨੂੰ ਕਿਉਂ ਪ੍ਰਮਾਤਮਾ ਭੁੱਲੇ, ਉਹਨਾਂ ਨੂੰ ਕਦੀ ਨਹੀਂ ਭੁੱਲਦਾ ਪ੍ਰਮਾਤਮਾ, ਹਮੇਸ਼ਾ ਯਾਦ ਰਹਿੰਦਾ ਹੈ ਉਹਨਾਂ ਨੂੰ। ਤੇ ਉਸ ਨਾ ਉਹ ਯਾਦ ਆਂਦਾ ਹੈ ਇਹਨਾਂ ਉੱਚ ਕੋਟੀ ਵਰਗੇ ਜਿਗਿਆਸੂ ਨੂੰ। ਇਹ ਜਿਗਿਆਸੂ ਉੱਚ ਕੋਟੀ ਦੇ ਇਸ ਵਾਸਤੇ ਹੈ ਕਿਉਂਕਿ ਇਹ 36 ਅੰਮ੍ਰਿਤ ਖਾਏ, ਪਾਠ ਪੰਡਬ ਹਟਾਵੇ, ਬਸੇ ਸੁਖ ਮੰਦਰ ਦੀ ਅਵਸਥਾ ਤੋਂ ਉੱਚੀ ਉੱਠ ਕੇ ਪੁੰਨ ਬੋਦਾਨ ਯਾਨੀ ਆਚਾਰ ਵਿਵਹਾਰੀ, ਸੁੰਦਰ ਰੂਪ, ਤੇ ਇਹ ਨੀਕੀ ਜਾਤ ਵਾਲੀ ਜਿਹੜੀ ਗੁਣ ਹਨ ਜਿਹੜੇ ਤੇਰੇ ਅੰਦਰ ਪ੍ਰਮਾਤਮਾ ਨੇ ਦਿੱਤੇ ਹਨ, ਇਸ ਤਰ੍ਹਾਂ ਗੁਣਾਂ ਨੂੰ ਯਾਦ ਕਰਕੇ ਪ੍ਰਮਾਤਮਾ ਨੂੰ ਚੇਤੇ ਰੱਖਿਆ ਕਰ। ਤੇ ਮਹਾਰਾਜ ਇਹ ਪਾਵਨ ਉਪਦੇਸ਼ ਦੇ ਕੇ ਇਹ ਪਦਾ ਖਤਮ ਕਰਦੇ ਹਨ। ਤੇ ਇਸ ਤੋਂ ਅਗਲੇ ਪਦੇ ਵਿੱਚ ਇਸ ਤੋਂ ਵੀ ਉੱਚ ਕੋਟੀ ਦੇ ਜਿਗਿਆਸੂ ਬਾਰੇ ਗੱਲ ਆਈ ਹੈ, ਇਸ ਤੋਂ ਵੀ ਉੱਚੀ ਲੈਵਲ ਦੇ ਕੌਨਸ਼ੀਅਸਨੈਸ ਬਾਰੇ, ਜਿਹੜੀ ਇਹਨਾਂ ਤੋਂ ਵੀ ਜਿਹੜੀ ਉੱਚੀ ਕੌਨਸ਼ੀਅਸਨੈਸ ਹੈ, ਜਿਹੜੀ ਉਸ ਤੋਂ ਵੀ ਉੱਚ ਕੋਟੀ ਦੇ ਜਿਹੜੇ ਜਿਗਿਆਸੂ ਹਨ, ਉਹਨਾਂ ਬਾਰੇ ਗੱਲ ਆਈ। I'm going to stop for a few minutes and see if anybody has any questions or comments. ਸੁਰਿੰਦਰ ਜੀ, ਹਾਂਜੀ, ਜੇ ਕੋਈ ਹੋਰ ਨਹੀਂ ਪੜ੍ਹਨਾ ਚਾਹੁੰਦੇ ਨੇ ਤੇ ਜ਼ਰੂਰ, ਜੇ ਨਹੀਂ ਤੇ ਫਿਰ ਮੈਂ ਪੜ੍ਹ ਦਿਆਂਗੀ। ਠੀਕ ਹੈ ਜੀ, ਥੈਂਕ ਯੂ ਜੀ। ਚੰਗਾ, ਰੱਬ ਰੱਖ। Ji, I have a question. If we have no, ownership of all our good virtues, how can I have ownership of all my bad virtues? In other words, if all of this is all His blessings, then why are not my bad virtues His blessings too? Because the bad blessings, you made a conscious choice because of your karma to have the bad blessing. ਇੱਥੇ conscious choice ਤੁਸੀਂ ਬਣਾਈ ਹੈ ਨਾ good virtue ਦੀ, ਤੇ conscious choice ਬਣਾਉਣ ਵਾਲਾ, ਕਿਉਂਕਿ ਤੁਹਾਡੇ ਅੰਦਰ ਨਿਮਰਤਾ ਪੈਦਾ ਕਰਨੀ ਹੈ ਉਹਨਾਂ ਨੇ, ਤੁਹਾਡੇ ਅੰਦਰ ਇਹ ਭਾਵਨਾ ਪੈਦਾ ਕਰਨੀ ਹੈ ਕਿ ਤੁਸੀਂ ਦੇਣ ਵਾਲੇ ਨਹੀਂ ਹੋ, ਦੇਣ ਵਾਲਾ ਉਹ ਹੈ। ਤੁਸੀਂ ਕਰਮ ਚੰਗੇ ਕੀਤੇ, ਤੇ ਜਪਜੀ ਦੀਆਂ ਉਹਨਾਂ ਪੌੜੀਆਂ ਤੇ ਮੈਂ ਫੋਕਸ ਕਰਾਂਗਾ ਵੀਰ ਜੀ, ਜਿਹੜੀਆਂ ਜਪਜੀ ਦੀਆਂ ਪਹਿਲੀਆਂ 5 ਪੌੜੀਆਂ ਵਿੱਚ ਜਿਹੜਾ ਤੁਸੀਂ ਇਸ਼ੂ ਕਹਿ ਰਹੇ ਹੋ, ਇਸ਼ੂ 2-3 ਜਗ੍ਹਾ ਜਪਜੀ ਵਿੱਚ ਐਡਰੈਸ ਹੋਇਆ, ਅਸੰਖ ਵਾਲੀਆਂ ਪੌੜੀਆਂ 'ਚ ਹੋਇਆ ਐਡਰੈਸ ਹੈ ਜੀ। ਇੱਕ ਅਸੰਖ ਦੀਆਂ ਪੌੜੀਆਂ ਵਿੱਚ ਕਹਿੰਦੇ ਹਨ ਕਿ ਬੜੇ ਤਾਪ ਵਾਲੇ ਬੰਦੇ ਹਨ, ਬੜੇ ਹਾਂਜੀ, ਬੜਾ ਕੁਝ ਪੁੰਨ ਦਾਨ ਕਰਨ ਵਾਲੇ ਹਨ। ਇੱਕ ਅਸੰਖ ਵਾਲੀਆਂ ਪੌੜੀਆਂ ਵਿੱਚ ਕਹਿੰਦੇ ਹਨ ਕਿ ਚੋਰ ਬੜੇ ਹਨ ਇਹੋ ਜਿਹੇ ਬੈਠੇ ਹੋਏ, ਹਾਂਜੀ। ਪਰ ਤਾਂ ਵੀ ਜੋ ਤੁਧ ਭਾਵੇ ਸਾਈਂ ਭਲੀ ਕਾਰ ਹੈ ਨਾ, ਜੋ ਤੈਨੂੰ ਚੰਗਾ ਲੱਗਦਾ ਹੈ ਪ੍ਰਮਾਤਮਾ ਹੁੰਦਾ ਉਹੀ ਹੈ, ਤੂੰ ਕਰਨ ਕਰਾਉਣ ਵਾਲਾ ਤੂੰ ਹੈ। ਮੰਦੇ ਜਿਹੜੇ ਹਨ ਉਹ ਨਹੀਂ ਚਾਹੁੰਦਾ ਤੁਸੀਂ ਮੰਦੇ ਹੋਵੋ, ਉਹਨੂੰ ਕੋਈ ਇੰਟਰਸਟ ਨਹੀਂ ਹੈ ਤੁਹਾਡੇ ਮੰਦੇ ਚੰਗੇ ਵਿੱਚ। ਮੰਦੇ ਤਾਂ ਬੰਦਾ ਬਣਦਾ ਹੈ ਕਿਉਂਕਿ ਜਦੋਂ ਉਹ ਭੁੱਲ ਜਾਂਦਾ ਹੈ, ਉਹਦੇ ਦੈਵਿਕ ਗੁਣ ਭੁੱਲ ਜਾਂਦੇ ਹਨ, ਬਾਣੀ ਤੋਂ ਦੂਰ ਹੋ ਜਾਂਦਾ ਹੈ, ਸਤਸੰਗਤ ਤੋਂ ਦੂਰ ਹੋ ਜਾਂਦਾ ਹੈ। ਤੁਸੀਂ ਜਦੋਂ ਪੈਦਾ ਹੋਏ ਸੀ ਵੀਰ ਜੀ, when you were born and you came out of your mother's womb, ਤੁਹਾਡੇ ਅੰਦਰ ਕੋਈ ਪਾਪ ਨਹੀਂ ਸੀ, ਤੁਹਾਡੇ ਅੰਦਰ ਕੋਈ ਦੁਆਇਤ ਭਾਵਨਾ ਨਹੀਂ ਸੀ, ਤੁਹਾਡੇ ਅੰਦਰ ਕੋਈ ਇਹ ਜੀ ਨੈਗੇਟਿਵ ਫੀਲਿੰਗ ਨਹੀਂ ਸੀ। ਇਹ ਨੈਗੇਟਿਵ ਫੀਲਿੰਗ ਤੁਸੀਂ ਇੱਥੇ ਆ ਕੇ ਐਕਵਾਇਰ ਕੀਤੀ ਹੈ ਆਸ-ਪਾਸ ਦੇ ਲੋਕਾਂ ਕੋਲੋਂ ਦੇਖ ਕੇ, ਹਾਂਜੀ। ਤੁਹਾਡੇ ਅੰਦਰ ਸਭ ਤੋਂ ਕਲੀਨ ਸਲੇਟ ਤੁਹਾਨੂੰ ਦਿੱਤੀ ਗਈ ਸੀ, ਹਾਂਜੀ। ਕਈ ਕਲੀਨ ਸਲੇਟ ਲੈਂਦੇ ਹਨ, ਛੋਟੇ ਹੁੰਦਿਆਂ ਉਹਨਾਂ ਤੇ ਕਿਰਪਾ ਹੋ ਜਾਂਦੀ ਹੈ, ਉਹ ਛੋਟੇ ਹੁੰਦਿਆਂ ਤੋਂ ਇਸ ਤਰਫ ਅਟਰੈਕਟ ਹੋ ਜਾਂਦੇ ਹਨ ਤੇ ਉਹਨਾਂ ਦੀ ਸਲੇਟ ਆਲਮੋਸਟ ਕਲੀਨ ਰਹਿੰਦੀ ਹੈ ਪੂਰੀ ਜ਼ਿੰਦਗੀ।
ਕਈ ਵਿਚਾਰੇ ਨਹੀਂ ਇਤਨੇ ਲੱਕੀ ਹੁੰਦੇ, ਕਈ ਉਸ ਉਹਨਾਂ ਜਗ੍ਹਾ ਵਿੱਚ ਚਲੇ ਜਾਂਦੇ, ਉਹਨਾਂ ਜਗ੍ਹਾ ਦਾ ਪ੍ਰਭਾਵ ਜ਼ਿਆਦਾ। ਇਹ ਸਾਰੇ ਕਰਮਾਂ ਦਾ ਫਲ ਹੈ ਸਾਰਾ ਆਪਣਾ, ਹਾਂਜੀ, ਕਰਮਾਂ ਦੇ ਹਿਸਾਬ ਨਾਲ ਹੈ। ਸੋ ਇੱਥੇ ਮਹਾਰਾਜ ਕਿਉਂ ਕਹਿੰਦੇ ਹਨ ਬਾਰ-ਬਾਰ ਕਿ ਸ਼ੁਭ ਆਚਰਣ, ਚੰਗੇ ਗੁਣ ਜਿਹੜੇ ਹਨ ਪ੍ਰਮਾਤਮਾ ਦੀ ਦੇਣ ਹੈ, ਕਿਉਂਕਿ ਇਸ ਵਾਸਤੇ ਤੁਹਾਨੂੰ ਮਹਿਸੂਸ ਨਾ ਹੋਵੇ ਕਿ ਤੁਸੀਂ ਆਪਣੇ ਆਪ ਤੇ ਗੁਮਾਨ ਨਾ ਮਹਿਸੂਸ ਕਰਨਾ ਸ਼ੁਰੂ ਕਰ ਦਿਓ ਕਿ ਹਾਂਜੀ ਠੀਕ ਹੈ ਤੁਹਾਡੇ ਵੀ ਐਫਰਟ ਹੈ ਚੰਗੇ ਗੁਣ ਵਿੱਚ, ਕਿਉਂਕਿ ਤੁਹਾਡੇ ਕੋਲ ਦੋ ਰਸਤੇ ਸਨ ਸਵੇਰੇ ਅੱਜ, ਹਾਂਜੀ। 1 ਵਜੇ ਦੁਪਹਿਰੇ ਤੁਸੀਂ ਮੂਵੀ ਦੇਖ ਸਕਦੇ ਸੀ ਨੈਟਫਲਿਕਸ ਤੇ ਈਸਟ ਕੋਸਟ ਤੇ, ਤਾਂ ਯੂ ਡਿਸਾਈਡਡ ਟੂ ਲਿਸਨ ਟੂ ਸੁਖਮਨੀ ਟੁਡੇ, ਯੂ ਨੋ, ਹਾਂਜੀ। ਸੋ ਤੁਹਾਡੇ ਮਨ ਨੇ ਬਣਤ ਬਣਾਈ, ਹਾਂਜੀ, ਕਿ ਮੇਰਾ ਮਨ, ਤੁਹਾਡੇ ਮਨ ਚ ਫੁਰਨਾ ਆਇਆ ਕਿ ਫੁਰਨਾ ਆਇਆ, ਮਨਾ ਯਾਰ ਟੀਵੀ ਨਹੀਂ ਦੇਖਦੇ ਅੱਜ, ਸੁਖਮਨੀ ਸੁਣ ਲੈਂਦੇ ਆ। ਲੇਕਿਨ ਬਾਣੀ ਦੇ ਹਿਸਾਬ ਦੇ ਨਾਲ ਫੁਰਨੇ ਵੀ ਉਹੀ ਦਿੰਦਾ ਹੈ, ਚੰਗੇ ਫੁਰਨੇ ਵੀ ਉਹੀ ਦਿੰਦਾ ਹੈ, ਤੇ ਮੰਦੇ ਫੁਰਨੇ ਜਦੋਂ ਆਉਂਦੇ ਹਨ, ਤੇ ਜੇ ਮੰਦਾ ਫੁਰਨਾ ਆਇਆ ਤੁਹਾਡੇ ਅੰਦਰ ਦੀ ਜੀ ਮੈਂ ਟੀਵੀ ਦੇਖਣੀ ਹੈ, ਕਈ ਵਾਰੀ ਮੰਦੇ ਫੁਰਨੇ ਬਾਅਦ ਵੀ ਚੰਗਾ ਫੁਰਨਾ ਆ ਜਾਂਦਾ ਹੈ ਕਿ ਨਹੀਂ ਮਨਾ ਨਾ ਦੇਖ ਟੀਵੀ ਹੈ, ਇਹ ਠੀਕ ਨਹੀਂ ਹੈ, ਠੀਕ ਹੈ ਕੰਮ। ਤੁਹਾਡੇ ਵਿੱਚ ਸ਼ਕਤੀ ਹੈ ਦਬਾਣ ਦੀ ਮੰਦੇ ਨੂੰ ਤੇ ਚੰਗੇ ਕਰਨ ਨੂੰ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਿੱਚ ਤੁਸੀਂ ਦੇਖਦੇ ਹੋ ਜਿਹੜੀਆਂ ਹੁੰਦੀਆਂ ਹਨ ਤੁਹਾਡੇ ਕੋਲੋਂ, ਜਦੋਂ ਤੁਸੀਂ ਇਹ ਹਉਮੈ ਦੇ ਇਸ਼ੂ ਨੂੰ ਸਮਝਦੇ ਹੋ ਨਾ ਕਿ ਹਉਮੈ ਕੀ ਹੈ। ਹਉਮੈ ਦੀ ਅਵਸਥਾ ਇਹ ਹੈ ਕਿ ਜਦੋਂ ਆਸ-ਪਾਸ ਜਿਹੜਾ ਨਾਮ ਜਿਹੜਾ ਵਿਚਰ ਰਿਹਾ ਹਰ ਜਗ੍ਹਾ। ਰਿਮੈਂਬਰ ਮਾਈ ਟਾਕ ਔਨ ਹਉਮੈ ਵੈਨ ਆਈ ਵਾਸ ਇਨ ਵਾਸ਼ਿੰਗਟਨ ਲਾਸਟ ਈਅਰ, ਉਹਦੇ ਵਿੱਚ ਮੈਂ ਇੱਕ ਡਾਇਗ੍ਰਾਮ ਬਣਾਈ ਸੀ ਇੱਕ ਬੋਰਡ ਦੇ ਉੱਤੇ। ਮੈਂ ਦੱਸਿਆ ਸੀ ਤੁਹਾਨੂੰ ਕਿ ਹੋਮ ਵਾਲੀ ਬਿਰਤੀ ਦਾ ਹੁੰਦਾ ਕਿ ਹੋਮ ਵਾਲਾ ਬੰਦਾ ਸਮਝਦਾ ਕਿ ਮੇਰੇ ਆਸ-ਪਾਸ ਜੋ ਹੋ ਰਿਹਾ ਜੋ ਸਾਰਾ ਉਹ ਮੇਰੇ ਉੱਤੇ ਉਹਦਾ ਕੰਟਰੋਲ ਹੈ, ਜਾਂ ਮੈਂ ਇਨਚਾਰਜ ਹਾਂ ਬੜਾ, ਯੂ ਨੋ, ਮੈਂ ਕਰਨ ਕਰਾਉਣ ਵਾਲਾ ਹਾਂ, ਨਾਮ ਨਹੀਂ ਹੈ ਕਰਨ ਕਰਾਉਣ ਵਾਲਾ। ਤੇ ਉਹਦੇ ਨਾਲ ਕਿਹੜੀ ਬਿਰਤੀ ਪੈਦਾ ਹੁੰਦੀ ਹੈ, ਉਹਦੇ ਨਾਲ ਫਿਰ ਤੁਸੀਂ ਓਨਰਸ਼ਿਪ ਲੈ ਲੈਂਦੇ ਹੋ ਹਰ ਚੀਜ਼ ਦੀ, ਚੰਗੀ ਵੀ ਲੈ ਲੈਂਦੇ ਹੋ, ਮੰਦੀ ਦੀ ਵੀ ਲੈ ਲੈਂਦੇ ਹੋ। ਜਦੋਂ ਮੰਦੀ ਦੀ ਓਨਰਸ਼ਿਪ ਲੈਂਦੇ ਹੋ, ਜਦੋਂ ਫਿਰ ਉਸ ਮੰਦੀ ਦੀ ਓਨਰਸ਼ਿਪ ਵਿੱਚ ਆਪਣੇ ਆਪ ਨੂੰ ਫਿਰ ਬੜੀ ਤਕਲੀਫ ਹੁੰਦੀ ਹੈ, ਕਿਉਂਕਿ ਮੰਦੇ ਕੰਮ ਤੁਸੀਂ ਕੀਤੇ ਹਨ, ਤੁਹਾਨੂੰ ਹੁਣ ਸਜ਼ਾ ਮਿਲ ਰਹੀ ਹੈ। ਤੇ ਜੇ ਕੋਈ ਚੰਗਾ ਬੰਦਾ ਹੋਵੇ ਜਿਹਦੇ ਕੋਲ ਕੋਈ ਅਚਾਨਕ ਕੋਈ ਮੰਦਾ ਕੰਮ ਹੋ ਜਾਵੇ ਇਸ ਤਰ੍ਹਾਂ, ਤਾਂ ਉਹ ਡਿਫਰੈਂਟ ਤਰੀਕੇ ਨਾਲ ਲੈਂਦਾ ਹੈ ਵੀਰ ਜੀ। ਉਹ ਇਸ ਤਰ੍ਹਾਂ ਕਹੇਗਾ, ਉਹ ਕਹੇਗਾ ਦੇਖੋ ਜੀ ਇਹ ਮੇਰੇ ਨਾਲ ਹੋ ਗਿਆ, ਮੇਰੇ ਕਰਮਾਂ ਦਾ ਫਲ ਹੈ, ਇਹ ਪ੍ਰਮਾਤਮਾ ਮੇਰੇ ਕੋਲ ਕੋਈ ਗਲਤੀ ਹੋਈ ਹੈ ਜੋ ਮੇਰੇ ਨਾਲ ਇੰਜ ਹੋਇਆ ਹੈ, ਮੈਂ ਉਸ ਗੱਲ ਦੀ ਮਾਫੀ ਮੰਗਦਾ ਤੇ ਅੱਗੋਂ ਨਹੀਂ ਕਰਾਂਗਾ। ਕੋਈ ਮੇਰੇ ਕੋਲ ਜ਼ਰੂਰ ਕੁਝ ਭੁੱਲ ਹੋਈ ਹੈ, ਪ੍ਰਮਾਤਮਾ ਮੈਂ ਕਰਨ ਕਰਾਉਣ ਵਾਲੇ ਤੁਸੀਂ ਆਪ ਹੋ, ਇਹ ਮੰਦੇ ਕੰਮ ਜੋ ਮੇਰੇ ਕੋਲ ਹੋਏ ਹਨ ਜਿਹੜੇ, ਇਹ ਮੇਰੇ ਮੰਦੇ ਕਰਮਾਂ ਦੀ ਤੁਸੀਂ ਮੈਨੂੰ ਦਿੱਤੀ ਹੈ ਸਜ਼ਾ ਇਸ ਦੀ, ਤੇ ਤੁਸੀਂ ਹੁਣ ਮੈਨੂੰ ਬਖਸ਼ ਲਵੋ। ਡਿਫਰੈਂਸ ਵੇ ਹੈ ਜੀ ਇੱਥੇ, ਜਿਹੜਾ ਉੱਚ ਕੋਟੀ ਦਾ ਜਿਗਿਆਸੂ ਹੈ ਉਹ ਪਰਮਾਤਮਾ ਨੂੰ ਇਸ ਤਰ੍ਹਾਂ ਸਰੈਂਡਰ ਕਰਦਾ ਹੈ, ਇਸ ਤਰ੍ਹਾਂ ਸਰੈਂਡਰ ਕਰਦਾ ਹੈ ਕਿ ਪਹਿਲੀ ਗੱਲ ਤੇ ਉਹਦੇ ਕੋਲ ਮੰਦੇ ਕੰਮ ਹੁੰਦੇ ਨਹੀਂ ਹੈ, ਹਾਂਜੀ, ਉਹਦੇ ਕੋਲ ਬਿਰਤੀ ਉਹਦੀ ਉਸ ਤਰ੍ਹਾਂ ਦੀ ਹੈ ਨਹੀਂ ਹੈ। ਇਸੇ ਵਾਸਤੇ ਨੋਟਿਸ ਕਰੋਗੇ ਕਿ they waited 4 padas to talk about that, they didn't talk about it first। ਪਹਿਲੇ 4 ਪਦਿਆਂ ਵਿੱਚ ਇਹਦੀ ਡਿਸਕ੍ਰਿਪਸ਼ਨ ਨਹੀਂ ਆਈ ਇਸ ਗੱਲ ਦੀ, ਹਾਂਜੀ, ਹੁਣ ਆਈ ਹੈ ਡਿਸਕ੍ਰਿਪਸ਼ਨ ਇਸ ਦੀ। ਔਰ ਇਹਦਾ ਇਹ ਰੀਜ਼ਨ ਹੈ ਇਹਦਾ ਕਿ ਜਿਹੜੇ ਮੰਦੇ ਕੰਮ ਜਿਹੜਾ ਬੰਦਾ ਕਰਦਾ ਹੈ, ਅਗਰ ਚੰਗਾ ਬੰਦਾ ਮੰਦੇ ਕੰਮ ਕਦੀ ਕਦਾਈ ਹੋ ਵੀ ਜਾਣ ਤੇ ਉਹ ਗੁਰੂ ਨਾਲ ਸੱਚ ਬੋਲ ਕੇ ਮੰਦੇ ਕੰਮ ਨੂੰ ਮਿਟਾ ਕੇ ਅੱਛੇ ਪਾਸੇ ਦੌੜਦਾ ਹੈ ਤੇ ਪ੍ਰਮਾਤਮਾ ਦੀ ਰਜ਼ਾ ਦੀ ਰਹਿਣ ਦੇ ਵਿੱਚ ਕੋਸ਼ਿਸ਼ ਕਰਦਾ ਹੈ ਉਹ। ਤੇ ਉਹ ਨਾਲ ਬਾਰ-ਬਾਰ ਆਪਣੇ ਮਨ ਨੂੰ ਸਮਝਾਉਂਦਾ ਹੈ ਕਿ ਜੋ ਮੈਂ ਕਰਦਾ ਪਿਆ ਇਹਦਾ ਫਲ ਮੈਨੂੰ ਮਿਲਦੇ ਹਨ, ਇਹ ਪ੍ਰਮਾਤਮਾ ਮੈਨੂੰ ਇਸ ਚੀਜ਼ ਤੋਂ ਬਚਾ ਲਵੋ। ਫਿਰ ਜਦੋਂ ਚੰਗੇ ਕੰਮ ਕਰਦਾ ਹੈ ਉਹ, ਤੇ ਪ੍ਰਮਾਤਮਾ ਨੂੰ ਉਹਦਾ ਸਾਰਾ ਕ੍ਰੈਡਿਟ ਉਸ ਪ੍ਰਮਾਤਮਾ ਨੂੰ ਦਿੰਦਾ ਹੈ ਉਹ, ਕਿਉਂਕਿ ਨਿਮਰਤਾ ਦਾ ਗੁਣ ਹੈ ਬੜਾ ਵੱਡਾ ਜਿਹੜਾ ਗੁਰਮਤ ਦਾ ਅੰਦਰਲਾ। ਉਸ ਨਿਮਰਤਾ ਵਿੱਚ ਆ ਕੇ ਜੇ ਤੁਸੀਂ ਅੱਛੇ ਕੰਮ ਦਾ ਵੀ ਕ੍ਰੈਡਿਟ ਆਪੇ ਲੈ ਲਓਗੇ ਤੇ ਪ੍ਰਮਾਤਮਾ ਦਾ ਕੋਈ ਰੋਲ ਹੀ ਨਹੀਂ ਰਹੇਗਾ। ਕੀਰਤਨ ਮੈਂ ਸਿੱਖਿਆ ਹੈ ਜੀ, ਕਿਸ ਤਰ੍ਹਾਂ ਸਿੱਖਿਆ ਹੈ? ਹਾਂਜੀ, ਉਹ ਸਿੱਖਿਆ ਜੀ, ਕਲਾਸ ਚਲਾਈ ਸੀ, ਉੱਥੋਂ ਸਿੱਖ ਲਿੱਤਾ। ਮੇਰਾ ਸਾਹ ਠੀਕ ਲੱਗਦਾ ਹੈ, ਮੇਰਾ ਰੇ ਠੀਕ ਲੱਗਦੀ ਹੈ, ਮੇਰਾ ਗਾ ਠੀਕ ਲੱਗਦਾ ਹੈ, ਮੈਂ ਪਾਣੀ ਪਾਠ ਕਰ ਲੈਂਦਾ ਹਾਂ, ਮੈਂ ਸਮਝ ਜਾਂਦਾ ਹਾਂ ਸ਼ਲੋਕ ਸੰਸਕ੍ਰਿਤੀ ਨੂੰ। ਫਿਰ ਉਹ ਕਿੱਥੇ ਗਿਆ? ਫਿਰ ਦੇਣ ਵਾਲਾ ਉਹ ਹੈ, ਤੁਸੀਂ ਨਹੀਂ ਹੋ ਦੇਣ ਵਾਲੇ। ਹਾਂ, ਮੰਦੇ ਕੰਮ ਕਈ ਵਾਰੀ ਹੋ ਜਾਂਦੇ ਹਨ ਸਾਡੇ ਕੋਲੋਂ, ਸਾਡੀਆਂ ਗਲਤੀਆਂ ਦੇ ਵਜ੍ਹਾ ਨਾਲ ਹੁੰਦੇ ਹਨ। ਉਹ ਨਹੀਂ ਕਰਵਾਉਂਦਾ ਮੰਦੇ ਕੰਮ, ਉਹ ਕਰਮਾਂ ਨੂੰ ਦੇਖ ਕੇ ਕਰਵਾਉਂਦਾ ਹੈ। ਜੇ ਕਰਮ ਤੁਹਾਡੇ ਮਾੜੇ ਹਨ ਤੁਹਾਡੇ, ਫਿਰ ਕਰਮ ਕਰਨ ਦੇ ਵਿੱਚ ਹੀ ਤੁਹਾਡੀ ਥੋੜੀ ਬਹੁਤ ਫ੍ਰੀडम ਹੈ ਤੁਹਾਡੇ ਕੋਲ। ਹਾਂਜੀ, ਮੈਂ ਲਾਸਟ ਟਾਈਮ ਵੀ ਇੱਕ ਵਾਰੀ ਸਮਝਾਇਆ ਸੀ, ਉਸ ਘਰ ਦੀ ਡਿਸਕ੍ਰਿਪਸ਼ਨ ਦਿੱਤੀ ਸੀ ਜਿੱਥੇ ਬੱਚਾ ਛੋਟੇ ਘਰ 'ਚ ਬੈਠਦਾ ਹੈ। ਥੋੜੀ ਬਹੁਤ ਫ੍ਰੀडम ਤੁਹਾਨੂੰ ਦਿੱਤੀ ਗਈ ਹੈ। ਇਸ ਟੌਪਿਕ ਦੀ ਡਿਸਕਸ਼ਨ ਬਹੁਤ ਜਗ੍ਹਾ ਬਾਣੀ ਵਿੱਚ ਆਈ ਹੈ। ਅਗਰ ਕਿਸੇ ਨੇ ਹੋਰ ਜ਼ਿਆਦਾ ਪੜ੍ਹਨਾ ਹੋਵੇ ਤਾਂ ਸੇਮ ਬੁੱਕ ਮੈਂ ਰეკਮੈਂਡ ਕਰਾਂਗਾ, 2 ਬੁੱਕਸ ਮੈਂ ਰეკਮੈਂਡ ਕਰਾਂਗਾ ਤੁਹਾਨੂੰ, ਕਿਉਂਕਿ ਬਹੁਤ ਬ੍ਰੌਡ ਟੌਪਿਕ ਹੈ ਵਾਲਾ, lot has been written on it। ਇੱਕ ਤੇ ਹੈ ਸੰਥਿਆ, ਭਾਈ ਸਾਹਿਬ ਭਾਈ ਵੀਰ ਸਿੰਘ ਇਹਨਾਂ ਦੀ ਲਿਖੀ ਹੋਈ ਬੁੱਕ ਹੈ, ਵੋਲਿਊਮ 1, ਜਿੱਥੇ ਜਪਜੀ ਸਾਹਿਬ ਦੀ ਡਿਸਕਸ਼ਨ ਆਈ ਹੈ। ਉਹਨਾਂ ਦੀ ਜਿਹੜੀਆਂ ਪਹਿਲੇ 20 ਪੇजेस ਆਫ ਡਿਸਕਸ਼ਨ ਜਿਹੜੀ ਹੁਕਮ ਤੇ ਡਿਸਕਸ਼ਨ ਆਈ ਹੈ, ਉਹ ਤੁਸੀਂ ਪੜ੍ਹੋ, ਤੁਹਾਡੇ ਮਨ ਨੂੰ ਬੜੀ ਕਲੈਰਿਟੀ ਮਿਲੇਗੀ ਇਸ ਥਾਟ ਪ੍ਰੋਸੈਸ ਨੂੰ। ਔਰ ਦੂਸਰੀ ਜਿਹੜੀ ਡਿਸਕਸ਼ਨ ਜਿਹੜੀ ਆਈ ਹੈ, ਭਾਈ ਜੋਤ ਸਿੰਘ ਇਹਨਾਂ ਦੀ ਬੁੱਕ ਹੈ
ਜਿਹੜੀ ਜਪਜੀ ਸਾਹਿਬ ਦਾ ਜਿਹੜਾ ਟੀਕਾ ਹੈ ਭਾਈ ਜੋਤ ਸਿੰਘ ਦਾ ਭਾਵ ਪ੍ਰਕਾਸ਼ਨੀ ਟੀਕਾ, ਉਹਦੇ ਵਿੱਚ ਉਹਨਾਂ ਨੇ ਮਹਾਰਾਜ ਨੇ ਭਾਈ ਸਾਹਿਬ ਨੇ ਬਹੁਤ ਖੂਬਸੂਰਤੀ ਨਾਲ ਸਮਝਾਇਆ ਇਸ ਨੂੰ। ਤੀਸਰੀ ਬੁੱਕ ਮੈਂ ਰეკਮੈਂਡ ਕਰਾਂਗਾ ਭਾਈ ਜੋਤ ਸਿੰਘਰਾਂ ਦੀ ਗੁਰਮਤ ਨਿਰਣੇ, ਜਿਨ੍ਹਾਂ ਵਿੱਚੋਂ ਬੜੇ ਲੇਖ ਲਿਖੇ ਹਨ ਉਹਨਾਂ ਨੇ, ਬੜੇ ਐਸੇਜ਼ ਐਂਡ ਸ਼ਾਰਟ ਟੌਪਿਕਸ ਹਨ। ਉਹਦੇ ਵਿੱਚ ਪ੍ਰਮਾਤਮਾ ਦੀ ਇਹ ਜਿਹੜੀ ਗੱਲ ਵੀਰ ਜੀ ਨੇ ਪੁੱਛੀ ਹੈ, ਇਸ ਗੱਲ ਨੂੰ ਉਹਨਾਂ ਨੇ ਖੋਲ ਕੇ ਸਮਝਾਇਆ ਇਸ ਗੱਲ ਨੂੰ ਬੜਾ। ਤੇ ਬਾਕੀ ਵੀਰ ਜੀ ਹੈ ਕਿ ਜਿਤਨਾ ਸੋਚੋਗੇ ਉਤਨਾ ਕੰਫਿਊਜ਼ ਹੋਵੋਗੇ। ਹਾਂਜੀ, ਅਨਫੋਰਚੂਨਟਲੀ ਗੁਰਮਤ ਦਾ ਗੁਰਮਤ ਦੀ ਇਹ ਹੁਣ ਕਹਿਣਾ ਮੁਸ਼ਕਿਲ ਹੈ। ਇਹ ਵੀ ਇੱਕ ਉੱਚ ਕੋਟੀ ਤੇ ਜਿਗਿਆਸੂ ਵਾਸਤੇ ਹੈ ਕਿ ਆਪਣੀ ਸੋਚ ਨੂੰ ਪਿੱਛੇ ਰੱਖ ਕੇ ਗੁਰੂ ਦੀ ਸੋਚ ਨੂੰ ਅੱਗੇ ਲੈ ਕੇ ਜਾਣੀ। ਹਾਂਜੀ, ਜੇ ਗੁਰੂ ਨੇ ਕਿਹਾ ਹੈ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤੇ ਫਿਰ ਸੱਚੀ ਗੱਲ ਹੋਣੀ ਹੈ, ਝੂਠ ਨਹੀਂ ਹੋ ਸਕਦੀ। ਹਾਂਜੀ, ਉਸਨੂੰ ਤਰਕ ਦੇ ਨਾਲ ਨਹੀਂ ਦੇਖਣਾ, ਉਸਨੂੰ ਇਹ ਨਹੀਂ ਸੋਚਣਾ ਕਿ ਯਾਰ ਮੇਬੀ ਚੰਗੇ ਨਹੀਂ ਹਨ ਤੇ ਮੰਗਦੇ ਕਿਉਂ ਹੋਣਗੇ ਜੀ, ਜੇ ਉਹਨੇ ਲਿਖੇ ਹਨ ਤੇ ਫਿਰ ਠੀਕ ਹੀ ਹੋਣੇ ਹਨ। ਜਦ ਤੱਕ ਇਹ ਭਾਵਨਾ ਅੰਦਰ ਨਹੀਂ ਆਉਂਦੀ ਤਦ ਤੱਕ ਅਨਫੋਰਚੂਨਟਲੀ ਪ੍ਰਮਾਤਮਾ ਨੂੰ ਲੱਗਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਰਿਮੈਂਬਰ ਤੁਹਾਡਾ ਮਾਈਂਡ ਨਹੀਂ ਕੰਪਰੀਹੈਂਡ ਕਰ ਸਕਦਾ ਇਹਨਾਂ ਚੀਜ਼ਾਂ ਨੂੰ। ਇਹ ਗੱਲਾਂ ਤੇ ਫਿਰ ਵੀ ਆਸਾਨ ਹਨ। ਸੁਖਮਨੀ ਦੀ 21st ਅਸ਼ਟਪਦੀ ਜਦੋਂ ਪੜੋਗੇ ਤਾਂ ਉਹ ਅਸ਼ਟਪਦੀਆਂ ਜਿਹੜੀਆਂ ਬਹੁਤ ਅਪੈਰੈਂਟ ਨਹੀਂ ਹਨ ਜਿਨ੍ਹਾਂ ਦੇ ਮਤਲਬ, ਉਹ ਤੇ ਫਿਰ ਪਰਮਾਤਮਾ ਦੀ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਹ ਹੀ ਸਮਝ ਸਕਦਾ ਸਾਰੇ। ਸੌਰੀ ਇਟ ਟੁਕ ਸੋ ਲੌਂਗ ਦੋ, ਪਰ ਕਹਿਣ ਦੀ ਮੇਰੀ ਗੱਲ ਇਹ ਹੈ, ਚੰਗਾ ਕੰਮ ਕਰਦੇ ਹੋ, ਮਿਹਰ ਹੈ ਉਸਦੀ, ਚੰਗਾ ਕੰਮ ਕਰਦੇ ਪਏ ਹੋ। ਐਕਚੁਅਲੀ ਹੈ ਤੁਹਾਡਾ ਕੁਛ ਵੀ ਨਹੀਂ ਇੱਥੇ। ਐਂਡ ਸਿਮੀ ਜੀ I'll get back to you in 1 second। ਹੈ ਤੁਹਾਡਾ ਕੁਛ ਵੀ ਨਹੀਂ ਇੱਥੇ। ਜੋ ਕਮਾਇਆ, ਕੁਛ ਕੀਤਾ, ਜੋ ਕੁਛ ਕਰ ਰਹੇ ਹੋ, ਸਭ ਉਹਦਾ ਦਿੱਤਾ ਹੋਇਆ ਹੈ ਸਾਰਾ। ਲੈਣਾ ਚਾਹੇ ਫਟੋਫਟ ਲੈ ਲਵੇ। ਦੇਖੋ ਕਰੋਨਾ ਚੱਲਿਆ ਹੈ, ਹੁਣ ਵੱਡੇ ਤੋਂ ਵੱਡੀਆਂ ਪਾਵਰਫੁਲ ਤੋਂ ਪਾਵਰਫੁਲ ਕੰਟਰੀਆਂ ਕਿਤਨੀਆਂ ਬੇਬਸ ਹਨ, ਤੇ ਜੇ ਹੋਰ ਫੈਲ ਗਿਆ ਤੇ anything can happen, the whole entire population can get wiped out, that anything can happen। Why it's happening, I don't know why it's happening। well, he wants it that way। maybe enough is enough। maybe ਕੁਝ ਹੋ ਗਿਆ ਗੜਬੜ ਉੱਤੇ, ਕੰਮ ਕੋਈ ਸੰਤੁਲਨ ਵਿਗੜ ਗਿਆ ਕੋਈ ਉੱਤੇ। ਕਈ ਚੀਜ਼ਾਂ ਹੋਰ ਲਾਈਫ ਵਿੱਚ ਜੋ ਹੋ ਜਾਂਦੀਆਂ ਜਿਹਦਾ ਕੋਈ ਆਨਸਰ ਨਹੀਂ ਹੁੰਦਾ, ਕਿਉਂਕਿ ਤੁਹਾਡੇ ਕੋਲ ਹਰ ਚੀਜ਼ ਦਾ ਆਨਸਰ ਨਹੀਂ ਹੈ। ਇੱਥੇ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਥਾਟ ਪ੍ਰੋਸੈਸ ਨੂੰ ਗੁਰੂ ਦੀ ਥਾਟ ਪ੍ਰੋਸੈਸ ਵਿੱਚ ਮਿਲਾਉਣ ਦਾ। ਜਿਹੜਾ ਮਿਲਾਏਗਾ ਉਹ ਸ਼ਰਨਾਗਤ ਆਏਗਾ, ਜਿਹੜੀ ਸ਼ਰਨ ਪਏਗਾ ਉਹਨੂੰ ਹਰ ਗੱਲ ਦੀ ਸਮਝ ਆਣੀ ਸ਼ੁਰੂ ਹੋ ਜਾਏਗੀ। ਹਾਂਜੀ ਸਿਮੀ ਜੀ। Vijay, what is the difference between Vanchakna and Daan? ਦਾਨ ਹੈ ਬਗੈਰ ਕਿਸੇ ਭਾਵਨਾ ਤੋਂ। ਗੁਰਦੁਆਰੇ ਗਏ, ਤੁਸੀਂ ਬੜੇ ਅਮੀਰ ਹੋ, ਪੈਸੇ ਦੀ ਲੋੜ ਪੈ ਗਈ ਜੀ, ਤੁਸੀਂ $10,000 ਚੈੱਕ ਕੱਟ ਕੇ ਦੇ ਦਿੱਤਾ ਤੁਸੀਂ। ਹਾਂਜੀ, ਉਹਦੇ ਵਿੱਚ ਤੁਹਾਡੀ ਕੋਈ ਅੰਦਰਲੀ ਕੋਈ ਸਪਿਰਿਚੁਅਲ ਕੋਈ ਰੀਜ਼ਨਿੰਗ ਨਹੀਂ ਸੀ। ਯੂ ਜਸਟ ਫੈਲਟ ਗੁੱਡ ਅਬਾਊਟ ਡੂਇੰਗ ਇਟ, ਜਾਂ ਯੂ ਫੈਲਟ ਗੁੱਡ ਕਿ ਇਹ ਦੇਣੇ ਚਾਹੀਦੇ ਨੇ ਪੈਸੇ, ਮੇਰੇ ਕਮਾਏ ਹੋਏ ਹਨ, ਮੇਰੇ ਕੋਲ ਹਨ ਪੈਸੇ, ਮੈਂ ਦੇ ਰਿਹਾ ਪੈਸੇ। ਇਟਸ ਫॉर ਅ ਗੁੱਡ ਕਾਜ਼। ਕਈ ਬੰਦੇ ਦਿੰਦੇ ਹਨ ਤਾਂ ਕਿਉਂਕਿ ਜੇ ਦਿਆਂਗਾ ਤੇ ਵਾਵਾ ਵੀ ਹੋਏਗੀ ਥੋੜੀ, ਸਾਰੇ ਕਹਿਣਗੇ ਦਿੱਤੇ ਹਨ। ਸੇਵਾ ਕਰਨ ਵਾਲਾ ਸਿਮੀ ਦੀਦੀ ਉਂਝ ਨਹੀਂ ਸੋਚਦਾ। ਸੇਵਾ ਕਰਨ ਵਾਲਾ ਜਿਹਨੂੰ ਰੋਟੀ ਖਿਲਾ ਰਿਹਾ ਉਹਦੇ ਵਿੱਚ ਪ੍ਰਮਾਤਮਾ ਨੂੰ ਦੇਖਦਾ ਹੈ, ਉਹਦੇ ਅੰਦਰ ਉਹ ਸਪਿਰਿਚੁਅਲ ਲੈਵਲ ਅਲੱਗ ਹੈ ਸੇਵਾ ਕਰਨ ਵਾਲੇ ਦਾ। ਹਾਂਜੀ, ਉਹਦਾ ਦੇਖਣ ਦਾ ਨਜ਼ਰੀਆ ਹੀ ਡਿਫਰੈਂਟ ਹੈ। ਉਹਦਾ ਸੋਚਣ ਦਾ ਦੇਖਣ ਦਾ ਨਜ਼ਰੀਆ ਜਿਹੜਾ ਹੈ ਬਹੁਤ ਡਿਫਰੈਂਟ ਹੈ ਉਹਦਾ। ਉਹ ਜਦੋਂ ਲੰਗਰ ਤਿਆਰ ਕਰਕੇ ਛਕਾਉਂਦਾ ਹੈ, ਕਿਸੇ ਨੂੰ ਭੁੱਖੇ ਨੂੰ ਰੋਟੀ ਖਵਾਉਂਦਾ ਹੈ, ਤੇ ਉਹਦੇ ਵਿੱਚ ਉਹ ਰਾਮ ਦਾ ਰੂਪ ਦੇਖਦਾ, ਉਹਦੇ ਅੰਦਰ ਪ੍ਰਮਾਤਮਾ ਦਾ ਰੂਪ ਦੇਖਦਾ। ਤੇ ਉਹ ਇਹ ਵੀ ਸਮਝਦਾ ਹੈ ਸਿਮੀ ਜੀ ਕਿ ਜਿਹੜੇ ਆਸ-ਪਾਸ ਜਿਹੜੇ ਲੋਕ ਹਨ ਇਹ ਪ੍ਰਮਾਤਮਾ ਦੇ ਆਪਣੇ ਰੂਪ ਨੇ ਸਾਰੇ। ਇਹਨਾਂ ਦੀ ਮਦਦ ਕਰਨੀ ਸਮਝ ਲਓ ਪ੍ਰਮਾਤਮਾ ਦੀ ਮਦਦ ਕਰਨੀ ਹੈ। ਇਹਨਾਂ ਦੀ ਮਦਦ ਕਰਨੀ ਸਮਝ ਲਓ ਉਸਨੂੰ ਆਰਾਧਨਾ ਹੈ। ਇਸੇ ਵਾਸਤੇ ਸੇਵਾ ਨੂੰ ਬਹੁਤ ਉੱਚਾ ਸਥਾਨ ਪ੍ਰਾਪਤ ਹੈ। ਔਰ ਸੇਵਾ ਸਿਮੀ ਜੀ ਸਾਡੇ ਗੁਰਮਤ ਵਿੱਚ ਸੇਵਾ, ਗੁਰੂ ਨਾਨਕ ਦੇ ਘਰ ਵਿੱਚ ਸੇਵਾ ਪ੍ਰਮਾਤਮਾ ਦੀ ਭਜਨ ਬੰਦਗੀ ਹੈ। ਪ੍ਰਮਾਤਮਾ ਦਾ ਭਜਨ ਹੈ, ਵਰਸ਼ਿਪ ਹੈ ਸੇਵਾ, ਕਮਿਊਨਿਟੀ ਸਰਵਿਸ ਨਹੀਂ ਹੈ। ਕਮਿਊਨਿਟੀ ਸਰਵਿਸ ਉੱਥੇ ਹੈ ਜਦੋਂ ਤੁਸੀਂ ਕਮਿਊਨਿਟੀ ਸਰਵਿਸ ਕਰਨ ਵਾਲਾ ਬੰਦਾ ਜਿਹੜਾ ਹੈ ਉਹ ਨਾ ਵੀ ਸਪਿਰਿਚੁਅਲ ਹੋਵੇ ਤਾਂ ਵੀ ਕਮਿਊਨਿਟੀ ਸਰਵਿਸ ਹੈ। ਇੱਥੇ ਨਾਨ ਸਪਿਰਿਚੁਅਲ ਬੰਦਾ ਜਦੋਂ ਸੇਵਾ ਕਰਦਾ ਹੈ ਤੇ ਉਹ ਮਾਣ ਪ੍ਰਾਪਤ ਨਹੀਂ ਕਰ ਸਕਦਾ। ਕਰਦਾ ਕੰਮ ਉਹ ਵੀ ਠੀਕ ਹੈ ਲੇਕਿਨ ਕਿਸੇ ਹੋਰ ਰੀਜ਼ਨ ਪਿੱਛੇ ਕਰ ਰਿਹਾ ਹੈ। ਸੇਵਾ ਕਰਨ ਵਾਲਾ ਬੰਦਾ ਹਮੇਸ਼ਾ ਪ੍ਰਮਾਤਮਾ ਦਾ ਹਰ ਰੂਪ ਉਹਨੂੰ ਹਰ ਵਿੱਚ ਉਹ ਨਜ਼ਰ ਆਉਂਦਾ ਹੈ। ਚਾਹੇ ਉਹ ਜਾ ਕੇ ਬਾਹਰ ਫੁੱਲਾਂ ਨੂੰ ਦੇਖਦਾ ਹੈ, ਚਾਹੇ ਘਾਹ ਨੂੰ ਦੇਖਦਾ ਹੈ, ਚਾਹੇ ਪਹਾੜਾਂ ਨੂੰ ਦੇਖਦਾ ਹੈ, ਚਾਹੇ ਸੂਰਜ ਨੂੰ ਦੇਖਦਾ ਹੈ। ਸੂਰਜ ਵਿੱਚੋਂ ਵੀ ਉਸ ਪ੍ਰਮਾਤਮਾ ਦੇ ਦਰਸ਼ਨ ਕਰਦਾ ਹੈ, ਘਾਹ ਵਿੱਚੋਂ ਵੀ ਕਰਦਾ ਹੈ। ਇਸ ਵਾਸਤੇ ਸੇਵਾ ਦਾ ਸਥਾਨ ਬਹੁਤ ਉੱਚਾ ਮੰਨਿਆ ਗਿਆ ਹੈ ਗੁਰਮਤ ਵਿੱਚ। ਉਤਨਾ ਉੱਚਾ ਸਥਾਨ ਦਾਨ ਨੂੰ ਦਿੱਤਾ ਨਹੀਂ ਗਿਆ, ਬਿਕੋਜ਼ ਦਾਨ ਦੇਣ ਵਾਲਾ ਅਨਫੋਰਚੂਨੇਟਲੀ ਬੜੀ ਵਾਰੀ ਗਲਤਫਹਿਮੀ ਚ ਪਾ ਕੇ ਇਹ ਸੋਚ ਲੈਂਦਾ ਕਿ ਦਾਨ ਮੇਰਾ ਕਮਾਏ ਹੋਏ ਪੈਸੇ ਹਨ।
ਪੈਸੇ ਤੁਹਾਡੇ ਕਮਾਏ ਹੋਏ ਨਹੀਂ ਹਨ, ਦਾਨ ਦੇਣ ਵਾਲਾ ਉਹ ਹੈ। ਸੋ ਇਹ ਜਿਹੜੇ ਨਵੇਂ ਹਨ, ਜਿਹੜੇ ਕਲਾਸ ਬੜੇ ਜੁਆਇਨ ਕੀਤੇ ਹਨ, ਜਿਨ੍ਹਾਂ ਨੇ concept ਜਿਹੜੇ ਪਹਿਲੇ ਸੁਣੇ ਨਹੀਂ ਹਨ ਗੁਰਮਤ ਦੇ, ਕਿਉਂਕਿ ਆਪਣੀ ਕਲਾਸ ਵਿੱਚ I talk about this basic concept ਸਾਰੇ ਪਹਿਲੇ, ਉਹਨਾਂ ਵਾਸਤੇ ਥੋੜੀਆਂ ਨਵੀਆਂ ਗੱਲਾਂ ਹਨ, ਬਟ ਇਹ accept ਕਰਨੀਆਂ ਕਈ ਵਾਰੀ difficult ਹੋ ਜਾਂਦੀਆਂ, but that's the way it is। ਜੀ I'll wait to have somebody else has any question। जी जो सेवा नाल मोह भी अच्छा नहीं है, right? Can you I didn't understand that, can you expand on that? सेवा अगर ਤੁਸੀਂ सेवा कर रहे हो, उसदे नाल मोह हो जाए, ਉਹ सेवा ਦਾ ਅਹੰਕਾਰ ਹੋ ਜਾਂਦਾ ਫਿਰ। ਨਹੀਂ ਮਤਲਬ ਮੈਨੂੰ ਐਗਜ਼ਾਮਪਲ ਦੇ ਕੇ ਦੱਸੋ, ਮੈਨੂੰ ਹਾਲੇ ਵੀ ਮੋਹ ਦਾ ਤੇ ਸੇਵਾ ਦਾ ਆਪਸ ਕਨੈਕਸ਼ਨ ਨਜ਼ਰ ਨਹੀਂ ਆਇਆ ਕੋਈ। Like if you really love ਡੇਲੀ ਲਾਈਫ ਵਿੱਚ ਕੋਈ ਐਗਜ਼ਾਮਪਲ ਦੇ ਕੇ ਇਸ ਗੱਲ ਨੂੰ ਸਮਝਾਓ। ਨਹੀਂ, like if you go to the gurdwara, ਤੁਸੀਂ सेवा कर रहे हो, but after a while you're doing it because you feel that's your role, you know? So you're doing it as your job, is that what you're saying? Yeah. It becomes a chore then? After a while it becomes your job and you're attached to it. At the same time, Yeah. you're attached to it. Yeah, but attachment, Naveen ji, attachment in Gurbani, attachment towards God is good. Attachment towards seva is good. ਉਹ ਅੱਛੀ attachment ਹੈ। ਮੋਹ ਹਰ ਚੀਜ਼ ਦਾ ਖਰਾਬ ਨਹੀਂ ਹੈ। ਕਿਸੇ ਨੂੰ ਕੀਰਤਨ ਸਿੱਖਣ ਦਾ ਮੋਹ ਬਣ ਜਾਏ ਅਗਰ, ਕਿ ਮੈਂ ਹੁਣ ਅਗਲੇ 5 ਦਿਨਾਂ 'ਚ ਕਲਿਆਣ ਸਿੱਖਣਾ ਹੀ ਸਿੱਖਣਾ ਹੈ, ਉਹ ਚੰਗਾ ਮੋਹ ਹੈ ਬੜਾ। ਜੀ ਸਦਕੇ ਹੈ ਮੋਹ ਵਾਲਾ। ਤੁਹਾਡੇ ਮਨ 'ਚ ਇਹ ਵਿਚਾਰ ਬਣ ਜਾਏ ਕਿ ਅਗਲੇ 5 ਦਿਨਾਂ ਵਿੱਚ ਮੈਂ ਜੈਸਰੀ ਕੀ ਵਾਰ ਦੀ ਪੂਰੀ ਵਾਰ ਦੀ ਕਥਾ ਸੁਣ ਕੇ ਮੈਂ ਸਮਝ ਜਾਵਾਂ, ਸਦਕੇ ਹੈ ਉਹ ਮੋਹ। ਉਹ ਮੋਹ ਮਾੜਾ ਨਹੀਂ। ਪਰਮਾਤਮਾ ਨੂੰ ਜਿਹੜਾ ਮੋਹ ਤੁਹਾਨੂੰ ਪਰਮਾਤਮਾ ਦੇ ਨੇੜੇ ਲੈ ਜਾਣ ਵਾਲਾ ਮੋਹ ਹੈ, ਉਹ ਮੋਹ ਨਹੀਂ ਹੈ, ਉਹ ਜਾਗਣ ਦੀ ਇੱਛਾ ਤੁਹਾਡੇ ਅੰਦਰੋਂ ਪੈਦਾ ਹੋਈ ਹੈ। ਮੋਹ ਦਾ ਮਤਲਬ ਹੁੰਦਾ ਨਰਵੀਨ ਜੀ, attachment towards things that take you away from God. That is what is moh is. So attachment towards your children becomes so high that you in your conscious mind you say ਬੱਚਿਆਂ ਬਾਰੇ ਸੋਚਦੇ ਹੋ, ਉਹ ਮੋਹ ਹੈ। Attachment towards your house or money becomes so strong that everything else takes a second place, ਉਹ ਮੋਹ ਹੈ। ਲੇਕਿਨ ਇਹ ਮੋਹ ਜਾਗ ਪਏ ਕਿਸੇ ਵਿੱਚ ਕਿ ਮੈਂ ਕੱਲ ਸਵੇਰੇ ਉੱਠ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਸੰਥਿਆ ਪੜ੍ਹਨੀ ਸ਼ੁਰੂ ਕਰਨੀ ਹੈ, ਮੈਂ ਕਹਿੰਦਾ ਧੰਨ ਹਨ ਇਹੋ ਜਿਹਾ ਮੋਹ ਸਾਰਿਆਂ ਵਿੱਚ ਜਾਗੇ। ਉਹ ਮੋਹ ਨਹੀਂ ਹੈ, ਉਹ ਇੱਕ ਉੱਚ ਕੋਟੀ ਦੇ ਜਿਗਿਆਸੂ ਦੀ ਅਵਸਥਾ ਹੈ। ਸੋ ਸੇਵਾ ਕਰਨ ਦਾ ਅਗਰ ਤੁਹਾਡੇ ਵਿੱਚ ਚੋਰ ਨਹੀਂ ਹੈ, ਅਗਰ ਯੂ ਆਰ ਡੂਇੰਗ ਅ ਜੌਬ, ਤੁਸੀਂ ਜਾਂਦੇ ਹੋ, ਤੁਸੀਂ ਕਰਦੇ ਹੋ, ਘਰ ਵਾਪਸ ਆ, ਚੰਗੀ ਗੱਲ ਹੈ ਕਰਦੇ ਪਏ ਹੋ, ਲੇਕਿਨ ਸੇਵਾ ਕਰਨ ਤੋਂ ਬਾਅਦ ਤੁਹਾਡਾ ਮਨ ਦੀ ਅਵਸਥਾ ਪ੍ਰਮਾਤਮਾ ਦੀ ਤਰਫ ਕੋਈ ਝੁਕਾਅ ਵਧਿਆ ਜਾਂ ਘਟਿਆ ਨਹੀਂ ਹੈ, ਤੇ ਉਹ ਸੇਵਾ ਉਤਨੀ ਫਲਦਾਇਕ ਨਹੀਂ ਹੈ ਜਿਤਨੀ ਸੇਵਾ ਉਹ ਸੇਵਾ ਹੈ ਜਿਹੜੀ ਸੇਵਾ ਕਰਕੇ ਹਰ ਇੱਕ ਵਿੱਚੋਂ ਪ੍ਰਮਾਤਮਾ ਦੇਖਣ ਦੀ ਜਿਹੜੀ ਐਬਿਲਿਟੀ ਹੈ, ਜਾਂ ਉਹ ਸੇਵਾ ਕਰਨ ਤੋਂ ਬਾਅਦ ਪ੍ਰਮਾਤਮਾ ਦੇ ਬੰਦਾ ਨੇੜੇ ਆਂਦਾ ਹੈ, ਉਹ ਸੇਵਾ ਗੁਰਮਤ ਵਿੱਚ ਜ਼ਿਆਦਾ ਪ੍ਰਵਾਨ ਹੋਈ ਹੈ। I hope I made a distinguish between more in a negative and a more in a positive connotation. Thank you, Vijay. No problem. Vijay, I just wanted to say something about the first question. ਜਦੋਂ ਸ਼ੁਰੂਆਤ ਹੈ ਇਸ ਸਪਿਰਿਚੁਅਲਿਟੀ ਦੇ ਰਸਤੇ ਤੇ ਚੱਲਣਾ, ਜਿਗਵਾਸੀ ਦੇ ਰਸਤੇ ਤੇ ਚੱਲਣਾ, ਜਦੋਂ ਸ਼ੁਰੂਆਤ ਹੈ ਉਦੋਂ ਕਰਮ ਹੈ, ਪਰ ਜਦੋਂ ਅੱਗੇ ਵਧ ਰਹੇ ਹੋ, ਹੁਣ ਤੁਸੀਂ 5ਵੇਂ 6ਵੇਂ ਸਟੈਂਜ਼ੇ ਤੇ ਪਹੁੰਚੇ ਹੋ ਤੇ ਕਰਮ ਘਟ ਰਹੇ ਨੇ, ਨਦਰੀ ਵੱਲ ਜਾ ਰਹੇ ਹੋ, ਤੁਹਾਡੇ ਅਖੀਰ ਤੇ ਜਾ ਕੇ ਕਰਮ ਖਤਮ ਹੋ ਜਾਂਦੇ ਨੇ। then it's not you, then it's all the one. So I think that's where the confusion comes, because people, when they start, they cannot grab that concept. As you go forward, that's when ਤੁਹਾਡੇ ਆਪਣੇ ਕਰਮ ਕਰ ਰਹੇ ਤੇ ਜਿਹੜੀ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ, ਏਕ ਨੇ ਹੀ ਦਾਤ ਆਪਸ ਤੇ ਜੋ ਪਾਏ, ਸੋ ਆਪਸ ਖਤਮ ਹੋ ਰਿਹਾ ਹੈ, ਤਾਂ ਹੀ ਉਹ 23ਵੀਂ ਪੌੜੀ ਦੇ ਵਿੱਚ ਜਾ ਕੇ ਕਹਿ ਰਹੇ ਨੇ ਕਿ ਉਸ ਵੇਲੇ ਤੁਹਾਡਾ ਆਪਸ ਖਤਮ ਹੋ ਚੁੱਕਿਆ ਹੈ। So that's where I think the confusion is. That's where the break is. Thank you, Vijay, for clarifying further that concept. और कर्म पहले भी नहीं सन, हुण भी नहीं है, लेकिन realization नहीं होंदी वीर जी until such point that it comes to a later though. ਉੱਚ ਕੋਟੀ ਦਾ ਔਰ ਦੇਖੋ ਤੁਸੀਂ ਹੁਣ ਜਦੋਂ ਨੰਬਰ 8 ਤੇ ਪਹੁੰਚੋਗੇ ਤੇ ਜੈ ਪ੍ਰਸਾਦ ਦਾ ਗੱਲ ਹੀ ਨਹੀਂ ਆਈ ਕਿਧਰੇ। ਨੰਬਰ 8 ਵਿੱਚ ਤੇ ਆਇਨ ਵਰਡ ਆਪ ਜਪਾਏ ਜਪੇ ਸੋ ਨਾਮ, ਆਪ ਗਵਾਏ ਸੋ ਹਰ ਗੁਣ ਗਾਓ, ਉੱਥੇ ਹੈ ਹੀ ਨਹੀਂ ਕੁਝ। ਔਰ ਇੱਥੇ
थैंक यू डॉक्टर बत्रा फॉर पॉइंटिंग दैट आउट। एंड एक गल मैं होर कह दिया इत्थे, उस दिन गल चली सी यू नो कि आन धर्मां बारे भी बोलना चाहिए। इत्थे मैं पॉइंट आउट कर दिया, इत्थे गीता दी फिलासफी विच ते नानक दे घर दी फिलासफी विच जमीन आसमान दा फर्क है, बहुत वड्डा फर्क है। उत्थे है, उत्थे कर्म योगी दी गल आई है गीता विच, तू काम करी चल अपने, तू काम कर चंगे ते फल उहदे ते छोड़ दे, फल मिलणगे तैनू। हाँ जी, प्रेमा भक्ति दी गल नहीं आई उत्थे, ए गल नहीं आई कि तू काम कर्म दे उत्ते, उत्थे गल आई है कर्म दे, इत्थे गल आई है परमात्मा भक्ति दे उत्ते, इत्थे गल आई है नदर दे उत्ते, इत्थे गल आई है सब कुछ वो करण कराने वाला है, तू नहीं है। तू करने हैं काम ठीक है, तू गुरु दे हिसाब दे नाल अपना काम करना है सारा, लेकिन बख्शिश सब तो वड्डी है, नदर सब तो वड्डी है। जरूरी नहीं कि तेरे कर्म का फल ही तेनू मिले, ये जरूरी नहीं है। तेरे कर्मां तो 15 गुना ज्यादा फल भी तेनू मिल सकता है जे उदी नदर होवे ते। ये नदर दा रस्ता है सारा, बख्शिश दा रस्ता है। और जो वीर जी ने हुणे आसा की वार दे विचों जदों जड़ी लाइन कोट कीती है, एक नहीं आस आपस ते जो पाई है, ते ये जड़ी दात जड़ी है, जड़ी नाम वाली दात आप ते मिल नहीं सकती ना, ये कदी किसी नू आप मिली नहीं है। जिसनू वो दवे वो देंदा है, ते देंदा उसनू है जेड़ा वर्दी होवे, जेड़ा उहदे उत्ते खुश हो जाए जेड़ा। हाँ जी, सो ये उच्च कोटि दा जिग्यासु जदों बनदा है इंसान, ते सारे क्वेश्चन खत्म हो जांदे हैं। ते क्वेश्चन काई खत्म होंदे हैं जदों उहदे नाल जदों अलाइनमेंट बेटर हो जांदी है परमात्मा नाल। ते परमात्मा नाल अलाइनमेंट जदों तां शुरू होंदी है जदों गुरु दी गल जिहड़ी लिखी गई है उसनू अनक्वेश्चनेबली जदों एक्सेप्ट कर लवे उस गल। और ये इन्ना ईजी नहीं है एक्सेप्ट करना, क्योंकि असीं शुरू तो सानू क्रिटिकल माइंड दिता होया है, सानू सोचण दी शक्ति दिती गई है। बंदा सोचदा यार ये ठीक है या नहीं ठीक है, या करना या नहीं ठीक है। हां जी, अनफॉर्चुनेटली स्पिरिचुअल रस्ते विच ये गल्लां बहुत वारी काम नहीं आंदियां, तर्क वाला रस्ता नहीं है ये। ते जेड़े तर्क वाले बहुत करदे हन वो बेचारे पहुंच नहीं सकदे उत्थे। इसी वास्ते देखोगे भगतां दे विचों देखोगे बहुते भगत इहो जे भी हैं जेड़े बड़े स्कूल नहीं गए हुए हैं जी। बहुते कोई नहीं कि भगत कबीर कोई बड़े डिविनिटी स्कूल गए हों या ये कोई बड़ी वड्डी एजुकेशन लिती होवे कोई जिन्हां ने। हां जी, तर्क वाले रास्ता नहीं है ना वाला। पर अनफॉर्चुनेटली माइंड साडा उस तरफ चला जाता है, वी डोंट हैव अ चॉइस। पर जदों हौली हौली करके कॉन्शियसनेस दा लेवल जदों वधदा है ते फिर परमात्मा दा रूप हर तरफ देखना शुरू करता है जदों, ते इन्हां गल्लां दी समझ आनी शुरू हो जाती है कि साडे हाथ है कुछ भी नहीं है। हाँ जी, सुमिति तुसी पढ़ दियो अगला फिर पदा। हाँ जी, तुसी म्यूटेड हो जी। मैं कर देनी। नहीं हुण ते म्यूटेड नहीं आ। हाँ हुण नहीं हो, पहले सी। ओके। जे प्रसाद सुने करन नाथ, जे प्रसाद पेखे बिस्मात, जे प्रसाद बोले अमृत रसना, जे प्रसाद सुख सहजे बसना, जे प्रसाद हस्त कर चले, जे प्रसाद संपूर्ण फल है, जे प्रसाद परम गत पावे, जे प्रसाद सुख सहज समावे, ऐसा प्रभ त्याग अवर कत लागो, गुर प्रसाद नानक मन जागो। सो इत्थे हुण ਇਹ ਹੁਣ ਇੱਕ ਹੋਰ ਉੱਚ ਕੋਟੀ ਦੇ ਜਿਗਿਆਸੂ ਹੈ। ਲੈਵਲ ਆਫ ਕੌਨਸ਼ੀਅਸਨੈਸ ਇਜ਼ way more than the 5th stanza ਵਾਲੇ ਜਿਹਨੂੰ ਐਡਰੈਸ ਕਰਦੇ ਪਏ। ਨੰਬਰ 6 ਵਾਲੇ ਦਾ ਲੈਵਲ ਆਫ ਕੌਨਸ਼ੀਅਸਨੈਸ ਇਜ਼ way higher। ਜੇ ਪ੍ਰਸਾਦ ਸੁਨਹਿ ਕਰਨ ਨਾਦ, ਜੇ ਤੇਰੇ ਤੇ ਬਖਸ਼ਿਸ਼ ਹੋ ਕੇ ਤੂੰ ਕੀਰਤਨ ਕਰਨ ਯੋਗ ਜਾਂ ਕੀਰਤਨ ਸੁਣਨ ਯੋਗ ਤੇਰੇ ਕੰਨ ਉਸ ਨਾਦ ਨੂੰ ਇੰਜੋਏ ਕਰਦੇ ਹਨ, ਜੇ ਤੈਨੂੰ ਬਿਲਾਵਲ ਤੇ ਕਲਿਆਣ ਦਾ ਫਰਕ ਸਮਝ ਆਂਦਾ ਹੈ, ਜੇ ਉਸ ਪ੍ਰਮਾਤਮਾ ਦੇ ਨਾਦ ਤੇਰੇ ਕੰਨ ਸੁਣ ਕੇ ਵਿਸਮਾਦ ਦੀ ਅਵਸਥਾ ਵਿੱਚ ਜਾਂਦੇ ਹਨ, ਤੇ ਧਨ ਹੈ ਉਹ, ਧਨ ਹੈ ਉਹ, ਧਨ। ਜੇ ਪ੍ਰਸਾਦ, ਔਰ ਇੱਥੇ ਦੇਖੋਗੇ ਤੁਸੀਂ ਕਿ ਅੱਗੇ ਜਾ ਕੇ ਦੂਸਰੀ ਲਾਈਨ ਵੀ ਨਹੀਂ ਹੈ, ਹਰ ਲਾਈਨ ਵਿੱਚ ਜੇ ਪ੍ਰਸਾਦ ਹੈ। ਵਿਸਮਾਦ ਦੀ ਅਵਸਥਾ ਹੈ, ਇੱਕ ਅਲੱਗ ਅਵਸਥਾ ਵਿੱਚ ਪਹੁੰਚੇ ਹਨ। ਹੁਣ ਪਹਿਲੇ ਕਹਿੰਦੇ ਸਨ ਜੇ ਪ੍ਰਸਾਦ करे पुण्य बो दान, फिर अगली लाइन आंदी सी मन 8 पहर कर तिसका ध्यान, फिर आंदी सी जय प्रसाद वाली, जय प्रसाद तू आचार बिहारी
तिस प्रभ को सास सास चितारी। हुण वो अगली लाइन ही नहीं, हुण सिर्फ जय प्रसाद दी लाइन है। उच्च कोटि दा जिग्यासु है, उच्च कोटि दी अवस्था है, उचला लेवल है। हुण जय प्रसाद सुने करन नाद, जिदी कृपा नाल ऐसी तेरे ते कृपा है कि तैनू ओ कीर्तन करना या सुनना, तैनू तेरे कन सुनदे हन, ओ सुन के उस नाद दी एंजॉयमेंट लैंदे हन, या ओ नाद तेरी स्पिरिचुअल जर्नी विच तैनू हेल्प करता है, ते उस परमात्मा दा शुक्र कर तैनू दित्ते न कन उसने। उस परमात्मा दा शुक्र कर कि तैनू कीर्तन वर्गी दात तेरी झोली च पाई है। सारियां दी झोली विच कीर्तन वर्गी दात पैंदी नहीं है। नाद वाली दात सारियां नू नहीं मिलदी, बड़ी कठिन तपस्या है। हुण जिहड़े सिखदे पे हैं, जिहड़ा ग्रुप जिहड़ा है, उस तो पता लग जाएगा, कठिन तपस्या है, बड़ी ईजी नहीं है तपस्या है वाली। जे तुहानू मिल गई है, तुसी भागां वाले हो, उस परमात्मा दा शुक्र करो। जिहड़े तुहाडे कन नाद सुन सकदे हन, ते नाद नू सुन के तुहाडे मन दे अंदरों आनंद पैदा हुंदा है, जिहड़ा नाद नू सुन के या नाद गा के शुक्र करो उसदा। सारियां नू नहीं हो सकदा, सारे नू दात इहो जी मिलदी नहीं। जे प्रसाद सुने करन नाद, जे प्रसाद पेखे बिस्माद। Let me talk about Vismad for a second, because a lot of people who joined recently because of this online classes, the class have discussed this word many times. परमात्मा दे दो रूप गुरमत विच आए हन, एक निर्गुण रूप ते सरगुण रूप विच। ते निर्गुण रूप परमात्मा जिहड़ा ऐसी मंदे हैं, जिहड़ा दिखाई नहीं देंदा, जिहड़ा साडे अंदर है पर छू नहीं सकदे जिसनू, जिहड़ा दूर भी है ते नेड़े भी है, जिहड़ा इंटैंजिबल रूप विच है, जिहड़ा हमेशा रहा है, जिहड़ा जदों वर्ल्ड क्रिएट नहीं होया सी उस तो पहले भी सी, जो वो निर्गुण रूप विच है। ते निर्गुण रूप दी जिहड़ी आराधना है, निर्गुण रूप दी जिहड़ी वर्शिप है, जिहड़ी वो इंटरनल है, सारी एक्सटर्नल नहीं है। ते इंटरनल जिहड़ी वर्शिप है निर्गुण रूप दी, उदी दवाई सिमरन दित्ती गई कि सिमरन करन दे नाल उस निर्गुण रूप दी परमात्मा दे दर्शन हुंदे हन। बहुत घट हैं जिहड़े उस निर्गुण रूप परमात्मा नू अंदर देखदे हन, बड़े विरले, बहुत घट, क्योंकि औखा रास्ता है यह वाला। और इस वास्ते नोटिस करोगे कि निर्गुण रूप परमात्मा दे दर्शन करने, या निर्गुण रूप परमात्मा दी डेफिनेशन, या निर्गुण रूप विच परमात्मा दी विस्तार नाल किसी चीज नू समझाना गुरबाणी विच बहुते थाई नहीं आया, बहुती जगह तुहानू इसदा मिलेगा नहीं। सुखमनी दी पूरी सुखमनी बाणी विच सिवाय 21st अष्टपदी चों या 23rd दे थोड़े बहुत स्टैंजास विच तुहानू निर्गुण रूप परमात्मा दे दर्शन होणगे। निर्गुण रूप परमात्मा दे दर्शन तुहानू दूसरियां बाणियां विच होंदे हन, मारू दे सोहले विच होणगे, तुहानू दर्शन होणगे। रामकली राग भी गुरु नानक देव दीयां बाणियां लिखियां जिहड़ियां हैन वड्डियां, उन्हां विच दर्शन होणगे तुहानू। हर बाणी विच निर्गुण रूप परमात्मा उस ब्रह्म दी गल नहीं आई, क्योंकि औखी डिस्कशन है, वो वाली बड़ी अंदरली डिस्कशन है। ते निर्गुण रूप परमात्मा दी जदों आराधना करदियां 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 अंदरों इकमिक हो जाए बंदा, ते उस अवस्था नू कहंदे हन सुन्न अवस्था या शून्य दी अवस्था प्राप्त करदा है जी। ताई जदों 21st अष्टपदी विच सुन्न दी गल आई है बड़ी वारी, हां जी। रामकली दी राग भी गुरु नानक देव दी बाणियां लिखियां हुई सुन्न दी गल आई है, हां जी। सो मारू दे सोहलियां विच सुन्न दी गल आई है। ये निर्गुण रूप विच जो हाईएस्ट अवस्था जिहड़ी प्राप्त करता है वो शून्य है या सुन्न है। ते सरगुण रूप परमात्मा है उल्टी तरफ बिल्कुल, जिहड़ा कि इहनू छू सकदे हो, देख सकदे हो, महसूस कर सकदे हो। वो है उहदी सृष्टि, उहदी क्रिएशन। मैं तुसी जितने जानवर नजर आते हैं, जितनी वेजिटेशन है, जितनी उहदी क्रिएशन है, सारी सरगुण रूप विच है। उहदे विच ही ओही बैठा होया, उतना ही स्ट्रांग है वो। ते गुरमत विच सरगुण रूप नू भी प्रमाण किया गया है, निर्गुण आप सरगुण भी ओही, कला तार जिन सगली मोही, सुखमनी दे ही बचन हैं वाले। सरगुण रूप परमात्मा नू देखण वाला बंदा ये सोचता है कि हर चीज विच, हर कायनात विच वो बैठा होया। फुल्लां विच भी उतने ही खुशबू उसी दी है, हां जी। पत्तियां विच भी हरियावल उसी दी है, तुहाडे अंदर अखां उस दियां हैं, देखण दी शक्ति उदी है, हर एक विच वो है। इसी वास्ते सेवा दे बड़ा वड्डा स्थान प्राप्त है गुर सिखां विच, क्योंकि सेवा नू उच्चा स्थान इस वास्ते मिलिया क्योंकि सरगुण रूप विच परमात्मा हर जगह होने वास्ते उदी सृष्टि दी हेल्प करनी, मतलब उदी सेवा करनी है।
लेकिन सेवा करदियां 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 उस सरगुण रूप ਨੂੰ ਦੇਖਦਿਆਂ ਹਾਈਐਸਟ ਲੈਵਲ ਜਿਹੜਾ ਅਚੀਵ ਹੁੰਦਾ ਹੈ ਉਹ ਵਿਸਮਾਦ ਦਾ ਲੈਵਲ। ਤੇ ਵਿਸਮਾਦ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਦੇਖ ਕੇ ਮਤਲਬ ਇਨ ਆ ਹੋ ਜਾਣਾ ਕਿਸੇ ਚੀਜ਼ ਨੂੰ। ਸਮਟਾਈਮਸ ਵੈਨ ਯੂ ਸੀ ਅ ਥਿੰਗ ਤਾਂ ਦੇਖ ਕੇ ਬੰਦਾ ਕਹਿੰਦਾ ਯਾਰ ਇਹਦੀ ਅਚੰਭੇ ਵਿੱਚ ਆ ਜਾਣਾ, ਇਨ ਆ ਪੋਜੀਸ਼ਨ ਹੈਂਡਲ ਹੋ ਜਾਣਾ, ਉਸ ਨੂੰ ਵਿਸਮਾਦ ਕਹਿੰਦੇ ਹਨ। ਆਸਾ ਕੀ ਵਾਰ ਵਿੱਚ ਇੱਕ ਪੂਰਾ ਸ਼ਲੋਕ ਵਿਸਮਾਦ ਦਾ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਸ੍ਰਿਸ਼ਟੀ ਨੂੰ ਦੇਖਿਆ, ਇਸ ਕਾਇਨਾਤ ਨੂੰ ਦੇਖ ਕੇ ਉਹਨਾਂ ਨੂੰ ਹਰ ਚੀਜ਼ ਵਿੱਚੋਂ ਵਿਸਮਾਦ ਨਜ਼ਰ ਆਇਆ। ਸਾਨੂੰ ਨਹੀਂ ਨਜ਼ਰ ਆਉਂਦਾ, ਉਹ ਸਾਡੀ ਪ੍ਰੋਬਲਮ। ਸਾਨੂੰ ਵੀ ਵਿਸਮਾਦ ਨਾਗੇ ਫਿਰੇ ਜੰਤ ਆਇਨ ਵਰਲਡ। ਉਹਨਾਂ ਨੂੰ ਨੰਗੇ ਪਸ਼ੂਆਂ ਵਿੱਚੋਂ ਵਿਸਮਾਦ ਦੀ ਫੀਲਿੰਗ ਆਈ। ਤੇ ਵਿਸਮਾਦ ਨਾਦ ਵਿਸਮਾਦ ਵੇਦ ਵੀ ਲਿਖਿਆ ਨੇ, ਨਾਦ ਵਿੱਚੋਂ ਉਹਨਾਂ ਨੂੰ ਵਿਸਮਾਦ ਨਜ਼ਰ ਆਇਆ। ਹਾਂਜੀ, ਕੀਰਤਨ ਵਿੱਚੋਂ ਵਿਸਮਾਦ ਦੇ ਦਰਸ਼ਨ ਹੋਏ। ਵੇਦ ਉੱਥੇ ਗਿਆਨ ਦੇ ਬਾਰੇ ਆਇਆ, ਗਿਆਨ ਵਿੱਚੋਂ ਵਿਸਮਾਦ ਦੇ ਦਰਸ਼ਨ ਹੋਏ। ਹਾਂਜੀ, ਵਿਸਮਾਦ ਜੀ ਵਿਸਮਾਦ ਭੇਦ। ਤੇ ਜਦੋਂ ਜੀ ਦੇਖੇ ਹਰ ਤਰ੍ਹਾਂ ਦੀਆਂ ਡਿਫਰੈਂਟ ਆਰਗੈਨਿਜ਼ਮ ਦੇਖੇ, ਉਹਦੇ ਵਿੱਚੋਂ ਵਿਸਮਾਦ ਉਹਨਾਂ ਨੂੰ ਨਜ਼ਰ ਆਇਆ। ਪ੍ਰਮਾਤਮਾ ਤੋਂ ਕਿਤਨੇ ਰੂਪ ਬਣਾਏ ਹੈ। ਤੇ ਭੇਦ ਮਤਲਬ ਇੱਕ ਕੁੱਤੇ ਦੀ ਦੂਸਰੇ ਕੁੱਤੇ ਨਾਲ ਸ਼ਕਲ ਨਹੀਂ ਮਿਲਦੀ, ਇੱਕ ਇਨਸਾਨ ਦੀ ਦੂਸਰੇ ਇਨਸਾਨ ਨਾਲ ਸ਼ਕਲ ਨਹੀਂ ਮਿਲਦੀ, ਇੱਕ ਸ਼ੇਰ ਦੀ ਦੂਸਰੇ ਸ਼ੇਰ ਨਾਲ ਸ਼ਕਲ ਨਹੀਂ ਮਿਲਦੀ, ਇੱਕ ਗੁਲਾਬ ਦੇ ਫੁੱਲ ਐਗਜ਼ੈਕਟਲੀ ਸਿਮਿਲਰ ਨਹੀਂ ਹੈ ਦੋ ਗੁਲਾਬ ਦੇ ਫੁੱਲ। ਇਹ ਭੇਦ ਦੇਖ ਕੇ ਉਹਨਾਂ ਨੇ ਦੇਖਿਆ ਤੇ ਉਹਨਾਂ ਨੂੰ ਵਿਸਮਾਦ ਆਇਆ ਅੰਦਰੋਂ। ਉਹਨਾਂ ਨੂੰ ਆਇਆ, ਸਾਨੂੰ ਨਹੀਂ ਆਉਂਦਾ, ਸਾਡੀ ਅਵਸਥਾ ਨਹੀਂ ਹੈ ਉਹ ਵਾਲੀ। ਤੇ ਇਹ ਉਸ ਉੱਚ ਕੋਟੀ ਦੇ ਜਿਗਿਆਸੂ ਦੀ ਗੱਲ ਕਰਦੇ ਹਨ। ਇਹ ਉਹਨਾਂ ਸੰਤਾਂ ਬਾਰੇ, ਉਹਨਾਂ ਬ੍ਰਹਮ ਗਿਆਨੀਆਂ ਬਾਰੇ ਲਾਈਨ ਆਈ ਹੈ ਸਾਡੇ, ਮੇਰੇ ਵਾਸਤੇ ਨਹੀਂ ਆਈ ਹੈ ਲਾਈਨ, ਜਿਹੜੇ ਉਹਦੀ ਸ੍ਰਿਸ਼ਟੀ ਨੂੰ ਦੇਖਦੇ ਹਨ ਤੇ ਉਹਦੀ ਸ੍ਰਿਸ਼ਟੀ ਨੂੰ ਦੇਖ ਕੇ ਵਿਸਮਾਦ ਵਿੱਚ ਚਲੇ ਜਾਂਦੇ ਹਨ। ਧੰਨ ਹਨ ਜਿਹੜੇ ਜਾਂਦੇ ਹਨ, ਧੰਨ ਹਨ ਉਹ ਆਤਮਾਵਾਂ ਜਿਹੜੀਆਂ ਫੁੱਲਾਂ ਨੂੰ ਦੇਖ ਕੇ ਤੇ ਫੁੱਲਾਂ ਨੂੰ ਦੇਖ ਕੇ ਪ੍ਰਮਾਤਮਾ ਜ਼ਾਹਿਰੋ ਜ਼ਾਹਿਰ ਨਜ਼ਰ ਆਉਂਦਾ ਉਹਨਾਂ ਨੂੰ। ਧੰਨ ਹਨ ਜਿਹੜੇ ਕਰਦੇ ਹਨ। ਧੰਨ ਹਨ ਉਸ ਸ੍ਰਿਸ਼ਟੀ ਵਿੱਚੋਂ ਦੇਖਣ ਵਾਲੇ, ਉਸ ਅਚੰਭੇ ਨੂੰ, ਉਸ ਆ ਵਿੱਚ ਜਿਹੜੇ ਆਉਂਦੇ ਹਨ। ਗੁਰੂ ਨਾਨਕ ਦੇਵ ਜੀ ਨੂੰ ਐਕਸਪੀਰੀਅੰਸ ਹੋਇਆ, ਉਹਨਾਂ ਨੇ ਤੇ ਲਿਖ ਲਿੱਤਾ ਆਪਣਾ, ਔਰ ਪੂਰੇ ਵਿਸਮਾਦ ਦਾ ਪੂਰਾ ਸ਼ਲੋਕ ਹੈ, ਕੋਈ ਗੱਲ ਛੋੜੀ ਵੀ ਨਹੀਂ ਉਹਨਾਂ ਨੇ ਉਸ ਵਿਸਮਾਦ ਦੇ ਸ਼ਲੋਕ ਵਿੱਚ। ਲੇਕਿਨ ਲਾਸਟ ਲਾਈਨ ਮੈਂ ਕਹਿ ਦਿਆਂ ਉਸ ਸ਼ਲੋਕ ਦੀ, ਉਹ ਹੈ ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਇਹ ਪੂਰੇ ਭਾਗਾਂ ਨਾਲ ਜਿਹਨਾਂ ਦੇ ਮੱਥੇ ਤੇ ਲੇਖ ਜਿਹਨਾਂ ਦੇ ਲਿਖੇ ਹੋਣ, ਜਿਨ੍ਹਾਂ ਦੇ ਉੱਤੇ ਬੜੀ ਕਿਰਪਾ ਹੋਵੇ, ਇਹ ਵਿਡਾਣ ਵਾਲਾ ਰੂਪ ਵਿਸਮਾਦ ਦਾ ਉਹ ਹੀ ਦੇਖ ਸਕਦੇ ਹਨ। ਤੇ ਜਿਹੜਾ ਕੋਈ ਦੇਖ ਲਵੇ ਉਹ ਇਹ ਨਾ ਸੋਚੇ, ਵੀਰ ਜੀ ਤੁਹਾਡੀ ਗੱਲ ਤੇ ਗੱਲ ਆ ਗਈ, ਇਹ ਨਾ ਸੋਚੇ ਕਿ ਮੇਰੀ ਮਿਹਨਤ ਨਾਲ ਹੋਇਆ ਸਾਰਾ ਕੰਮ, ਇਹ ਮੇਰੀ ਮੁਸ਼ਕਤ ਨਾਲ ਹੋਇਆ ਸਾਰਾ ਕੰਮ। ਤੂੰ ਕੀਤਾ ਹੈ ਥੋੜਾ ਬਹੁਤ, ਉਹ ਅੱਗੇ ਉਸਨੇ ਤੇਰੇ ਤੇ ਨਜ਼ਰ ਕੀਤੀ ਹੈ, ਤਾਂ ਤੂੰ ਵਿਸਮਾਦ ਦੀ ਅਵਸਥਾ ਚ ਪਹੁੰਚਿਆ ਹੈ। ਤੇ ਵਰਡ ਆਏ ਹਨ, ਜੇ ਪ੍ਰਸਾਦ ਪੇਖੇ ਵਿਸਮਾਦ। अगर तेरे ते इतनी कृपा हो गई है तो उस उच्च कोटि का जिज्ञासु बन गया है। उस उच्च कोटि के जिज्ञासु कि तू जो बाहर देखदा है उस सृष्टि विचों तैनूं विस्माद की फीलिंग आंदी है ते धन धन शुक्र करया कर उस परमात्मा दे जिसनूं है तैनूं दिता, उसनूं कदी ना भुलाया कर उसनूं। जे प्रसाद सुने करन नाद, जे प्रसाद पेखे विस्माद, जे प्रसाद बोले अमृत रसना। ਤੇ ਤੇਰੀ ਰਸਨਾ ਚੋਂ ਨਿੰਦਿਆ ਨਹੀਂ ਨਿਕਲਦੀ ਹੁਣ, ਤੇਰੀ ਰਸਨਾ ਤੋਂ ਪੋਲਿਟਿਕਸ ਨਹੀਂ ਬਹੁਤੀ ਆਂਦੀ, ਤੇਰੀ ਰਸਨਾ ਤੋਂ ਦੂਸਰਿਆਂ ਦਾ ਤੂੰ ਨਹੀਂ ਕਰ ਸਕਦਾ ਬਦਨਾਮੀ ਦੂਸਰੇ ਦੀ, ਤੇਰੀ ਰਸਨਾ ਤੋਂ ਹੁਣ ਬਿਜ਼ਨਸ ਦੇ ਬਾਰੇ ਬਹੁਤ ਕੁਝ ਗੱਲ ਨਹੀਂ ਨਿਕਲਦੀਆਂ, ਤੇਰੀ ਰਸਨਾ ਤੋਂ ਪ੍ਰਮਾਤਮਾ ਦੀ ਸਿਫਤ ਸਲਾਹ ਨਿਕਲਦੀ ਹੈ ਹਮੇਸ਼ਾ। ਜੇ ਉਹਦੀ ਅਪਾਰ ਕਿਰਪਾ ਤੇਰੇ ਤੇ ਹੋ ਗਈ ਹੈ ਇਤਨੀ ਵੱਡੀ, ਧੰਨ ਹਨ ਜਿਨ੍ਹਾਂ ਤੇ ਹੋਈ ਹੈ, ਜਿਨ੍ਹਾਂ ਤੇ ਇਹੋ ਜਿਹੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਦੀ ਜ਼ਬਾਨ ਉਹਨਾਂ ਦੇ ਕੰਟਰੋਲ ਚ ਆ ਜਾਂਦੀ ਹੈ, ਜਿਨ੍ਹਾਂ ਦੀ ਜ਼ਬਾਨ ਚ ਵਿੱਚੋਂ ਸਿਰਫ ਅੰਮ੍ਰਿਤ, ਇੱਥੇ ਵਰਡ ਆਏ ਹਨ, ਬੋਲੇ ਅੰਮ੍ਰਿਤ ਰਸਨਾ, ਤੇਰੀ ਰਸਨਾ ਤੇ ਸਿਰਫ ਅੰਮ੍ਰਿਤ ਗੁਰਬਾਣੀ ਦੇ ਬੋਲ ਨਿਕਲਦੇ ਹਨ। ਧੰਨ ਹਨ ਜਿਹੜੇ ਜਿਨ੍ਹਾਂ ਦੇ ਨਿਕਲਦੇ ਹਨ ਨਾ, ਉਸ ਉੱਚ ਕੋਟੀ ਦੇ ਜਿਗਿਆਸੂ ਨੂੰ ਐਡਰੈਸ ਕਰਕੇ ਕਹਿੰਦੇ ਹਨ, ਮਹਾਰਾਜ ਇਹ ਵੀ ਉਹਦੀ ਕਿਰਪਾ ਹੈ ਤੇਰੇ ਤੇ, ਬੜੀ ਭਾਰੀ ਅਪਾਰ ਕਿਰਪਾ ਹੈ ਤੇਰੇ ਤੇ कि जे प्रसाद बोले अमृत रसना, ते जे प्रसाद सुख सहजे बसना। सहजे बसना नैचुरल अवस्था विच परमात्मा नूं याद करना, उठदियां बैठदियां ओहदा ध्यान जदों जाना ना जी। किस तरह एग्जाम्पल है, वो एग्जाम्पल है जिस तरह असीं सवेरे ब्रेकफास्ट करते हैं, कोई रिमाइंडर नहीं लगाते,
ਰਾਤੀ ਸੌਂਦਿਆਂ ਰਿਮਾਈਂਡ ਨਹੀਂ ਕਰਾਉਣਾ ਪੈਂਦਾ ਕਿ I don't forget to sleep, you know, ਇਹ ਨਾ ਹੋਏ ਕਿ ਪੂਰੀ ਰਾਤ ਜਾਗਦਾ ਹੀ ਰਵਾਂ ਮੈਂ। ਉਹ ਕਦੀ ਨਹੀਂ ਹੋਇਆ ਕਿਸੇ ਨਾਲ। ਹਾਂਜੀ, ਇਹ ਨਾ ਹੋਵੇ ਕਿ ਸਵੇਰੇ ਆਫਿਸ ਜਾਣਾ ਭੁੱਲ ਜਾਵਾਂ ਕਿਧਰੇ, ਜਾਂ ਇਹ ਨਾ ਹੋਏ ਕਿ ਡਿਨਰ ਖਾਣਾ ਹੀ ਭੁੱਲ ਜਾਵਾਂ। ਇੱਕ ਦਿਨ ਮੈਂ ਅਲਾਰਮ ਲਗਾ ਲਾ 7 ਵਜੇ ਕਿ I hope I don't forget to eat dinner, you know, ਉਹ ਕਦੀ ਨਹੀਂ ਹੋਇਆ। ਕਿਉਂਕਿ ਕਿਉਂ ਨਹੀਂ? ਕਿਉਂਕਿ ਸਹਿਜ ਅਵਸਥਾ ਵਿੱਚ ਹੈ, ਸਭ ਕੁਝ ਨੈਚੁਰਲ ਹੈ ਤੁਹਾਡੇ ਅੰਦਰ। ਉਸੇ ਤਰ੍ਹਾਂ ਜਿਨ੍ਹਾਂ ਉੱਚ ਕੋਟੀਆਂ ਦੇ ਜਿਗਿਆਸੂ ਦੇ ਅੰਦਰ, ਜਿਸ ਤਰ੍ਹਾਂ ਤੁਹਾਡੇ ਅੰਦਰ ਡਿਨਰ ਨੈਚੁਰਲ ਹੈ, ਸਵੇਰੇ ਆਫਿਸ ਤੇ ਜਾਣਾ ਨੈਚੁਰਲ ਹੈ, ਸਵੇਰੇ ਬ੍ਰੇਕਫਾਸਟ ਕਰਨਾ ਨੈਚੁਰਲ ਹੈ, ਆਪਣੇ ਬੱਚਿਆਂ ਨਾਲ ਪਿਆਰ ਕਰਨਾ ਨੈਚੁਰਲ ਹੈ, ਭਗਤ ਜਨਾਂ ਦੇ ਅੰਦਰ ਉਸੇ ਤਰ੍ਹਾਂ ਪ੍ਰਮਾਤਮਾ ਦੀ ਯਾਦ ਨੈਚੁਰਲ ਹੈ। ਧੰਨ ਹਨ ਜਿਹੜੇ ਸੁਖ ਸਹਿਜੇ ਬਸਣਾ ਵਾਲੀ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ, ਜਿਹੜੇ ਉਹ ਸੁਖ ਮਾਣਦੇ ਹਨ ਉਸ ਸਹਿਜ ਅਵਸਥਾ ਦਾ, ਉਹ ਸੁਖ ਮਾਣਦੇ ਹਨ ਹਮੇਸ਼ਾ ਨਿਰੰਤਰ ਯਾਦ ਵਾਲੇ ਦਾ, ਇੱਕ ਕੰਟੀਨਿਊਅਸ ਰਿਮੈਂਬਰੈਂਸ ਵਾਲੇ ਉੱਚ ਕੋਟੀ ਦੇ ਜਿਗਿਆਸੂ ਦੀ ਗੱਲ ਕਰਦੇ ਹਨ। ਜੇ ਪ੍ਰਸਾਦ ਸੁਖ ਸਹਿਜੇ ਬਸਣਾ, ਜੇ ਪ੍ਰਸਾਦ ਹਸਤ ਕਰ ਚਲੇ, ਤੇ ਉਹਨਾਂ ਦੇ ਹੱਥ ਜਿਹੜੇ ਸੁਖ ਸਹਿਜੇ ਬਸਣਾ ਵਾਲੇ ਹਨ, ਜਿਹੜੇ ਭੇਖੇ ਬਿਸਮਾਦ ਵਾਲੇ ਹਨ, ਜਿਹੜੇ ਸੁਨੇ ਕਰਨ ਨਾਦ ਵਾਲੇ ਹਨ, ਫਿਰ ਉਹਨਾਂ ਦੇ ਹੱਥ, हे ਪ੍ਰਮਾਤਮਾ, ਉਹਨਾਂ ਦੇ ਹੱਥ ਫਿਰ ਤੇਰੇ ਸੇਵਾ ਵਿੱਚ ਲੱਗਦੇ ਹਨ। ਉਹਨਾਂ ਦੇ ਹੱਥ ਉਹ ਕੁਝ ਨਹੀਂ ਕਰਦੇ ਪੂਰੀ ਜ਼ਿੰਦਗੀ। ਉਹ ਸਿਰਫ ਤੁਹਾਡੀ ਬਣਾਈ ਹੋਈ ਸ੍ਰਿਸ਼ਟੀ ਦੇ ਉੱਤੇ ਉਹਨਾਂ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੇ ਹੱਥ ਚੱਲਦੇ ਹੀ ਹਨ, ਤੁਹਾਡੀ ਸੇਵਾ ਵਾਸਤੇ ਉੱਠਦੇ ਹਨ ਹੱਥ। ਤੇ ਜੇ ਤੁਹਾਡੇ ਹੱਥਾਂ ਵਿੱਚ ਬਹੁਤੀ ਸੇਵਾ ਲਿਖੀ ਹੋਈ ਹੈ, ਜੇ ਤੁਹਾਨੂੰ ਮੰਦਰੋਂ ਇੱਛਾ ਹੁੰਦੀ ਹੈ ਸੇਵਾ ਕਰਨ ਦੀ ਬੜੀ, ਜੇ ਤੁਸੀਂ ਸਵੇਰੇ ਉੱਠਦੇ ਹੋ, ਤੁਹਾਨੂੰ ਮਨ ਕਰਦਾ ਯਾਰ ਗੁਰਦੁਆਰੇ ਜਾ ਕੇ ਮੈਂ ਲੰਗਰ ਦੀ ਸੇਵਾ ਕਰਨੀ ਹੈ, ਜਾਂ ਹਸਪੀਟਲ ਜਾ ਕੇ ਮੈਂ ਮਰੀਜ਼ਾਂ ਦੀ ਸੇਵਾ ਕਰਨੀ ਹੈ, ਤੁਹਾਡੇ ਅੰਦਰੋਂ ਇਹ ਇੱਛਾ ਬਾਰ-ਬਾਰ ਪ੍ਰਗਟ ਹੁੰਦੀ ਹੈ ਕਿ ਮੈਂ ਦੂਸਰਿਆਂ ਦੀ ਹੈਲਪ ਕਰਨੀ ਹੈ, ਦੂਸਰਿਆਂ ਨੂੰ ਕੀਰਤਨ ਸਿਖਾਉਣਾ ਹੈ, ਦੂਸਰਿਆਂ ਨੂੰ ਬਾਣੀ ਬਾਰੇ ਟੋਰਨਾ ਹੈ, ਦੂਸਰਿਆਂ ਨੂੰ ਬੈਟਰ ਕਰਨਾ ਹੈ, ਦੂਸਰਿਆਂ ਨੂੰ ਐਜੂਕੇਟ ਕਰਨਾ ਹੈ। ਜੇ ਇਹ ਤੁਹਾਡੇ ਚ ਬਾਰ-ਬਾਰ ਗੱਲ ਇਹੋ ਜਿਹੀ ਆਵੇ, ਅਗਰ ਬਾਰ-ਬਾਰ ਮਨ ਤੁਹਾਡੇ ਵਿੱਚ ਹੋੜੇ ਤੁਹਾਨੂੰ, ਤੇ ਧੰਨ ਹਨ ਉਹ ਆਤਮਾਵਾਂ ਜਿਨ੍ਹਾਂ ਦੇ ਅੰਦਰ ਇਹ ਵਾਲੀ ਫੀਲਿੰਗ ਪੈਦਾ ਹੁੰਦੀ ਹੈ। ਇਹ ਉੱਚ ਕੋਟੀ ਦੇ ਜਿਗਿਆਸੂ ਹੈ ਬੜਾ। ਇਸੇ ਵਾਸਤੇ ਵਰਡ ਆਏ ਹਨ, ਜੇ ਪ੍ਰਸਾਦ ਹਸਤ ਕਰ ਚਲੇ, ਜੇ ਤੇਰੇ ਅੰਦਰ ਵਾਕਈ ਤੇਰੇ ਹੱਥ ਸੇਵਾ ਵਾਸਤੇ ਹਮੇਸ਼ਾ ਉੱਠਦੇ ਹਨ, ਇਹ ਵੀ ਉਹਦਾ ਸ਼ੁਕਰ ਹੈ, ਤੇਰਾ ਸ਼ੁਕਰ ਨਹੀਂ। ਜੇ ਪ੍ਰਸਾਦ ਸੰਪੂਰਨ ਫਲ ਹੈ, ਇਹ ਹੋਰ ਉੱਚ ਕੋਟੀ ਦਾ ਜਿਗਿਆਸੂ। ਤੇ ਜਿਹੜੇ ਸੇਵਾ ਵਿੱਚ ਜੁੜਦਾ ਹੈ, ਜਿਹੜੇ ਸੁਰਨ ਕਰਨ ਨਾਦ ਹੈ, ਜਿਹਨੇ ਵਿਸਮਾਦ ਦੀ ਅਵਸਥਾ ਪ੍ਰਾਪਤ ਕੀਤੀ ਹੈ, ਉਹ ਹਰ ਤਰਫੋਂ ਪ੍ਰਫੁੱਲਤ ਹੋਏਗਾ। ਯਾਦ ਰੱਖਣਾ ਮੇਰੀ ਗੱਲ। ਉਹਦਾ ਚਿਹਰਾ ਵੀ ਸੋਹਣਾ ਹੋਏਗਾ, ਉਹਦੇ ਨੈਣ ਨਕਸ਼ ਸੋਹਣੇ ਹੋਣਗੇ, ਉਹਦੇ ਬੋਲਣ ਚ ਮਿਠਾਸ ਹੋਏਗੀ, ਉਹਦੇ ਕੰਨਾਂ ਚ ਕਾਬੂ ਹੋਏਗਾ। ਕੀਰਤਨ ਕਰੇਗਾ ਤੇ ਭਾਵਨ ਲੱਗਦਾ ਹੈਗਾ ਕਿ ਪ੍ਰਮਾਤਮਾ ਕੀਰਤਨ ਕਰਦਾ ਪਿਆ। ਉਹਦੀ ਬੋਲਣ ਚ ਮਿਠਾਸ ਹੋਏਗੀ, ਉਹਦਾ ਸਾਹ ਹਰ ਕਿਸਮ ਨਾਲ ਲੱਗੇਗਾ। ਬਾਣੀ ਪੜ੍ਹੇਗਾ ਮਿਠਾਸ ਆਏਗੀ, ਬਾਣੀ ਸੁਣੇਗਾ ਮਿਠਾਸ ਆਏਗੀ। ਮਸਰਨ ਨਾਲ ਗੁੱਦ ਨਾਲ ਭਰਿਆ ਹੋਏਗਾ, ਉਹ ਹਰ ਤਰਫੋਂ ਫਲਿਆ ਫੁੱਲਿਆ ਹੋਏਗਾ, ਔਰ ਉਹਦਾ ਅਸਰ ਦੂਸਰਿਆਂ ਤੇ ਪਵੇਗਾ। ਜਿਹਦੇ ਨਾਲ ਉਹਦਾ ਕੰਟੈਕਟ ਹੋਏਗਾ, ਉਹ ਕੰਟੈਕਟ ਵਿੱਚ ਆਏ ਹੋਏ ਲੋਕ ਉਹਦੇ ਵਰਗੇ ਬਣ ਜਾਣਗੇ। ਉਹਨੂੰ ਕਹਿੰਦੇ ਹਨ ਸੰਪੂਰਨ ਫਲ ਹੈ। ਉਹਨੂੰ ਸੰਪੂਰਨ ਫਲ ਲੱਗਦੇ ਹਨ, ਹਰ ਤਰ੍ਹਾਂ ਦੇ ਫਲ ਉਸਨੂੰ ਲੱਗਦੇ ਹਨ। ਤੇ ਉਹ ਫਲ ਇਹੋ ਜਿਹੇ ਲੱਗਦੇ ਹਨ ਕਿ ਦੂਸਰੇ ਵੀ ਇੰਜੋਏ ਕਰਦੇ ਹਨ ਉਹਨਾਂ ਫੁੱਲਾਂ ਨੂੰ। ਜੇ ਇਹ ਅਵਸਥਾ ਵੀ ਕੋਈ ਪ੍ਰਾਪਤ ਕਰ ਲਵੇ ਤੇ ਇਹ ਵੀ ਉਹਦੀ ਬਦੌਲਤ ਹੋਇਆ ਹੈ। ਜੇ ਪ੍ਰਸਾਦ ਪਰਮਗਤ ਪਾਵੇ, ਹੁਣ ਤੇ ਗੱਲ ਹੀ ਮੁਕਾ ਦਿੱਤੀ ਉਹਨਾਂ ਨੇ, ਗੱਲ ਖਤਮ ਕਰ ਦਿੱਤੀ ਉਹਨਾਂ ਨੇ, ਕਿ ਜਿਸ ਕਿਰਪਾ ਦੇ ਨਾਲ ਤੈਨੂੰ ਪਰਮਗਤ ਦੀ ਪ੍ਰਾਪਤੀ ਹੋ ਜਾਵੇ, ਭਾਵ ਪ੍ਰਮਾਤਮਾ ਨਾਲ ਇਕਮਿਕ ਹੋ ਜਾਏ ਤੂੰ, ਤੇਰਾ ਜਨਮ ਮਰਨ ਕਟਿਆ ਜਾਏ, ਤੈਨੂੰ ਮੋਖ ਪਦ ਦੀ ਪ੍ਰਾਪਤੀ ਹੋ ਜਾਵੇ, ਨਿਰਗੁਣ ਸਰਗੁਣ ਰੂਪ ਵਿੱਚ ਪ੍ਰਮਾਤਮਾ ਤੇਰੇ ਕੋਲ ਆ ਜਾਵੇ। ਤੇ ਜੇ ਮੈਂ ਹੋਰ ਗੱਲ ਕਵਾਂ, ਇਹ ਅਲੱਗ ਟੌਪਿਕ ਹੈ। ਜਪਜੀ ਵਿੱਚ 5 ਖੰਡ ਆਏ ਹਨ, 5 ਸਟੇजेस ਹਨ ਸਪਿਰਚੁਅਲ ਡਿਵੈਲਪਮੈਂਟ ਦੀਆਂ, ਜਿਹੜੀਆਂ ਬੜੀਆਂ ਕਲੀਅਰਲੀ ਡਿਫਾਈਨ ਕੀਤੀਆਂ ਹਨ ਗੁਰੂ ਸਾਹਿਬ ਨੇ 5 ਖੰਡਾਂ ਦੀ। ਉਹ ਅਲੱਗ ਕਿਤੇ, ਇਹ ਵੀ ਇੱਕ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਡਿਸਕਸ਼ਨ ਹੈ ਉਹਨਾਂ ਖੰਡਾਂ ਦੀ। then it is not surprising ਕਿ ਜਪਜੀ ਦੀ ਖੰਡਾਂ ਦੀ ਡਿਸਕਸ਼ਨ ਜਪਜੀ ਦੇ ਐਂਡ ਵਿੱਚ ਆਈ ਹੈ, ਬਿਗਨਿੰਗ ਚ ਨਹੀਂ ਆਈ, which totally makes sense to me, ਕਿਉਂਕਿ ਉਹ ਪੌੜੀਆਂ ਜਪਜੀ ਦੀਆਂ ਜਿਹਦੇ ਵਿੱਚ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸੱਚਖੰਡ ਦੀ ਗੱਲ ਕਰਦੇ ਹਨ ਪ੍ਰਮਾਤਮਾ ਦੀ, ਇਹ ਬੜੀ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਹਨ ਉਹ ਗੱਲਾਂ। ਹਰ ਬੰਦੇ ਵਾਸਤੇ ਨਹੀਂ ਲਿਖੀਆਂ ਹੋਈਆਂ, ਹਰ ਬੰਦਾ ਨਹੀਂ ਸਮਝ ਸਕਦਾ ਉਹਨਾਂ ਨੂੰ। ਸ਼ਾਇਦ ਧਰਮ ਖੰਡ ਦੀ ਗੱਲ ਸਮਝ ਆਏ, ਜੇ ਕਿਸਮਤ ਵਾਲਾ ਹੋਏ ਤੇ ਸ਼ਾਇਦ ਗਿਆਨ ਖੰਡ ਦੀ ਗੱਲ ਸਮਝ ਆਏ, ਪਰ ਸਰਮ ਖੰਡ ਤੇ ਕਰਮ ਖੰਡ ਤੇ ਸੱਚਖੰਡ ਦੀ ਅਵਸਥਾ ਪ੍ਰਾਪਤ ਕਰਨ ਵਾਲਾ
ਜਾਂ ਉਹ ਮੋਜਾਂ ਜਿਹੜੀਆਂ ਉਹਨਾਂ ਖੰਡਾਂ ਵਿੱਚ ਜਿਹੜੀਆਂ ਲਿਖੀਆਂ ਹੋਈਆਂ ਹਨ, ਉਹਨਾਂ ਗੱਲਾਂ ਨੂੰ ਸਿਰਫ ਸਮਝਣ ਦੀ ਖਮਤਾ ਰੱਖਣ ਵਾਲੇ ਵੀ ਬਹੁਤ ਘੱਟ ਹੈ। ਇਸੀ ਵਾਸਤੇ ਖੰਡਾਂ ਦੀ ਡਿਸਕਸ਼ਨ ਜਪਜੀ ਦੀ ਐਂਡ ਵਿੱਚ ਆਈ ਹੈ। ਇੱਥੇ ਵੀ ਪਰਮਗਤ ਪਾਵੇ ਭਾਵ ਕਰਮ ਖੰਡ ਤੋਂ ਉੱਚਾ ਉੱਠ ਕੇ ਸੱਚਖੰਡ ਤੇ ਫਾਈਨਲ ਡੈਸਟੀਨੇਸ਼ਨ ਹੈ, ਪਰ ਕਰਮ ਖੰਡ ਇਜ਼ ਦੀ ਲਾਸਟ ਖੰਡ ਜਿੱਥੇ ਸੂਰਮੇ ਪਹੁੰਚਦੇ ਹਨ, ਜਿਹੜੇ ਬੜੇ ਸਟਰੋਂਗ ਵਿਲਡ ਜਿਹੜੇ ਆਤਮਾਵਾਂ ਹਨ ਜਿਹੜੀਆਂ ਪਹੁੰਚਦੀਆਂ ਹਨ ਉੱਥੇ। ਇਹ ਪਰਮਗਤ ਪਾਵੇ ਅਵਸਥਾ ਵੀ ਉਹੀ ਹੈ ਜਿਹੜੀ ਅਲਟੀਮੇਟ ਟਰੂਥ ਨੂੰ ਜਿਹੜਾ ਸੀਕ ਕਰਕੇ ਆਪਣੇ ਘਰ ਪਹੁੰਚਦੀ ਹੈ ਜਿਹੜੀ ਆਤਮਾ। ਜੇ ਪ੍ਰਸਾਦ ਪਰਮਗਤ ਪਾਵੇ, ਹੁਣ ਦੇਖੋ ਇੱਥੇ ਤੁਸੀਂ ਇੱਕ ਨੋਟਿਸ ਲਵੋ ਗੱਲ ਨੂੰ, ਕਿਤਨੀ ਗੁਰਮਤ ਡਿਫਰੈਂਟ ਹੈ ਹੋਰਾਂ ਨਾਲੋਂ। ਇਸ ਘਰ ਵਿੱਚ ਮਾਣ ਹੈ ਹੀ ਨਹੀਂ ਵੀ ਜੀ। ਤੁਸੀਂ ਇਸ ਗੱਲ ਨੂੰ ਦੇਖੋ, ਤੁਸੀਂ ਪਹਿਲੇ ਸ਼ੁਭ ਆਚਰਣ ਦਾ ਕੁਐਸਚਨ ਮੇਰੇ ਕੋਲ ਪੁੱਛਿਆ ਸੀ, ਇੱਥੇ ਤੁਸੀਂ ਆ ਕੇ ਰੁਕ ਜਾਓਗੇ। ਹੁਣ ਇੱਥੇ ਤੇ ਸਭ ਕੁਝ ਮਿਲ ਗਿਆ, ਹੁਣ ਇੱਥੇ ਤੇ ਪ੍ਰਾਪਤੀ ਹੋ ਚੁੱਕੀ ਹੈ, ਹੁਣ ਇੱਥੇ ਤੇ ਜੋ ਮਿਲਣਾ ਸੀ ਮਿਲ ਗਿਆ। ਪਰਮਗਤ ਪਾਵੇ ਮਨੇ ਪਰਮਗਤ ਦੀ ਪ੍ਰਾਪਤੀ ਹੋ ਗਈ, ਉਸਨੂੰ ਗ੍ਰੈਜੂਏਟ ਹੋ ਗਿਆ, ਹੁਣ ਕਿਸੇ ਗੱਲ ਦੀ ਕਮੀ ਨਹੀਂ ਹੈ ਉਸਨੂੰ। ਪਰ ਇੱਥੇ ਆ ਕੇ ਵੀ ਸ਼ੁਕਰ ਵਿੱਚ ਹੈ, ਉਹ ਇੱਥੇ ਆ ਕੇ ਵੀ ਸ਼ਰਣਾਗਤ ਹੈ। ਲਾਵਾਂ ਦੀ ਕਦੀ ਮੈਨੂੰ ਆਈ ਹੈ, ਮੈਨੂੰ ਰਿਕੁਐਸਟ 2-3 ਬੰਦਿਆਂ ਤੋਂ, ਕਦੀ we will pick up that topic in one of the Sunday sessions। ਲਾਵਾਂ ਦੀ ਤੀਸਰੀ ਲਾਮ ਵਿੱਚ ਤੇ ਚੌਥੀ ਲਾਮ ਵਿੱਚ ਜਿਹੜੀਆਂ ਪਹਿਲੀਆਂ 2 ਲਾਵਾਂ ਦਾ ਫੋਕਸ ਹੋਰ ਹੈ, ਬਿਲਕੁਲ ਡਿਫਰੈਂਟ ਹੈ। ਤੀਸਰੀ ਤੇ ਚੌਥੀ ਲਾਮ ਵਿੱਚ ਫੋਕਸ ਬਿਲਕੁਲ ਡਿਫਰੈਂਟ ਹੈ। ਉੱਥੇ ਉਹਨਾਂ ਡਿਸਕਸ਼ਨ ਵਿੱਚ ਵੀ, ਉੱਥੇ ਚੌਥੀ ਲਾਮ ਵਿੱਚ ਵੀ ਜਦੋਂ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ ਉਹਦੀ ਡਿਸਕਸ਼ਨ ਕਰਦੇ ਹਨ ਕਿ ਹੇ ਮੇਰੇ ਗੁਰੂ, ਚੌਥੀ ਲਾਮ ਵਿੱਚ ਤੇ ਚੌਥੀ ਸਟੇਜ ਵਿੱਚ ਤੇ ਹਰੀ ਪ੍ਰਮਾਤਮਾ ਨੇ ਪਾ ਲਿਆ ਸਹਿਜ ਅਵਸਥਾ ਚ। ਮੈਂ ਉਸਨੂੰ ਮਿਲਾਪ ਦੀ ਲਾਮ ਹੈ, ਉਹ ਯੂਨੀਅਨ ਦੀ ਲਾਮ ਹੈ ਚੌਥੀ। ਉਹਦੇ ਵਿੱਚ ਵੀ ਵਧਾਈਆਂ ਹੈ, ਉਹਦੇ ਵਿੱਚ ਵੀ ਸ਼ੁਕਰਾਨਾ ਹੈ। ਨਾਮ ਵਜੀ ਵਧਾਈ ਦੀ ਗੱਲ ਆਈ ਹੈ ਉੱਥੇ ਉਹ ਗੱਲ ਨਹੀਂ ਆਈ ਕਿ ਖੁਸ਼ੀਆਂ ਮਿਲ ਗਈਆਂ, ਹਾਂਜੀ ਚੌਥੀ ਲਾਮ ਨੂੰ ਪ੍ਰਾਪਤ ਹੋ ਗਿਆ ਮੈਂ, ਤੇ ਪ੍ਰਾਪਤ ਹੋਣ ਤੋਂ ਬਾਅਦ ਫਿਰ ਹੁਣ ਕੁਝ ਕਰਨ ਦਾ ਨਹੀਂ ਹੈ, ਡਨ ਨਹੀਂ, ਉਹ ਗੱਲ ਨਹੀਂ ਹੈ। ਤਾਂ ਵੀ ਸ਼ੁਕਰ ਵਿੱਚ ਹੈ, ਤਾਂ ਵੀ ਖੇੜੇ ਵਿੱਚ ਹੈ, ਤਾਂ ਵੀ ਸਵਾਸ ਸਿਮਰਦਾ ਹੈ। ਸੋ ਜੇ ਪ੍ਰਸਾਦ ਹਸਤ ਕਰ ਚਲੇ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ, ਜੇ ਪ੍ਰਸਾਦ ਪਰਮਗਤ ਪਾਵੇ। ਤੇ ਪਰਮਗਤ ਤੋਂ ਪਾਣ ਦੀ ਅਵਸਥਾ ਬਾਅਦ ਵਿੱਚ ਕਿਹੜੀ ਹੈ? ਉਹ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵੇ। ਤੇ ਉਹ ਸੁਖ ਜਿਹੜਾ ਪਰਮਗਤ ਪਾਣ ਵਾਲਾ ਸੁਖ ਹੈ, ਉਸ ਸਹਿਜ ਵਾਲੇ ਸੁਖ ਵਿੱਚ ਜਿਹੜਾ ਬੰਦਾ ਪੂਰੀ ਤਰ੍ਹਾਂ ਸਮਾਇਆ ਹੋਇਆ ਨਾ, ਇਸ ਇਤਨੇ ਉੱਚ ਕੋਟੀ ਦਾ ਜਗਿਆਸੂ, ਇਹ ਕੋਈ ਆਮ ਜਗਿਆਸੂ ਨਹੀਂ ਹੈ ਮੇਰੇ ਵਰਗਾ, ਇਹ ਕੋਈ ਮੇਰੇ ਵਰਗਾ ਜਗਿਆਸੂ ਨਹੀਂ ਹੈ, ਬਹੁਤ ਉੱਚ ਕੋਟੀ ਦਾ ਜਗਿਆਸੂ, ਜਿਹੜਾ ਉੱਚੇ ਬਹੁਤ ਉੱਚ ਹਾਇਰ ਲੈਵਲ ਆਫ ਕੌਨਸ਼ੀਅਸਨੈਸ ਵਿੱਚ ਰਹਿਣ ਵਾਲਾ ਜਗਿਆਸੂ ਹੈ। ਤੇ ਉਸ ਹਾਇਰ ਲੈਵਲ ਵਾਲੇ ਉੱਚ ਕੋਟੀ ਦੇ ਜਗਿਆਸੂ ਨੂੰ ਵੀ ਉਹੀ ਉਪਦੇਸ਼ ਦਿੰਦੇ ਹਨ ਜਿਹੜਾ ਉਪਦੇਸ਼ ਜੇ ਪ੍ਰਸਾਦ 36 ਅੰਮ੍ਰਿਤ ਖਾਏ ਵਾਲੇ ਜਗਿਆਸੂ ਨੂੰ ਜਿਹੜਾ ਉਪਦੇਸ਼ ਸੀ, ਉਹੀ ਉਪਦੇਸ਼ ਇਸ ਉੱਚ ਕੋਟੀ ਦੇ ਜਗਿਆਸੂ ਨੂੰ ਦਿੰਦੇ ਹਨ ਗੁਰੂ ਨਾਨਕ ਮਹਾਰਾਜ, ਕਿ ਇਹ ਉਸ ਉੱਚ ਕੋਟੀ ਦਾ ਜਗਿਆਸੂ ਉਸ ਉੱਚ ਕੋਟੀ ਤੇ ਪਹੁੰਚਣ ਦੇ ਬਾਵਜੂਦ ਵੀ ਸ਼ੁਕਰ ਵਿੱਚ ਹੈ। ਉਹ ਖਾਲੀ ਬਹੁਤ ਮੁਸ਼ਕਿਲ ਹੈ ਕਰਨਾ, ਬਹੁਤ ਇੰਨਾ ਈਜ਼ੀ ਨਹੀਂ ਹੈ। ਪੰਜੀਓ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜਿਨ੍ਹਾਂ ਦਾ ਮਨ ਜਾਗ ਪਿਆ ਹੈ, ਜਿਨ੍ਹਾਂ ਦੇ ਮਨ ਸੁੱਤਾ ਨਹੀਂ ਹੈ, ਇਹ ਜਾਗਣ ਵਾਲੇ ਮਨ ਜਾਗੋ, ਜਿਨ੍ਹਾਂ ਦਾ ਮਨ ਨੂੰ ਜਗਾਣਾ, ਇਹ ਮਨ ਨੂੰ ਜਾਗੇ ਹੋਏ ਬੰਦਿਆਂ ਦੀ ਉਸ ਉੱਚ ਕੋਟੀ ਦੇ ਜਗਿਆਸੂ ਦੇ ਉੱਤੇ ਪੂਰਾ ਦਾ ਪੂਰਾ 6 ਸਟੈਂਜ਼ਾ ਲਿਖਿਆ ਨੇ ਉਹਨਾਂ ਬਾਰੇ। ਇਹ ਉਹਨਾਂ ਦੇ ਮਨ ਨੂੰ ਲਿਖਿਆ ਨੇ ਜਿਨ੍ਹਾਂ ਦੇ ਮਨ ਵਿੱਚ ਜਾਗ ਹੈ, ਜਿਹੜੇ ਮੁਰਦੇ ਨਹੀਂ ਹਨ ਮਨ। ਤੇ ਮੈਂ ਗੱਲ ਕਹਿ ਦਿਆਂ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਨਹੀਂ ਹੈ ਨਾ, ਜਿਨ੍ਹਾਂ ਦੇ ਅੰਦਰ, ਤੇ ਫਰੀਦ ਕੋਲੋਂ ਪੁੱਛੋ ਨਾ ਅਗਰ, ਤੇ ਫਰੀਦ ਤੇ ਇਹੀ ਕਹਿਣਗੇ ਕਿ ਸਮਝ ਲਓ ਉਹ ਘਰ ਜਾਂ ਉਹ ਹਿਰਦਾ ਸਮਝ ਲਓ ਮਸਾਣਾ ਹੈ ਨਾ, ਉਹ ਮੁਰਦੇ ਜਿੱਥੇ ਜਲਾਏ ਜਾਂਦੇ ਹਨ, ਜਿੱਥੇ ਮੁਰਦੇ ਦਫਨਾਏ ਜਾਂਦੇ ਹਨ, ਇਹ ਮਸਾਣ ਹੈ ਸਾਰੇ ਘਰ। ਉਹ ਘਰ ਵੀ ਮਸਾਣ ਹੈ ਤੇ ਅੰਦਰ ਹਿਰਦਾ ਵੀ ਮਸਾਣ ਹੈ, ਜਿਹਦੇ ਅੰਦਰ ਉਹਦਾ ਚਿੰਤਨ ਨਹੀਂ, ਜਿਹਦੇ ਅੰਦਰ ਉਹਦੀ ਸ਼ੁਕਰ ਨਹੀਂ, ਜਿਹਦੇ ਅੰਦਰ ਉਹਦਾ ਪਿਆਰ ਨਹੀਂ ਹੈ। ਤੇ ਐਸਾ ਪ੍ਰਭ ਤਿਆਗ ਅਵਰ,
ਇਹੋ ਜੇ ਪ੍ਰਮਾਤਮਾ ਨੂੰ ਛੋੜ ਕੇ ਜਿਹੜੀ ਪਰਮਗਤ ਪਾਵੇ ਵਾਲੀ ਅਵਸਥਾ ਦਿੰਦਾ ਹੈ, ਜਿਹੜੇ ਕਰਨ ਸੁਨੇ ਨਾਦ ਵਾਲੀ ਅਵਸਥਾ ਦਿੰਦਾ ਹੈ, ਜਿਹੜੇ ਭੇਖੇ ਬਿਸਮਾਤ ਵਾਲੀ ਅਵਸਥਾ ਦਿੰਦਾ ਹੈ, ਜਿਹੜੀ ਬੋਲੇ ਅੰਮ੍ਰਿਤ ਰਸਨਾ ਵਰਗੀ ਅਵਸਥਾ ਦਿੰਦਾ ਹੈ, ਉਸ ਨੂੰ ਛੋੜ ਕੇ ਹੋਰ ਕਿੱਥੇ ਜਾਵਾਂਗਾ ਮੈਂ? ਉਸ ਨੂੰ ਛੋੜ ਕੇ ਹੋਰ ਕਿਹਨੂੰ ਧਿਆਵਾਂਗਾ ਮੈਂ? ਸੋਚ ਕੇ ਦੇਖੋ, ਜੇ ਉਸ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਇਹ ਗੱਲਾਂ ਲਿਖੀਆਂ ਹਨ ਤੇ ਮੈਂ ਕਿੱਥੇ ਖੜਾ ਆਪ ਜੋ ਬੋਲ ਰਿਹਾ, ਤੇ ਤੁਸੀਂ ਆਪਣੀ ਅਵਸਥਾ ਨੂੰ ਤੁਸੀਂ ਦੇਖੋ ਕਿੱਥੇ ਖੜੇ ਹੋਏ ਹੋ। ਤੇ ਕਦੀ ਟਾਈਮ ਮਿਲਿਆ, ਕਦੀ ਤੇ 2-3 ਟੌਪਿਕ ਜਿਹੜੇ ਮੈਨੂੰ ਰਿਕੁਐਸਟਡ ਹਨ ਟੌਪਿਕ, ਮੈਂ ਕੋਸ਼ਿਸ਼ ਕਰਾਂਗਾ ਕਿ ਪਤਾ ਨਹੀਂ ਕਰੋਨਾ ਵਾਇਰਸ ਤੋਂ ਬਾਅਦ ਮੇਬੀ ਐਵਰੀਬਡੀ ਵਿਲ ਨਾਟ ਬੀ ਏਬਲ ਟੂ ਜੁਆਇਨ। I don't know what's going to happen after that. So मैं कोशिश करांगा कि उन्हें संडे दी क्लासेस हो important ਜਿਹੜੇ issues ਜਿਹੜੇ ਹਨ ਮੈਂ address ਕਰਾਂ, you know. So I will wait though to have, if anybody has, isn't this beautiful? I mean, ਸੁਖਮਨੀ ਦੀ ਕਈ ਬਾਣੀ ਤੇਜ਼ ਪੜ ਜਾਂਦੇ ਆ, ਕਈ ਵਾਰੀ ਨਹੀਂ ਫੋਕਸ ਕਰਕੇ ਪੜਨ ਦੀ ਵਜ੍ਹਾ ਨਾਲ ਇੱਕ clarity ਨਹੀਂ ਆਂਦੀ ਇਹਨਾਂ ਦੀ issues ਦੀ. I'll stop for a second and see what people have to say. Any comments or any questions or something? Viji, this is also in keeping with with the line that "Jab lag jane mujhte kuch hoye, tab isko sukh nahi koye." So it's in keeping with all that. That pada in Sukhmani addresses the issue of homing. Absolutely. Bilkul, 100%. Bilkul. Anybody else has any questions or comments though before we move forward to the next pada? ਹੁਣ ਅਗਲੇ ਪਦੇ ਵਿੱਚ ਹੁਣ ਸਮਰਾਈਜ਼ ਕਰਨੀ, ਹੁਣ ਸਮਰੀ ਦੇਣੀ ਸ਼ੁਰੂ ਕਰ ਦੇਣਗੇ। ਹੁਣ ਤੁਸੀਂ ਦੇਖੋਗੇ ਕਿ ਇਹ ਵੀ ਇੱਕ ਸੁਖਮਨੀ ਦੀ ਕਾਮਨ ਥੀਮ ਰਹੇਗੀ। ਇਸ਼ੂ ਐਡਰੈਸ ਹੋਣਗੇ ਪਹਿਲੇ ਥੋੜੇ ਜਿਹੇ ਲੋਅਰ ਲੈਵਲ ਤੇ ਆਮ ਬੰਦਿਆਂ ਵਾਸਤੇ, ਫਿਰ ਉਹ ਇਸ਼ੂ ਜਿਹੜੇ ਹਨ ਥੋੜੇ ਜਿਹੇ ਉੱਚ ਕੋਟੀ ਦੇ ਹੋ ਜਾਣਗੇ, ਐਂਡ ਫਿਰ 7ਵੇਂ 8ਵੇਂ ਤੇ ਆਂਦਿਆਂ ਉਹਨਾਂ ਨੂੰ ਹੁਣ ਕੰਕਲੂਡ ਕਰਨਾ ਸ਼ੁਰੂ ਕਰ ਦੇਣਗੇ ਵੀ ਹਾਂ ਹੁਣ ਕੰਕਲੂਜਨ ਵੀ ਸੁਣ ਲਓ ਇਸ ਪੂਰੇ ਗੱਲ ਦੀ। ਇਹ ਹਾਈਐਸਟ ਪਦਾ ਸੀ ਨੰਬਰ 6 ਜਿਸ ਪਦੇ ਦੀ ਗੱਲ ਕੀਤੀ ਹੈ ਹੁਣੇ, ਤੇ ਹੁਣ 7ਵੇਂ ਵਿੱਚ ਹੁਣ ਕੰਕਲੂਜਨ ਆਣੇ ਸ਼ੁਰੂ ਹੋ ਜਾਣਗੇ ਵੀ ਹਾਂ ਵੀ ਹੁਣ ਦੇਖ ਲੈ ਕਿੰਨੀਆਂ ਗੱਲਾਂ ਅਸੀਂ ਦੁਹਰਾ ਚੁੱਕੀਆਂ ਪਹਿਲੇ, ਜੇ ਇਹਨਾਂ ਗੱਲਾਂ ਤੋਂ ਵੀ ਪ੍ਰਮਾਤਮਾ ਤੁਹਾਨੂੰ ਯਾਦ ਨਹੀਂ ਆਣਾ ਤੇ ਯੂ ਆਰ ਇਨ ਟਰਬਲ, ਯੂ ਨੋ। ਦੇਖੋ ਕੀ ਗੱਲ ਕਰਦੇ ਹਨ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜਿਹਦੀ ਕਿਰਪਾ ਨਾਲ ਤੂੰ ਆਇਆ ਹੈ ਇੱਥੇ, ਜਿਹਦੀ ਕਿਰਪਾ ਨਾਲ ਤੂੰ ਜਨਮ ਦਿੱਤਾ ਹੈ, ਸੁਖ ਮਾਣੇ ਹਨ, ਧੀਆਂ ਪੁੱਤਰ ਮਿਲੇ ਹਨ, ਤੂੰ ਕਿਧਰੇ ਹੋਰ ਵੀ ਪੈਦਾ ਹੋ ਸਕਦਾ ਸੀ। ਦੇਖ ਤੇ ਆਸ-ਪਾਸ ਦੇਖ ਤੇਰੀ ਕਿਤਨੀ ਸੇਵਾ ਹੋ ਰਹੀ ਹੈ, ਘਰ ਦੇ ਜੀ ਤੇਰੇ ਨਾਲ ਪਿਆਰ ਕਰਦੇ ਹਨ, ਦੇਖ ਖਾਣ ਪੀਣ ਦੀ ਤੈਨੂੰ ਕੋਈ ਕਮੀ ਨਹੀਂ ਹੈ, ਤੈਨੂੰ ਹਰ ਚੀਜ਼ ਪ੍ਰਮਾਤਮਾ ਨੇ ਤੈਨੂੰ ਦਿੱਤੀ ਹੋਈ ਹੈ, ਤੂੰ ਪ੍ਰਗਟ ਹੋਇਆ ਹੈ ਸੰਸਾਰ ਤੇ ਕਿਉਂ ਉਸ ਨੂੰ ਭੁੱਲਦਾ ਹੈ ਤੂੰ ਜਿਹੜਾ ਤੈਨੂੰ ਲਿਜਾਣ ਵਾਲਾ ਹੈ ਇੱਥੇ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇਮਨ ਮੂੜ ਤੋਂ ਤਾਂ ਕੋ ਚਾਪ। ਤੇ ਪ੍ਰਤਾਪ ਕਹਿੰਦੇ ਹਨ ਉਜਵਲ, ਪ੍ਰਤਾਪ ਕਹਿੰਦੇ ਹਨ ਇਨਫਲੂਐਂਸ ਦਾ। ਦੇਖ ਤੇਰਾ ਪ੍ਰਤਾਪ ਜਿਹੜਾ ਹੈ, ਤੇਰੀ ਕਿਤਨਾ ਇੱਜ਼ਤ ਮਾਨ ਕਰਦੇ ਹਨ ਲੋਕ। ਜਿੱਥੇ ਜਾਣਾ ਹੈ ਤੈਨੂੰ ਸਤਿ ਸ੍ਰੀ ਅਕਾਲ ਪ੍ਰੋਪਰਲੀ ਬੁਲਾਉਂਦੇ ਹਨ, ਇੱਜ਼ਤ ਮਾਨ ਕਰਕੇ ਬੁਲਾਉਂਦੇ ਹਨ। ਇੱਜ਼ਤ ਮਾਨ ਹੈ ਤੇਰਾ ਜਿੱਥੇ ਜਾਣਾ ਹੈ ਤੂੰ, ਆਫਿਸ ਵਿੱਚ ਤੇਰਾ ਇੱਜ਼ਤ ਮਾਨ ਹੈ, ਘਰ ਵਿੱਚ ਹੈ, ਬਾਹਰ ਤੇਰਾ ਇੱਜ਼ਤ ਮਾਨ ਹੈ, ਤੇਰਾ ਕਿਤਨਾ ਪ੍ਰਤਾਪ ਹੈ ਤੇਰਾ। ਤੇ ਇਸ ਪ੍ਰਤਾਪ ਨੂੰ ਜਿਹੜਾ ਕਰਨ ਸੁਨੇ ਨਾ ਤੋਂ ਵੀ ਪੈਦਾ ਹੋ ਸਕਦਾ ਹੈ, ਬਾਗ ਮਿਲਕ ਧਨਾ ਤੋਂ ਵੀ ਪੈਦਾ ਹੋ ਸਕਦਾ ਹੈ, ਜਿਸ ਤੋਂ ਵੀ ਤੈਨੂੰ ਪ੍ਰਤਾਪ ਮਿਲਿਆ ਹੈ, ਉਸ ਪ੍ਰਮਾਤਮਾ ਨੂੰ ਕਿਉਂ ਹੈ ਮੇਰੇ ਰੇਮਨ ਮੂੜ ਇੱਥੇ ਨੈਗੇਟਿਵ ਹੈ, ਮੂਰਖ ਮਨ ਹੈ, ਮੂਰਖਾ ਤੂੰ ਤਾਂ ਕੋ ਜਾਪ, ਤੂੰ ਕਿਉਂ ਨਹੀਂ ਉਸ ਪ੍ਰਮਾਤਮਾ ਦੀ ਯਾਦ ਕਰਦਾ ਤੂੰ ਉਸਨੂੰ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ। ਤੇ ਇੱਕ ਗੱਲ ਨੋਟਿਸ ਕਰ, ਤੇਰੇ ਸਾਰੇ ਕੰਮ ਪੂਰਦਾ ਹੋ, ਜਿਹੜੇ ਕੰਮ ਤੂੰ ਖੁਆਇਸ਼ ਕਰਦਾ ਹੈ ਤੇਰੇ ਕੰਮ ਪੂਰਨ ਹੋ ਜਾਂਦੇ ਹਨ। ਤੇਰੇ ਸਾਰੇ ਧੀਆਂ ਪੁੱਤਰ ਤੂੰ ਮੰਗੇ ਤੈਨੂੰ ਦੇ ਦਿੱਤੇ, ਤੈਨੂੰ ਅੱਛੀ ਅੰਡਰਸਟੈਂਡਿੰਗ ਸਪਾਊਸ ਮਿਲਣੀ ਸੀ ਉਹ ਤੈਨੂੰ ਦੇ ਦਿੱਤੀ, ਅੱਛੇ ਵੱਡੇ ਘਰ ਤੈਨੂੰ ਕਮਾਉਣ ਵਾਸਤੇ ਪੈਸੇ ਦੇ ਦਿੱਤੇ, ਹਰ ਚੀਜ਼ ਤੇਰੀ ਸਹੂਲੀਅਤ ਵਾਸਤੇ ਰੈਡੀ ਹੈ। ਤੂੰ ਉਸ ਤੇਰੇ ਕਾਰਜ ਹਰ ਪੂਰਨ ਕਰਨ ਵਾਲਾ ਹੈ, ਤੇਰੇ ਕਾਰਜ ਤਿਸੇ ਜਾਨ ਮਨ ਸਦਾ ਹਜੂਰੇ। ਤੂੰ ਕਿਉਂ ਨਹੀਂ ਉਸਨੂੰ ਹਜ਼ੂਰੀ ਜਾਣਦਾ, ਕਿਉਂ ਨਹੀਂ ਉਸਨੂੰ ਆਪਣੇ ਨੇੜੇ ਜਾਣਦਾ, ਕਿਉਂ ਨੂੰ ਆਪਣੇ ਉਹਨੂੰ ਨੇੜੇ ਰੱਖਦਾ, ਉਸ ਤੈਨੂੰ ਕਿਉਂ ਨਹੀਂ ਮਹਿਸੂਸ ਹੁੰਦਾ ਉਹ ਤੇਰੇ ਨਾਲ ਹੈ ਹਮੇਸ਼ਾ। ਜੇ ਪ੍ਰਸਾਦ ਤੂੰ ਪਾਵੇ ਸਾਚ ਰੇਮਨ ਮੇਰੇ ਤੂੰ ਤਾਂ ਸਿਓ ਰਾਜ। ਤੇ ਇਹ ਹੁਣ ਸਭ ਤੋਂ ਸਰਵੋਤਮ ਉੱਚਤਮ ਕੋਟੀ ਦੇ ਜਿਗਿਆਸੂ ਵਾਸਤੇ ਗੱਲ ਲਿਖੀ ਹੈ, ਸਭ ਤੋਂ ਉੱਚ ਕੋਟੀ ਦੇ ਜਿਗਿਆਸੂ ਵਾਸਤੇ।
ਕਿ ਜਿਸ ਦੀ ਕਿਰਪਾ ਨਾਲ ਤੈਨੂੰ ਸੱਚ ਦੇ ਦਰਸ਼ਨ ਹੋਏ ਹਨ, ਤੂੰ ਪਰਮਗਤ ਪਾਵੇ ਦੇ ਦਰਸ਼ਨ ਕੀਤੇ ਹਨ, ਤੂੰ ਸੁਨ ਤੇ ਵਿਸਮਾਦ ਦੀ ਅਵਸਥਾ ਪ੍ਰਾਪਤ ਕੀਤੀਆਂ ਹਨ, ਤੇਰੇ ਅੰਦਰ ਨਾਦ ਭਰਪੂਰ ਹੈ, ਤੈਨੂੰ ਕੀਰਤਨ ਵਰਗੀ ਦਾਤ ਤੇਰੀ ਝੋਲੀ 'ਚ ਪਈ ਹੈ। ਇਤਨੀ ਵੱਡੀ ਜਿਹੜੀ ਤੈਨੂੰ ਗਿਫਟ ਦਿੱਤੀਆਂ ਹਨ ਤੈਨੂੰ ਜਿਹੜੀਆਂ, ਉਸ ਗਿਫਟ ਦੇਣ ਵਾਲੇ ਨੂੰ ਕਦੀ ਵੀ ਉਸ ਨੂੰ ਨਹੀਂ ਭੁਲਾਉਣਾ ਚਾਹੀਦਾ। ਉਸ ਗਿਫਟ ਦੇਣ ਵਾਲੇ ਨੂੰ ਹਮੇਸ਼ਾ ਪਿਆਰ ਨਾਲ ਯਾਦ ਕਰਨਾ ਚਾਹੀਦਾ ਹੈ, ਬਾਰ-ਬਾਰ ਉਸ ਨੂੰ। ਜੇ ਪ੍ਰਸਾਦ ਤੂੰ ਪਾਵੇ ਸਾਥ, ਤੈਨੂੰ ਜਿਹਨੂੰ ਸੱਚ ਦੀ ਅਵਸਥਾ ਤੈਨੂੰ ਦਿੱਤੀ ਹੈ, ਰੇ ਮਨ ਮੇਰੇ ਤੂੰ ਤਾਂ ਸਿਓ ਰਾਜ, ਰਾਜ ਮਨੇ ਰਚ ਜਾਣਾ, ਉਹਦੇ ਨਾਲ ਭਾਵ ਪਿਆਰ ਕਰ ਲੈਣਾ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪ ਸੋਏ। ਗੁਰੂ ਨਾਨਕ ਦੀ ਫਿਲਾਸਫੀ ਇੱਥੇ ਆ ਕੇ ਵੀ ਹੋਰਨਾਂ ਧਰਮਾਂ ਨੂੰ ਅਲੱਗ ਹੈ। ਪਹਿਲੇ ਤੱਕ ਆਪਣੇ ਆਪ ਤੱਕ ਗੱਲ ਕੀਤੀ ਸੀ ਨੇ ਕਿ ਤੇਰੇ ਤੇ ਕੀ ਹੋਇਆ, ਹੁਣ ਸਭ ਨੇ ਬਾਰੇ ਸੋਚਦੇ ਹਨ। ਜਿਹਦੇ ਨਾਲ ਸਾਰਿਆਂ ਦੀ ਗਤੀ ਹੁੰਦੀ ਹੈ, ਭਾਵ ਸਾਰਿਆਂ ਦਾ ਭਲਾ ਮੰਗਦਾ ਹੈ, ਸਰਬੱਤ ਦੇ ਭਲੇ ਬਾਰੇ ਗੱਲ ਆਈ ਹੈ, ਸਰਬੱਤ ਦੇ ਭਲੇ ਦੀ ਅਰਦਾਸ ਹੈ। ਜਿਹਦੇ ਨਾਲ ਜੇ ਪ੍ਰਸਾਦ ਸਭ ਕੀ ਗਤ ਹੋਏ, ਜਿਹਦੀ ਕਿਰਪਾ ਨਾਲ ਸਾਰੇ ਦੀ ਗਤ ਪੂਰੀ ਹੁੰਦੀ ਹੈ, ਜਿਹਦੀ ਕਿਰਪਾ ਨਾਲ ਸਾਰਿਆਂ ਨੂੰ ਕੀਰਤਨ ਦੀ ਦਾਤ ਮਿਲਦੀ ਹੈ, ਬਾਣੀ ਦੀ ਦਾਤ ਮਿਲਦੀ ਹੈ, ਵਿਸਮਾਦ ਦੀ ਦਾਤ ਮਿਲਦੀ ਹੈ, ਸਿਮਰਨ ਦੀ ਦਾਤ ਮਿਲਦੀ ਹੈ। ਉਸ ਜਿਗਿਆਸੂ ਪ੍ਰਤਾਈ ਜਿਹੜੇ ਸਾਰੇ ਹਨ, ਜਿਹੜੇ ਨਾਨਕ ਜਾਪ ਜਪੇ ਜਪ ਸੋਏ, ਉਸ ਪ੍ਰਮਾਤਮਾ ਦਾ ਜਪ ਕਰਦੇ ਹਨ, ਉਸ ਪ੍ਰਮਾਤਮਾ ਨੂੰ ਯਾਦ ਰੱਖਦੇ ਹਨ, ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ, ਉਸ ਪ੍ਰਮਾਤਮਾ ਨਾਲ ਪਿਆਰ ਕਰਦੇ ਹਨ। ਤੇ ਪਿਆਰ ਕਰਨ ਦੇ ਤਰੀਕੇ ਬੜੇ ਹਨ। ਪਿਆਰ ਕਰਨ ਦੇ ਸਭ ਤੋਂ ਵੱਡਾ ਤਰੀਕਾ ਹੈ ਉਹਦੀ ਸ੍ਰਿਸ਼ਟੀ ਨਾਲ ਪਿਆਰ ਕਰਨਾ, ਹਰ ਇੱਕ ਨੂੰ ਆਪਣਾ ਜਾਣਨਾ, ਕੋਈ ਵਿਗਾੜਨਾ ਨਜ਼ਰ ਨਾ ਆਣਾ, ਹਰ ਇੱਕ ਨੂੰ ਉਸ ਪ੍ਰਮਾਤਮਾ ਵਿੱਚੋਂ ਦੇਖਣਾ, ਹਰ ਇੱਕ ਦੀ ਮਦਦ ਕਰਨੀ, ਹਰ ਇੱਕ ਦੇ ਦੁੱਖ ਦੂਰ ਕਰਨੇ, ਹਰ ਇੱਕ ਨੂੰ ਇਸ ਪਾਸੇ ਤੋਰਨਾ, ਹਰ ਇੱਕ ਨੂੰ ਇਨਕਰੇਜ ਕਰਨਾ ਕਿ ਪ੍ਰਮਾਤਮਾ ਵਾਲੇ ਪਾਸੇ ਲੱਗੋ। ਉਹ ਹੈ ਉਸ ਪ੍ਰਮਾਤਮਾ ਨਾਲ ਪਿਆਰ ਕਰਨਾ। ਤੇ ਉਹ ਪ੍ਰਮਾਤਮਾ ਦਾ ਜਿਹੜਾ ਐਕਸਟਰਨਲ ਪਿਆਰ ਹੈ, ਫਿਰ ਇੰਟਰਨਲਾਈਜ਼ ਹੋ ਜਾਂਦਾ ਹੈ ਉਹ ਆਪਣੇ ਆਪ। ਤੇ ਜਦੋਂ ਇੰਟਰਨਲਾਈਜ਼ ਹੁੰਦਾ ਹੈ, ਫਿਰ ਸਿਮਰਨ ਰੂਪ ਵਿੱਚ ਪਿਆਰ ਅੰਦਰੋਂ ਪੈਦਾ ਹੋ ਕੇ ਅੰਦਰਲਾ ਸਿਮਰਨ ਸਟਰੋਂਗ ਹੋ ਜਾਂਦਾ, ਜਿਹਦਾ ਅੰਦਰਲਾ ਪਿਆਰ ਸਟਰੋਂਗ ਹੋ ਜਾਂਦਾ ਹੈ, ਜਿਹਦੀ ਡੈਫੀਨੇਸ਼ਨ ਅੱਗੇ ਜਾ ਕੇ 21ਵੀਂ ਅਸ਼ਟਪਦੀ ਵਿੱਚ 23ਵੀਂ ਅਸ਼ਟਪਦੀ ਵਿੱਚ ਜਾ ਕੇ ਮਹਾਰਾਜ ਉਸ ਗੱਲ ਨੂੰ ਖੋਲਣਗੇ। ਇੱਥੇ ਇਤਨਾ ਹੀ ਕਹਿਣਾ ਜ਼ਰੂਰੀ ਹੈ। So I'm going to stop for a few seconds ਕਿ ਇਸ ਜੈ ਪ੍ਰਸਾਦ ਦੀ ਜਿਹੜੀ ਅਵਸਥਾ ਜਿਹੜੀ ਹੈ ਉਹਨੂੰ ਕਨਕਲੂਡ ਕਰ ਲਿੱਤਾ ਨੇ। ਉਹ ਡਿਸਕਸ਼ਨ ਕਨਕਲੂਡ ਹੋ ਗਈ ਹੈ। ਉਸ ਡਿਸਕਸ਼ਨ ਤੇ ਹੁਣ ਉਸ ਬਾਰੇ ਕੋਈ ਗੱਲ ਨਹੀਂ ਹੈਗੀ ਸਪਸ਼ਟ। ਹੁਣ 8ਵੇਂ ਸਟੈਂਜ਼ੇ ਦਾ ਮਜ਼ਮੂਨ ਦੂਸਰਾ ਹੈ। 8ਵੇਂ ਸਟੈਂਜ਼ੇ ਦਾ ਜਿਹੜਾ ਫੋਕਸ ਜਿਹੜਾ ਹੈ, ਜਿਹੜਾ ਸੈਂਟਰਲ ਆਈਡੀਆ ਜਿਹੜਾ ਹੈ, ਉਹ ਹੁਣ ਉਸ ਤੋਂ ਉੱਚਤਮ ਕੋਟੀ ਦੇ ਜਿਗਿਆਸੂ ਵਾਸਤੇ ਇਹ ਗੱਲ ਸਮਝਾਣਗੇ ਉਸਨੂੰ ਕਿ ਤੇਰੇ ਹੁੰਦਿਆਂ ਜਪਣ ਦਾ ਨਾਮ ਕੀਰਤਨ ਕਰ ਲੈਣਾ ਸਭ ਕੁਝ ਉਹ ਕਰਾਉਣ ਵਾਲਾ ਹੈ, ਸਾਰੇ ਗੁਣ ਉਹ ਦੇਣ ਵਾਲਾ ਹੈ। ਤੇਰੇ ਹੱਥ ਵਿੱਚ ਅਰਦਾਸ ਹੈ, ਤੂੰ ਅਰਦਾਸ ਕਰਿਆ ਕਰ ਬਾਰ-ਬਾਰ ਉਸਨੂੰ। ਹਾਂਜੀ, I'm going to stop for a few seconds and then speak. It's 11:17 now and this will take some more time. I might not do this right now. I might do it in the next class though. Yeah, this will take a little more time to discuss. So I'm going to wait if people have questions or not. Can you explain the first line, Jai Prasad tu Pargat Sansar, one more time? ਜਿਹਦੀ ਕਿਰਪਾ ਨਾਲ ਤੂੰ ਇਸ ਸੰਸਾਰ ਵਿੱਚ ਆਇਆ ਹੈ, ਜਿਹਦੀ ਕਿਰਪਾ ਨਾਲ ਤੈਨੂੰ ਮਨੁੱਖਾ ਦੇਹੀ ਮਿਲੀ ਹੈ, ਜਿਹਦੀ ਕਿਰਪਾ ਨਾਲ ਤੈਨੂੰ ਮਨੁੱਖਾ ਦੇਹੀ ਇਸ ਵਾਸਤੇ ਮਿਲੀ ਹੈ ਕਿ ਤੂੰ ਪ੍ਰਮਾਤਮਾ ਨਾਲ ਪਿਆਰ ਕਰਕੇ ਪਰਮਗਤ ਪਾਇਆ ਹੈ। ਜੇ ਮਨੁੱਖਾ ਦੇਹੀ ਨਹੀਂ ਮਿਲਦੀ ਤੈਨੂੰ ਤਾਂ ਤੂੰ ਕਿਸ ਤਰ੍ਹਾਂ ਸਿਮਰਨ ਕਰਦਾ? ਜੇ ਮਨੁੱਖਾ ਦੇਹੀ ਨਹੀਂ ਮਿਲਦੀ ਤੂੰ ਕਿਸ ਤਰ੍ਹਾਂ ਵਿਸਮਾਦ ਵਿੱਚ ਜਾਂਦਾ? ਜੇ ਮਨੁੱਖਾ ਦੇਹੀ ਨਹੀਂ ਮਿਲਦੀ ਤਾਂ ਕਰਨ ਸੁਨੇ ਨਾਦ ਦੀ ਅਵਸਥਾ ਕਿੰਜ ਪ੍ਰਾਪਤ ਕਰਦਾ? ਇਹ ਮਨੁੱਖਾ ਦੇਹੀ ਤੈਨੂੰ ਦਿੱਤੀ ਹੈ, ਤੂੰ ਸੰਸਾਰ ਵਿੱਚ ਪ੍ਰਗਟ ਹੋਇਆ ਹੈ, ਤੈਨੂੰ ਇਸ ਜੰਜਾਲ ਵਿੱਚੋਂ, ਤੈਨੂੰ ਇਸ ਬੌਂਡੇਜ ਵਿੱਚੋਂ ਰਿਲੀਜ਼ ਕਰਨ ਦੀ ਤਰੀਕਾ ਪ੍ਰਮਾਤਮਾ ਨੇ ਤੈਨੂੰ ਦੱਸਿਆ ਇਸ ਮਨੁੱਖਾ ਦੇਹੀ ਦੀ ਤਰ੍ਹਾਂ। ਤੇ ਉਸ ਦਾ ਤੂੰ ਥੈਂਕ ਯੂ ਤੂੰ ਕਰਿਆ ਕਰ, ਜਿਹਦੀ ਕਿਰਪਾ ਨਾਲ ਤੂੰ ਇਸ ਸੰਸਾਰ ਵਿੱਚ ਆਇਆ ਹੈ ਤੇ ਸੰਸਾਰ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਜਪਿਆ ਹੈ, ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ, ਜਾਂ ਇੱਥੇ ਆ ਕੇ ਤੂੰ ਸੇਵਾ ਕੀਤੀ ਹੈ, ਸੇਵਾ ਖੱਟ ਕੇ ਸਿਮਰਨ ਨਾਲ ਵਿਸਮਾਦ ਨਾਲ ਪ੍ਰਮਾਤਮਾ ਦੇ ਨੇੜੇ ਗਿਆ ਹੈ, ਸਾਰਿਆਂ ਦੀ ਹੈਲਪ ਤੂੰ ਕੀਤੀ ਹੈ, ਤੂੰ ਪ੍ਰਗਟ ਸੰਸਾਰ ਤੇ ਹੋਇਆ ਹੈ, ਇਸ ਗੱਲ ਦਾ ਸ਼ੁਕਰ ਤੂੰ ਅੱਗੇ ਕਰਿਆ ਕਰ। ਸੋ ਵੀਰ ਜੀ, ਐਜ਼ ਆਈ ਪੁਆਇੰਟਡ ਇਟ ਆਊਟ ਕਿ ਇਹ ਨੰਬਰ 7 ਜਿਹੜੀ ਹੈ ਇਹ ਕਨਕਲੂਜਨ ਹੈ ਉਸ ਡਿਸਕਸ਼ਨ ਦਾ, ਜਿਹੜੀ 36 ਅੰਮ੍ਰਿਤ ਖਾਏ ਦੀ ਡਿਸਕਸ਼ਨ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਉਹਦੀ ਇਹਦੀ ਕਨਕਲੂਜਨ ਦਿੰਦੇ ਹਨ ਉਹਨਾਂ 7 ਪਦਿਆਂ ਦਾ। ਤੇ ਇਹਨਾਂ 7 ਪਦਿਆਂ ਦੇ ਕਨਕਲੂਜਨ ਤੋਂ ਬਾਅਦ ਆਪ ਵਿਸਮਾਦ ਵਿੱਚ ਚਲੇ ਗਏ ਹਨ ਹੁਣ ਜ਼ਿਆਦਾ,
क्योंकि अगली लाइन जिहड़ी है हुण गल ही बदल दी ने बिल्कुल। हुण आप जपाए जपे सो नाम वाली गल आएगी कि हुण टोटल अनकंडीशनल सरेंडर दी गल करदे हन 8वें विच। कोई किसी किस्म दा सवाल नहीं, बिल्कुल अनकंडीशनली किसी दे अगे दंडोत प्रणाम करके जदों बंदा लेट जाए, जदों बिल्कुल अनकंडीशनली अपने दे देवे। ते जदों गुरु अंगद देव महाराज जदों दे सामने गुरु अमरदास पातशाह जदों वीरों नूं सुनिया, बीबी वीरों नूं आसा दी वार दा कीर्तन ते पता लगाया जदों कि किदा कलाम पढ़दी है, ते उन्होंने दसिया कि ये मेरे पिता गुरु अंगद देव जी महाराज उन्हां दे गुरु नानक जेड़े आद गुरु हैं ने उन्हां दा कलाम है, उन्हां दी लिखी हुई पोइट्री है। ते कहन लगे फिर मैनू लै चल उन्हां कोल। ते उत्थे भी सूर्य प्रकाश जी कथन आए हैं, उत्थे भी जाके उन्होंने जदों उन्होंने जफी, क्योंकि उन्हां दे समधी लगदे सन, उन्हां दे रिश्तेदार सन, उन्हां दी धी व्याही हुई सी उन्हां दे घर। ते कहन लगे नहीं उस रिश्ते बारे नहीं आया, मैं उस रिश्ते नाल नहीं आया तुहाडे कोल, ਇਹ ਮੈਨੂੰ ਤੁਸੀਂ ਆਪਣਾ शिष्य धारण करो, ਮੈਨੂੰ गुरु मैं ਤੁਹਾਨੂੰ गुरु रूप च देखना चाहता। ਤੇ ਉੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉੱਥੇ ਆ ਕੇ ਅਨਕੰਡੀਸ਼ਨਲੀ ਆਪਣੇ ਆਪ ਨੂੰ ਸਰੈਂਡਰ ਕੀਤਾ ਗੁਰੂ ਅੰਗਦ ਦੇਵ ਜੀ। ਤਾਂ ਹੀ ਉਹਨਾਂ ਨੂੰ ਉਹ ਵਾਲੀਆਂ ਅਵਸਥਾ ਪ੍ਰਾਪਤ ਹੋਈਆਂ ਜਿਹੜੀਆਂ ਨਿਥਾਵਾਂ ਦੇ ਥਾਂ ਬਣ ਗਏ, ਨਿਓਟਿਆਂ ਦੇ ਓਟ ਬਣ ਗਏ, ਨਿਆਸਰਿਆਂ ਦੇ ਆਸਰੇ ਬਣੇ ਹੋ, ਨਿਪੱਤਿਆਂ ਦੀ ਪੱਤ ਬਣੇ ਹੋ, ਕਿਉਂਕਿ ਉਹਨਾਂ ਨੇ ਉਸ ਅਵਸਥਾ ਵਿੱਚ ਉਹਨਾਂ ਨੂੰ ਆਪਣੇ ਗੁਰੂ ਨੂੰ ਬਿਲਕੁਲ ਅਨਕੰਡੀਸ਼ਨਲੀ ਐਕਸੈਪਟ ਕੀਤਾ। ਉਹਨਾਂ ਨੂੰ सोचा भी नहीं कभी भी कौन है की करनगे, किथों लैके आए हैं। मैं गागर भर सकदा, 71 साल की मेरी उम्र है, मैं की करांगा सवेरे। सो ये 8वां जिहड़ा स्टैंजा जो डिस्कस करांगे नेक्स्ट, उहदे विच देखोगे कि ये एक आप विस्माद की अवस्था में जाके उस गल नूं छेड़िया ने। हाँ जी। Anybody else has any questions though, or questions or comments or something? Otherwise, we will end the session sooner than normal. That's fine with me. Vijay, this is Jaspal. Can you explain Jai Prasad Sab Ki Gat Hoy? I know it's pretty straightforward, but there's probably a deeper meaning that jidi kirpa naal ਸਾਰੇ ਤਰ ਜਾਂਦੇ ਹਨ, ਜਿਹਦੀ ਕਿਰਪਾ ਦੇ ਨਾਲ, ਜਿਹਦੀ ਕਿਰਪਾ ਦੇ ਨਾਲ ਸਾਰਿਆਂ ਦੀ ਗਤੀ ਹੁੰਦੀ ਹੈ। ਤੇ ਇਹ ਸਿੱਖ ਦੀ ਅਰਦਾਸ ਹੈ ਕਿ ਮੈਂ हे ਪ੍ਰਮਾਤਮਾ, ਜਿਹਦੀ ਤੁਹਾਡੀ ਵਜ੍ਹਾ ਨਾਲ ਸਾਰਿਆਂ ਦੀ ਗਤ ਹੁੰਦੀ ਹੈ, ਸਿਰਫ ਮੇਰੀ ਗਤ ਨਹੀਂ ਹੋਈ। ਉਸ ਤੋਂ ਪਿਛਲੀ ਲਾਈਨ ਵੀ ਸੀ ਕਿ ਉਸ ਤੋਂ ਪਿਛਲੇ ਸਟੈਂਜ਼ਾ ਵੀ ਸੀ ਕਿ ਜੇ ਪ੍ਰਸਾਦ ਪਰਮ ਗਤ ਪਾਵੈ। ਹੁਣ ਹੈ ਜੇ ਪ੍ਰਸਾਦ ਸਭ ਕੀ ਗਤ ਹੋਏ। पहले मैं सोचा इस तरह की मैं परम गति नूं प्राप्त होया, हे परमात्मा इस वास्ते मैं तुहाडा शुक्रिया हाँ, मैं थैंक यू हाँ। हुण मैं सोचा हे परमात्मा, मैं होरां तरफों भी तुहानूं थैंक यू करदा पिया, सब तरफों मैं सारे दी तरफों तुहानूं थैंक यू कर रहा, क्योंकि तुसीं सारियां नूं उत्थे पहुंचाया है। ओ थैंक यू करन ना करन, गुरु का सिख तुहाडा थैंक यू करदा है। गुरु का सिख तुहाडा अंदरों ਤੁਹਾਨੂੰ ਥੈਂਕ ਯੂ ਕਰਦਾ ਹੈ। ਜੇ ਪ੍ਰਸਾਦ ਤੁਸੀਂ ਸਭ ਨੂੰ ਆਪਣੀ ਗਲਵਕੜੀ ਚ ਰੱਖਿਆ ਹੈ, ਤੁਸੀਂ ਸਭ ਨੂੰ ਪਰਮਗਤ ਦੀ ਪ੍ਰਾਪਤੀ ਅਵਸਥਾ ਦਿੱਤੀ ਹੈ, ਸਾਰਿਆਂ ਦੀ ਗਤੀ ਕੀਤੀ ਹੈ ਤੁਸੀਂ। ਹੈ ਮੇਰੇ ਦਾਤਾ, ਗੁਰੂ ਕਾ ਸਿੱਖ ਤੁਹਾਡੇ ਅੱਗੇ ਸਿੱਖ ਨਿਵਦਾ ਹੈ, ਗੁਰੂ ਕਾ ਸਿੱਖ ਤੁਹਾਡੇ ਅੱਗੇ ਬੇਨਤੀ ਕਰਦਾ ਹੈ, ਤੁਹਾਡੇ ਜੇ ਪ੍ਰਸਾਦ ਦੀ ਅਵਸਥਾ ਚ ਆਂਦਾ ਹੈ ਕਿ ਤੁਸੀਂ ਸਾਰਿਆਂ ਦੀ ਗਤੀ ਕੀਤੀ ਹੈ। ਇਸ ਵਾਸਤੇ ਗੁਰੂ ਕਾ ਸਿੱਖ ਪ੍ਰਸੰਨ ਹੋ ਕੇ ਤੁਹਾਡੀ ਪ੍ਰੇਮਾ ਭਗਤੀ ਕਰਦਾ ਹੈ ਜੀ। ਇਹ ਭਾਵ ਹੈ ਇਸ ਲਾਈਨ ਦਾ। So as you noticed everybody that कि सुखमनी दी बाणी जड़ी असी कई बारी बहुत जल्दी पढ़ जाते हाँ because of lack of time। सवा घंटे विच, 1.5 घंटे विच कई बारी वो टाइम लिमिट्स होंदियां बंदे दियां, फटोफट पढ़न नाल इस बाणी दा भाव जड़ा वै हिरदे अंदर नहीं आंदा। As you noticed though कि ये ते हाले अष्टपदी नंबर 6, 7 ते आए हाँ, 6 ते आए हैं, ते अगलियां अष्टपदियां नंबर 16 तो बाद स्पेशली वो अष्टपदियां बहुत गहरियां हैं बड़ियां, स्पेशली 16 तो बाद वालियां जड़ियां अष्टपदियां हैं। फिर 20 तो बाद ते बहुत गहराई दा लेवल ही अलग हो जाता है। 20th तो बाद 21st विच, 22nd विच, स्पेशली 23rd विच आके जदों ज्ञान दी गल करनगे, ज्ञान अंजन गुर दिया अज्ञान अंधेर विनाश वाली जदों वो डिस्कशन जदों आएगी, तुसीं नोटिस करोगे कि बहुत उच्च कोटि दे जिज्ञासु वास्ते डिस्कशन लिखी हुई है सारियां। So I hope everybody is impressed by all this stuff in the sense कि
ਕਿ ਜੋ ਚੀਜ਼ਾਂ ਜਿਹੜੀਆਂ ਚੀਜ਼ਾਂ ਅਸੀਂ ਜਲਦਬਾਜ਼ੀ ਚ ਪੜ੍ਹਦੇ ਹਾਂ, ਜਿਨ੍ਹਾਂ ਚੀਜ਼ਾਂ ਨੂੰ ਅਸੀਂ ਫੋਕਸ ਕਰਕੇ ਕਈ ਵਾਰੀ ਨਹੀਂ ਪੜ੍ਹ ਪਾਉਂਦੇ, ਅਗਰ ਥੋੜੀ ਰੁਕ ਕੇ ਫੋਕਸ ਕਰਕੇ ਬੰਦਾ ਪੜ੍ਹੀਏ ਤੇ ਮਨ ਤੇ ਜ਼ਿਆਦਾ ਅਸਰ ਹੁੰਦਾ ਉਹਨਾਂ ਗੱਲਾਂ ਦਾ, ਤੇ ਗੁਰੂ ਦੀ ਗੱਲ ਜਿਹੜੀ ਹੈ ਜ਼ਿਆਦਾ ਜਿਹੜੀ ਹੈ ਕਲੈਰਿਟੀ ਆਉਂਦੀ ਹੈ ਉਸ ਥਾਟ ਪ੍ਰੋਸੈਸ ਦੀ। ਹਾਂਜੀ ਹਾਂਜੀ, any questions or any comments or something? ਤੇ ਹੁਣ every week I think you outdo yourself. No ਵੀਰ ਜੀ, don't say that. ਵੀਰ ਜੀ ਲਾਸਟ ਵਾਰੀ ਹੋਮਵਰਕ ਦਿੱਤਾ ਸੀ, ਉਹ ਕੀ ਹੋਮਵਰਕ ਸੀ ਵੀ ਰਿਮਾਈਂਡ ਕਰਾਓ ਜੀ ਮੈਨੂੰ। ਉਹ ਸੀਗਾ ਹੋਮਵਰਕ ਦਿੱਤਾ ਸੀ ਵੀਰ ਜੀ ਕਿ ਨਾਨਕ ਦੇ ਉਹ ਰਾਮਕਲੀ ਦੀ ਵਾਰ, ਸੱਤਾ ਬਲਵੰਡ ਦੀ ਵਾਰ ਦੇ ਵਿੱਚ ਆਉਂਦਾ ਕਿ ਨਾਨਕ ਨੂੰ ਉਹ ਤੁਸੀਂ ਆਨਸਰ ਹੀ ਦੱਸ ਦਿੱਤਾ ਦੀਦੀ। ਕੁਐਸਚਨ ਇਹ ਸੀ ਮੇਰਾ ਕਿ ਨਾਨਕ ਦਾ ਕੱਕਾ ਮੁਕਤਾ ਬੜੀ ਜਗ੍ਹਾ ਹੈ, ਨਾਨਕ ਨੂੰ ਔਕੜ ਬੜੀ ਜਗ੍ਹਾ ਹੈ, ਪਰ ਨਾਨਕ ਦੇ ਕੱਕੇ ਨੂੰ ਸਿਹਾਰੀ ਕਿੱਥੇ ਲੱਗਦੀ ਹੈ? ਸਿਹਾਰੀ ਬਹੁਤ ਘੱਟ ਜਗ੍ਹਾ ਲੱਗਦੀ ਹੈ ਜਿਹੜੀ, ਤੇ ਸਿਹਾਰੀ ਕਿੱਥੇ ਲੱਗੀ ਹੋਈ ਹੈ? ਸੋ who honestly found the answer though? Forget Didi has already given the, उन्होंने beans already spill कर देते, but who honestly found the, who पहले तो बहुत घाटे नु याद ही रहना है, that is very I'm used to that. If only 5 people remembered it, I'll be shocked, you know. So पर कईयों ने देखा, किसी ने मेहनत की थी, किसी ने देखा नहीं? So I found it in 3 places. Okay, share with me, Preeti. So yeah, so एक ते 2 बारी आया है श्री राग विच वंजाने दी बानी विच, same बानी विच I found it twice. Very good. On like page 82 Guru Granth Sahib Ji, te ek malle tije on page 1300 I think 80 something or 90 एक बारी दिखा मैंने। ਤੇ ਸਭ ਤੋਂ ਜ਼ਿਆਦਾ ਕਿੱਥੇ ਆਈ ਹੈ ਬਾਣੀ, ਜਿੱਥੇ ਜਿਹੜੀ ਆਲਰੇਡੀ ਦੀਦੀ ਕਹਿ ਚੁੱਕੇ ਹਨ, ਸਭ ਤੋਂ ਜ਼ਿਆਦਾ ਨਾਨਕ ਕੱਕੇ ਨੂੰ ਸਿਹਾਰੀ ਵਾਲਾ ਕਿੱਥੇ ਆਇਆ ਹੈ? ਰਾਗ ਰਾਮਕਲੀ ਵਿੱਚ ਭੱਟਾਂ ਦੇ ਸੱਤੇ ਬਲਵੰਡ ਦੀ ਵਿੱਚ, ਸੱਤੇ ਬਲਵੰਡ ਦੀ ਵਾਰ ਵਿੱਚੋਂ ਆਇਆ ਹੈ। ਐਂਡ ਹੁਣ ਮੈਂ ਨੈਕਸਟ ਕੁਐਸਚਨ ਪੁੱਛਾਂ, ਕਿਉਂ? Why? What is so special about that ਬਾਣੀ? ਇਹ ਉੱਥੇ ਲਿਖਿਆ ਨੇ, ਬਾਕੀ ਜਗ੍ਹਾ ਵੀ ਲਿਖ ਦਿੰਦੇ। ਉਸ ਬਾਣੀ ਹਰ ਜਗ੍ਹਾ ਕੱਕੇ ਨੇ ਸਿਹਾਰੀ ਆਏ, ਕਿਉਂ? Why? They had actually witnessed Baba Sahib. I mean, they had actually no. ਆਪਣੀ ਨਹੀਂ ਵੀਰ ਜੀ, ਆਪਣੀ ਸੁਰਤ ਨੂੰ ਹੋਰ ਉੱਚਾ ਕਰੋ। ਉੱਥੇ ਨਾਨਕ ਜਦੋਂ ਵਰਡ ਆਏਗਾ ਔਂਕੜ ਵਾਲਾ ਜਾਂ ਮੁਕਤੇ ਵਾਲਾ, ਤੇ ਉੱਥੇ ਬਾਣੀ ਕਿਹਦੀ ਹੋਏਗੀ, ਲਿਖੀ ਕਿਹਦੀ ਹੋਏਗੀ ਬਾਣੀ? ਉਹ as a general rule ਗੁਰੂਆਂ ਦੀ ਬਾਣੀ ਹੋਏਗੀ as a general rule. ਤੇ ਸੱਤੇ ਬਲਵੰਡ ਦੇ ਆਥਰ ਕੌਣ ਹਨ? ਹਾਂਜੀ, ਸੱਤੇ ਬਲਵੰਡ ਦੇ ਆਥਰ ਨਾਨਕ ਨਹੀਂ ਹਨ ਜਾਂ ਗੁਰੂ ਸਾਹਿਬ ਨਹੀਂ ਹੈ। ਤੇ ਇੱਥੇ ਨਾਨਕ as an author word ਨਹੀਂ ਆਇਆ ਹੈ ਜੀ। ਉੱਥੇ ਨਾਰਮਲੀ ਨਾਨਕ ਦੀ ਛਾਪ as an author ਆਏਗੀ ਹਰ ਗੁਰਬਾਣੀ ਦੇ ਬਾਣੀ ਵਿੱਚ। ਉੱਥੇ ਸੱਤੇ ਬਲਵੰਡ ਦੀ ਵਾਰ ਵਿੱਚ ਨਾਨਕ ਨੂੰ ਕਿਸ ਤਰ੍ਹਾਂ ਪ੍ਰਯੋਗ ਕੀਤਾ? ਫਿਰ ਨਾਨਕ, the word Nanak has not come as an author of that, ਜਾਂ ਹੇ ਨਾਨਕ ਜਾਂ ਨਾਨਕ ਕਹਿ ਰਹੇ ਆ ਜਾਂ ਪ੍ਰਣਵਤ ਨਾਨਕ, ਉਂਝ ਗੱਲ ਨਹੀਂ ਆਈ। ਤੇ ਉਹ ਨਾਨਕ ਫਿਰ ਕਿਉਂ ਆਇਆ ਜੀ? ਹਾਂਜੀ, ਰੋਸ਼ਨੀ ਪਾਓ ਜੀ ਇਹਦੇ ਉੱਤੇ, ਥੋੜੀ ਆਪਣੀ ਸੁਰਤ ਨੂੰ ਉੱਚਾ ਕਰੋ, ਉੱਚ ਕੋਟੀ ਦੇ ਜਿਗਿਆਸੂ ਬਣੋ। ਸੱਤੇ ਬਲਵੰਡ ਹੋਰੀ ਕਹਿ ਰਹੇ ਨੇ with the grace of Nanak, with the grace of Nanak ਤੋਂ ਵੀ ਉੱਚ ਕੋਟ ਨਾਨਕ ਨੇ ਜਾਂ ਨਾਨਕ ਨੇ ਰਾਜ ਚਲਾਇਆ, ਨਾਨਕ ਨੇ ਰਾਜ ਚਲਾਇਆ, ਫਸਟ ਪਰਸਨ ਜਾ ਬਸ ਵਹੀ, ਨਾਨਕ ਨੇ ਰਾਜ ਚਲਾਇਆ, ਨਾਨਕ ਨੇ ਕਿਰਪਾ ਕੀਤੀ। ਹਾਂਜੀ, ਨਾਨਕ ਨੇ ਸਾਰਾ ਕੰਮ ਹੈ ਸਾਰਿਆ, ਨਾਨਕ ਨੇ ਉਲਟੀ ਗੰਗਾ ਚਲਾਈ। ਹਾਂਜੀ, ਉਲਟੀ ਗੰਗ ਵਹਾਇਓ ਵੀ ਗੜ। ਉੱਥੇ ਵੀ ਉਸ ਵਾਰ ਵਿੱਚ ਵੀ, maybe we can talk about that, there's so many things to talk about, there's not enough time though I keep saying that, but ਉੱਥੇ ਵੀ ਨਾਨਕ ਵਰਡ ਦੇ ਸਿਹਾਰੀ ਬੜੀ ਆਈ ਹੈ, ਕਿਉਂਕਿ ਉੱਥੇ ਨਾਨਕ as an author form ਨਹੀਂ ਆਇਆ। ਹਾਂਜੀ, ਸੋ ਨਾਨਕ ਉੱਥੇ ਆਇਆ ਹੈ ਕਿਉਂਕਿ ਨਾਨਕ ਨੇ ਰਾਜ ਚਲਾਇਆ, ਨਾਨਕ ਨੇ ਸੱਚ ਦੀ ਨੀਂਵ ਰੱਖੀ। ਹਾਂਜੀ, ਤੇ ਨਾਨਕ ਨੇ ਕੀ ਕੀਤਾ ਉੱਥੇ ਆਇਆ ਵਰਡ। ਇੱਕ ਹੋਰ ਕੁਐਸਚਨ ਹੀ ਮੈਂ ਕੀਤਾ ਸੀ which somebody, ਵੀਰ ਜੀ texted me ਕਿ he found the answer, though ਮੈਂ 2-3 ਹਫ਼ਤੇ ਪਹਿਲੇ ਕੁਐਸਚਨ ਪੁੱਛਿਆ ਸੀ ਕਿ ਗੁਰਬਾਣੀ ਵਿੱਚ ਸਿਰਫ ਇੱਕੋ ਗੁਰੂ ਮਹਿਲਾਂ ਦੀ ਗੱਲ ਆਈ ਹੈ, ਗੁਰੂ ਸਾਹਿਬ ਦੀ, ਉਹਨਾਂ ਦੀ ਸਪਾਊਸ ਦੀ, ਇੱਕ ਗੁਰੂ ਸਾਹਿਬ ਦੇ ਸਪਾਊਸ ਦੇ ਬਾਰੇ ਗੱਲ ਆਈ ਹੈ।
ਮਾਤਾ ਖੀਵੀ ਜੀ ਹੈ, ਮਾਤਾ ਖੀਵੀ ਜੀ। ਔਰ ਉਹ ਵੀ ਗੱਲ ਉੱਥੇ ਹੀ ਆਈ ਹੈ, ਉसी ਬਾਣੀ ਵਿੱਚ ਹੀ ਆਈ, ਸੱਤੇ ਬਲਵੰਡ ਦੀ ਵਾਰ, ਸੱਤੇ ਬਲਵੰਡ ਦੀ ਵਾਰ 'ਚ ਆਈ ਹੈ। ਕਿਉਂਕਿ ਹੁਣ ਤੱਕ ਖਡੂਰ ਸਾਹਿਬ ਉੱਥੇ ਵਰਡ ਆਏ ਹਨ, ਖੀਰ ਘਿਆਲੀ ਵਰਡ ਆਏ ਹਨ, ਅੰਮ੍ਰਿਤ ਖੀਰ ਘਿਆਲੀ, ਅੰਮ੍ਰਿਤ ਖੀਰ ਘਿਆਲੀ, ਘਿਆਲੀ ਮਨੇ ਘਿਓ ਵਾਲੀ, ਯੂ نو। ਤੇ ਹੁਣ ਤੱਕ ਉੱਥੇ ਖਡੂਰ ਸਾਹਿਬ ਲੰਗਰ ਵਿੱਚ ਐਵਰੀ ਡੇ ਉਹ ਘਿਓ ਵਾਲੀ ਖੀਰ ਹੁਣ ਤੱਕ ਬਣਦੀ ਹੈ, ਜਿਹੜੀ ਮਾਤਾ ਖੀਵੀ ਜੀ ਬੜੇ ਪਿਆਰ ਸਤਿਕਾਰ ਨਾਲ ਸੰਗਤਾਂ ਨੂੰ ਛਕਾਇਆ ਕਰਦੇ ਸਨ। ਤੇ ਬਹੁਤ ਅਦਬ ਤੇ ਸਰਕਾਰ ਉਹਨਾਂ ਦਾ ਕਿਉਂ ਹੋਇਆ ਹੈ? ਕਿਉਂਕਿ ਉਹਨਾਂ ਵਰਗੇ ਗੁਰੂ ਮਹਿਲ ਨਹੀਂ ਹੋਏ ਕੋਈ ਹੋਰ। ਉਹਨਾਂ ਦੀ ਸੇਵਾ ਦਾ ਭਾਵ ਸਾਰੇ ਵਿੱਚ ਸੀ, ਲੇਕਿਨ ਉਹਨਾਂ ਦੀ ਲੰਗਰ ਵਿੱਚ, ਲੰਗਰ ਦੀ ਸੇਵਾ, ਉਹਨਾਂ ਦੀ ਹੋਰ ਤਰਫੋਂ ਸੇਵਾ ਦੇ ਕਾਰਨ ਦੇਖੋ ਉਹਨਾਂ ਨੂੰ ਇਤਨਾ ਵੱਡਾ ਮਾਨ ਪ੍ਰਾਪਤ ਹੋਇਆ ਹੈ ਕਿ ਉਹਨਾਂ ਦੀ ਗੱਲ ਜਿਹੜੀ ਹੈ ਸੱਤੇ ਬਲਵੰਡ ਦੀ ਵਾਰ ਵਿੱਚ they felt compelled to mention her name there, you know। so ਇਹ ਇੱਕ ਬਹੁਤ ਵੱਡਾ ਮਾਨ ਹੈ ਉਹਨਾਂ ਨੂੰ ਜਿਹੜਾ ਪ੍ਰਾਪਤ ਹੋਇਆ ਹੈ ਮਾਤਾ ਖੀਵੀ ਜੀ ਨੂੰ, ਜਿਹੜੇ ਕਿ ਘਿਆਲੀ ਖੀਰ ਬਣਾਣੀ ਉਹਨਾਂ ਨੇ ਤੇ ਸੰਗਤ ਵਿੱਚ ਫਿਰ ਉਹਨਾਂ ਨੇ ਜਾ ਕੇ ਪਰੋਸਣੀ ਉਸ ਖੀਰ ਨੂੰ, ਆਪਣੇ ਹੱਥੀਂ ਤਿਆਰ ਕਰਨਾ। ਤੇ ਉਹਨਾਂ ਦੀ ਯਾਦ ਵਿੱਚ ਅੱਜ ਵੀ ਖਡੂਰ, ਹੁਣ ਵੀ ਤੁਸੀਂ ਦਰਸ਼ਨ ਕਰੋਗੇ ਖਡੂਰ ਸਾਹਿਬ ਜਾਓਗੇ, ਅਗਰ ਲੰਗਰ ਛਕੋਗੇ ਤੇ ਤੁਹਾਨੂੰ ਘਿਆਲੀ ਖੀਰ, ਤੁਹਾਨੂੰ ਉਹਨਾਂ ਦੀ ਯਾਦ ਵਿੱਚ ਉਹ ਖੀਰ ਹੁਣ ਤੱਕ ਬਣਦੀ ਹੈ ਉੱਥੇ। ਉਹ ਖੀਰ ਜਿਹੜੀ ਹੈ ਰੈਸਿਪੀ ਸ਼ਾਇਦ ਬਦਲ ਗਈ ਹੋਵੇ, ਇੰਨੇ ਸਾਲ ਹੋ ਗਏ, ਮੇਬੀ ਨਹੀਂ ਵੀ ਬਦਲੀ ਹੋਵੇ, ਬਟ ਰਿਮੈਂਬਰ ਦੋ ਕਿ 1710 ਤੋਂ ਬਾਅਦ ਜਦੋਂ ਗੁਰਦੁਆਰੇ ਛੋੜਨੇ ਪਏ ਸਿੰਘਾਂ ਨੂੰ, ਇਹ ਸਾਰੇ ਗੁਰਦੁਆਰੇ ਜਿਹੜੇ ਹਨ ਸਿੰਘ ਵਿਹਾਰ ਵਿੱਚ ਰਹਿੰਦੇ ਸਨ, ਤੇ ਉਹਨਾਂ ਦਿਨਾਂ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਸੀ ਦੋ ਵੱਡੀ ਸੰਸਥਾਵਾਂ ਨੂੰ ਗਿਆ, ਦੋ ਵੱਡੇ ਪ੍ਰਮੁੱਖ ਜਿਹੜੇ ਸਨ organizations ਨੂੰ, ਦੋ ਵੱਡੀਆਂ organizations ਨੂੰ ਗਿਆ। Can somebody in the class tell me what are those two big organizations that the ਗੁਰਦੁਆਰੇ ਦਾ ਪ੍ਰਬੰਧ ਕਿਹਨਾਂ ਕੋਲ ਗਿਆ ਉਸ ਵੇਲੇ? And also the same person has to answer ki how come those people never got bothered by the Mughals? How come they left them alone? Mahant. Yeah, Mahant, yeah, but us to ਉੱਚੀ ਹੋਰ define ਕਰੋ, broader महंत ਜਿਹੜਾ ਕਿ broader category ਨੂੰ define ਕਰੋ। ਹਾਂਜੀ ਵੀਰ ਜੀ ਨਿਰਮਲੇ ਸੀਗੇ, ਨਿਰਮਲੇ ਸਨ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਕੰਟਰੋਲ, ਬੜੀ ਅਨੰਦਪੁਰ ਸਾਹਿਬ ਦੀ ਪੂਰਾ ਕੰਟਰੋਲ ਨਿਰਮਲਿਆਂ ਦੇ ਹੱਥ ਚਲਾ ਗਿਆ। ਤੇ ਇੱਕ ਦੂਸਰੀ ਸੰਸਥਾ ਕਿਹੜੀ ਸੀ ਜਿਨ੍ਹਾਂ ਨੇ ਸੰਸਥਾ ਨੇ ਗੁਰਦੁਆਰਿਆਂ ਦਾ ਕੰਟਰੋਲ ਲਿੱਤਾ? ਉਦਾਸੀ ਸਨ। ਥੈਂਕ ਯੂ। somebody said that ਉਦਾਸੀ। ਹਾਂਜੀ ਉਦਾਸੀਆਂ ਨੇ ਕੰਟਰੋਲ ਲਿੱਤਾ। ਨਨਕਾਣਾ ਸਾਹਿਬ ਦਾ ਸਾਰਾ ਕੰਟਰੋਲ ਉਦਾਸੀਨ ਸੰਤਾਂ ਕੋਲ ਚਲਾ ਗਿਆ। ਕਈ ਗੁਰਦੁਆਰਿਆਂ ਦਾ ਕੰਟਰੋਲ ਜਿਹੜਾ ਵੈ ਉਹ ਨਿਰਮਲਿਆਂ ਕੋਲ ਚਲਾ ਗਿਆ। ਹੁਣ ਤੀਸਰਾ ਕੁਐਸਚਨ ਹੈ ਕਿ how come Abdali never marched up to Anandpur Sahib and killed every Udasi or every Nirmala, you know? Why is that? Because it was a very simple reason. Which ਸ਼ਸਤਰਧਾਰੀ ਨਹੀਂ ਸੀਗੇ। I mean, thank you. ਉਦਾਸੀ ਤੇ ਨਿਰਮਲਿਆਂ ਨੂੰ ਹੁਕਮ ਸੀ ਤੁਸੀਂ ਨਹੀਂ ਸ਼ਸਤਰਧਾਰੀ, ਤੁਸੀਂ ਗਿਆਨ ਦੀ ਪਰਸੂਟ ਕਰਨੀ ਹੈ ਖਾਲੀ। ਉਹ ਹੁਣ ਤੱਕ ਨਿਰਮਲੇ ਜਿਹੜੇ ਹਨ, ਵੱਡੇ ਨਿਰਮਲੇ ਸੰਤ ਜਿਹੜੇ ਸੇਵਾ ਪੰਥੀਆਂ ਵਿੱਚੋਂ ਵੀ ਵੱਡੇ ਨਿਰਮਲੇ ਸੰਤ ਔਰ ਬੜੇ ਬਹੁਤ ਵੱਡੇ, ਉਹਨਾਂ ਵਿੱਚੋਂ ਮੇਰੇ ਫੇਵਰਿਟ ਆਥਰ ਦੋ ਤਿੰਨ ਜਿਹੜੇ ਹਨ, ਗਿਆਨੀ ਗਿਆਨ ਸਿੰਘ ਹੋਰੀ ਤਾਰੀਖ ਗੁਰੂ ਖਾਲਸਾ ਵਾਲੇ, ਕਵੀ ਸੰਤੋਖ ਸਿੰਘ ਹੋਰੀ ਜਿਹਨੇ ਗੁਰਪ੍ਰਤਾਪ ਸੂਰਜ ਦੀ ਗ੍ਰੰਥ ਲਿਖੀ ਹੈ, ਔਰ ਗਿਆਨੀ ਗਿਆਨ ਸਿੰਘ ਇਹਨਾਂ ਦੇ ਵੱਡੇ ਸ਼ਾਗਿਰਦ ਔਰ ਅਤ ਗਿਆਨਵਾਨ ਔਰ ਅਤ ਪ੍ਰਮਾਤਮਾ ਦੇ ਭਗਤ ਪੂਜਨੀਕ ਪੰਡਿਤ ਤਾਰਾ ਸਿੰਘ ਨਰੋਤਮ, ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਹਮੇਸ਼ਾ ਦੇਵੇ, ਜਿਨ੍ਹਾਂ ਨੇ ਗੁਰਬਾਣੀ ਦੀ ਪਹਿਲੀ ਡਿਕਸ਼ਨਰੀ ਲਿਖੀ, ਜਿਨ੍ਹਾਂ ਨੇ ਉਹ ਇਹ ਸਾਰੇ ਨਿਰਮਲੇ ਸਨ, ਨਿਰਮਲਿਆਂ ਵਿੱਚੋਂ ਪੈਦਾ ਹੋਏ ਹਨ। ਤੇ ਇਹ ਨਿਰਮਲੇ ਵੱਡੇ ਸੰਤ ਹੁਣ ਅੱਜ ਕੱਲ ਨਿਰਮਲਿਆਂ ਨੂੰ ਬਹੁਤੀ ਸਥਾਨ ਦਿੱਤਾ ਨਹੀਂ ਜਾਂਦਾ ਵੱਡਾ, ਬਿਕਾਜ਼ ਕਹਿੰਦੇ ਕਿ ਅੰਮ੍ਰਿਤ ਛਕੋ ਜੀ, ਇਹ ਕਰੋ ਜੀ, ਅਸੀਂ ਹੁਣ ਵਿਤਕਰਿਆਂ ਚ ਪੈ ਗਏ ਹਾਂ। ਪਹਿਲੇ ਨਹੀਂ ਸਨ, ਇਹਨਾਂ ਦੇ ਬੜਾ ਵੱਡਾ ਰੋਲ ਰਿਹਾ ਹੈ ਗੁਰਮਤ ਵਿਚਾਰ ਵਿੱਚ, ਗੁਰੂ ਘਰਾਂ ਵਿੱਚ ਉਹਨਾਂ ਦਾ। ਤੇ ਇਹ ਨਿਰਮਲੇ ਸਾਧੂ ਜਿਹੜੇ ਗਿਰਵਾ ਕੱਪੜਾ ਪਹਿਨਦੇ ਹਨ, ਦਸਤਾਰ ਪੂਰੀ ਬੰਨਦੇ ਹਨ, ਦਾੜਾ ਕੇਸ ਸਾਰੇ ਹਨ, ਲੇਕਿਨ ਸ਼ਸਤਰ ਨਹੀਂ ਪਹਿਨਦੇ, ਕਿਰਪਾਨ ਨਹੀਂ ਰੱਖਦੇ। ਹਾਂਜੀ, ਕੰਗਾ ਕੱਛਾ ਹੈ, ਕੰਗਾ ਵੀ ਹੈ, ਕੜਾ ਵੀ ਹੈ, ਲੇਕਿਨ ਕਿਰਪਾਨ ਦੇ ਧਾਰੀ ਨਹੀਂ ਹਨ, ਔਰ ਉਹਨਾਂ ਨੇ ਕਿਸੇ ਲੜਾਈ ਵਿੱਚ ਜਾਂ ਕਿਸੇ ਵੱਡੇ ਯੁੱਧ ਵਿੱਚ ਹਿੱਸਾ ਨਹੀਂ ਲਿੱਤਾ। ਸੋ ਉਹ ਉਦਾਸੀਨ ਜਿਹੜੇ ਸੰਤ ਜਿਹੜੇ ਹਨ, ਜਿਹੜੇ ਉਦਾਸੀ ਪੰਥ ਵਾਲੇ, ਜਿਹੜੇ
ਮਹਾਰਾਜ ਦੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਜਿਨ੍ਹਾਂ ਨੇ ਪੰਥ ਚਲਾਇਆ ਹੈ ਵਾਲਾ ਬਾਬਾ ਸ਼੍ਰੀ ਚੰਦਰਾ ਨੇ, ਉਹਨਾਂ ਬਾਰੇ ਵੀ ਕਦੀ ਗੱਲ ਕਰਾਂਗੇ। ਉਹਨਾਂ ਬਾਰੇ ਵੀ ਪ੍ਰਮਾਤਮਾ ਦੇ ਭਗਤ ਹੋਏ ਹਨ ਜਿਹੜੇ ਜਿਨ੍ਹਾਂ ਨੇ ਵੱਡੇ ਗੁਰਦੁਆਰੇ ਚਲਾਏ ਹਨ। ਤੁਸੀਂ ਹੈਰਾਨ ਰਹਿ ਜਾਵੋਗੇ, ਬਨਾਰਸ, ਕਲਕੱਤੇ, ਕੋਲੰਬੋ, ਢਾਕਾ, ਬੜੇ ਜਗਨਨਾਥਪੁਰੀ, ਬੜੇ ਵੱਡੇ ਵੱਡੇ ਦੂਰ ਦੂਰ ਸਥਾਨ ਤੇ ਉਦਾਸੀਆਂ ਨੇ ਡੇਰੇ ਜਿਹੜੇ ਹਨ ਹੁਣ ਤੱਕ ਸਨ। ਤੇ ਹੁਣ ਜਦੋਂ ਅਕਾਲੀ ਆਏ, ਜਦੋਂ ਅਕਾਲੀ ਲਹਿਰ ਚੱਲੀ ਤੇ ਉਸ ਤੋਂ ਬਾਅਦ ਉਦਾਸੀ ਜਿਹੜੇ ਹਨ ਉਹ ਅਸੀਂ ਪੰਥ ਤੋਂ ਵੱਖ ਕਰ ਦਿੱਤਾ ਉਹਨਾਂ ਨੂੰ। ਇਹ ਅਲੱਗ ਡਿਸਕਸ਼ਨ ਹੈ, ਕਦੀ ਕਰਾਂਗੇ ਇਸ ਬਾਰੇ। ਸੋ ਇਹਨਾਂ ਨੂੰ ਅਬਦਾਲੀ ਨੇ ਤਾਂ ਛੋੜਿਆ, ਐਸ ਦੀਦੀ ਕਰੈਕਟਲੀ ਪੁਆਇੰਟਡ ਆਊਟ, ਕਿ ਸ਼ਸਤਰਧਾਰੀ ਨਹੀਂ ਸਨ, ਇਹ ਸਿਰਫ ਸੰਤ ਰੂਪ ਵਿੱਚ ਸਨ। ਤੇ ਉਹ ਲੱਗਦੇ ਵੀ ਥੋੜੇ ਦੇਖਣ ਨੂੰ ਵੀ ਸਿੱਖ ਪੂਰੀ ਤਰ੍ਹਾਂ ਲੱਗਦੇ ਸ਼ਾਇਦ ਹਿੰਦੂ ਹੀ ਹੋਵਣ ਅੱਧੇ, ਇਸ ਵਾਸਤੇ ਉਹਨਾਂ ਨੂੰ ਕਿਸੇ ਐਮਪਰਰ ਨੇ ਬਾਦਰ ਨਹੀਂ ਕੀਤਾ ਤੇ ਛੋੜ ਦਿੱਤਾ ਉਹਨਾਂ ਨੂੰ। ਸੋ ਨਨਕਾਣਾ ਸਾਹਿਬ ਦਾ ਕੰਟਰੋਲ ਵੀ ਉਦਾਸੀਆਂ ਦੇ ਥੱਲੇ ਰਿਹਾ ਹੈ ਜੀ, ਔਰ ਅਨੰਦਪੁਰ ਸਾਹਿਬ ਦਾ ਕੰਟਰੋਲ ਜਿਹੜਾ ਵੇ ਉਹ ਨਿਰਮਲਿਆਂ ਦੇ ਥੱਲੇ ਰਿਹਾ ਸ਼ੁਰੂ ਤੋਂ। ਹਾਂਜੀ ਹਾਂਜੀ, ਇਹ ਐਕਸਟਰਾ ਇਨਫੋਰਮੇਸ਼ਨ ਹੈ other than Sukhmani. Very good information. Hanji? Very good information, Virji. Thank you. Thank you. Thank you. ਹੋਰ ਟਾਈਮ ਲਗਾਉਣਾ ਚਾਹੀਦਾ ਇਸ ਉੱਤੇ, ਥੋੜਾ ਰੋਸ਼ਨੀ ਪਾਓ ਅੱਗੇ ਕਲਾਸ ਵਿੱਚ। ਹਾਂਜੀ, ਕਿਹੜੇ ਟੌਪਿਕ ਤੇ ਦੀਦੀ? ਇਹ ਨਿਰਮਿਆ ਤੇ ਹੋਰ ਜਿੰਨੀਆਂ ਵੀ ਸੰਸਥਾ ਹੈਗੀਆਂ ਨੇ, ਡਿਫਰੈਂਟ ਸੈਕਟਸ ਹੈਗੇ ਨੇ। ਠੀਕ ਹੈ, ਯਾ ਮੈਂ ਇੱਕ ਲਿਸਟ ਬਣਾਵਾਂਗਾ ਤਾਂ ਲਿਸਟ ਤੇ ਪਤਾ ਨਹੀਂ 50 ਆਈਟਮਸ ਹੋ ਜਾਣਗੀਆਂ। ਸੋ ਹੌਲੀ ਹੌਲੀ ਕਰਕੇ ਯਾ ਹੁਣ ਮੇਰੇ ਮਨ 'ਚ ਇਹੀ ਆ ਰਿਹਾ ਗੱਲ ਕਿ when the things open up though, how do I take this Zoom? I have to have lot of technical people help me ਕਿ ਮੈਂ ਹੁਣ ਇਹ ਲੈਪਟਾਪ ਆਪਣਾ ਉੱਥੇ ਗੁਰਦੁਆਰੇ ਕਿੰਝ ਲੈ ਕੇ ਜਾਵਾਂਗਾ ਤੇ ਉਹ ਕਿੰਝ ਕਨੈਕਟ ਕਰਾਂਗਾ, ਫਿਰ ਜਦੋਂ ਮੈਂ ਖੜਾ ਹੋ ਜਾਵਾਂਗਾ ਬੋਰਡ ਤੇ ਲਿਖਾਂਗਾ ਤੇ ਤੁਹਾਨੂੰ ਕਿੰਝ ਨਜ਼ਰ ਆਏਗਾ। ਹੁਣ ਮੈਨੂੰ ਇਹ ਚੀਜ਼ਾਂ ਬਾਦਰ ਕਰਦੀਆਂ ਪਈਆਂ ਅੰਦਰੋਂ, ਕਿ it's not hard, Virji, don't be bothered, we'll help you. It's not difficult, we'll help you, don't be stressed about it. young generation ਨਾਲ ਹੈ ਸਾਡੇ help ਕਰਨੇ। ਚਲੋ hopefully they'll come can do it. Virji, Zoom na chadna, because that's the only way that we can actually sort of connect with you, on the East Coast. Yeah, sure. नहीं, Zoom छोड़ना नहीं है कि Zoom ਨੂੰ adapt करना पड़ेगा in a way कि if I teach a live audience and Zoom, how do I don't lose eye contact? How do I don't lose the ਹੁਣ ਵੀ ਮੈਨੂੰ miss ਹੁੰਦਾ। I wish I could draw a diagram of each paragraph, ਮੈਂ ਉਸ ਦਿਨ ਬਣਾਈ ਸੀ ਉਹਦੇ ਵੱਡੇ ਘੱਲੂਘਾਰੇ ਤੇ, but I still don't feel very comfortable ਪੂਰੀ ਕਲਾਸ। so ਲੇਕਿਨ diagram ਬਣਾ ਕੇ ਸਮਝਾਏ ਬੰਦਾ ਤੇ ਦੇਖੋ ਕਿਸ ਤਰ੍ਹਾਂ connected ਹੈ ਸਾਰਾ ਕੁਝ। Yeah, isn't this amazing, Sukhmani di Bani, kis tarah how each subject matter is taken up and then explained in a different way in each pada, and how the level rises, and how it's just absolutely beautiful. ਸੁਰਿੰਦਰ ਜੀ, ਇੱਕ ਗੱਲ ਤੁਹਾਨੂੰ ਕਹਿਣੀ ਸੀ ਕਿ ਤੁਸੀਂ ਇਤਵਾਰ ਦੀ ਗੱਲ ਕਰ ਰਹੇ ਹੋ ਕਰੋਨਾ ਤੋਂ ਬਾਅਦ, ਤੇ ਉਦੋਂ ਕੋਈ YouTube ਬਣਾ ਸਕਦਾ ਹੈ? ਕਿਉਂਕਿ ਸਾਡਾ ਤੇ ਫਿਰ ਮਿਸ ਹੋਏਗਾ, and I certainly don't. ਕੋਈ ਨਾ ਕੋਈ ਇੰਤਜ਼ਾਮ ਕਰਾਂਗੇ ਦੀਦੀ। ਹਾਂ, I think ਉਹ ਬਣਾਉਂਦੇ ਨੂੰ I think ਉਹਦੀ ਰਿਕਾਰਡਿੰਗ ਕਰਦੇ ਹੁੰਦੇ ਨੇ, so ਨਹੀਂ ਉਹਦਾ ਕੋਈ ਨਾ ਕੋਈ ਇੰਤਜ਼ਾਮ ਕਰਾਂਗੇ। ਫਿਰ ਉਹਦਾ ਰਿਕਾਰਡਿੰਗ ਕਰਕੇ ਨਾ ਪਲੀਜ਼ ਇਹ ਛੱਡਣਾ ਨਾ ਹੁਣ। ਨਹੀਂ ਹਾਂ, I wish ਮੈਨੂੰ ਸਾਰੀਆਂ ਮੈਂ ਜਾਣੂ ਨਹੀਂ ਇਹਨਾਂ ਚੀਜ਼ਾਂ। ਜੀ ਤੁਹਾਡੀ ਰਿਕਾਰਡਿੰਗ YouTube ਤੇ ਆਲਰੇਡੀ ਆਂਦੀ ਹੈ ਸਾਡੀ ਕਲਾਸ ਦੀ। ਹਾਂਜੀ। But we will also incorporate Zoom, we'll help you with that. Sure. ਇਹਦੇ ਚ ਹੁੰਦਾ ਨਾ ਕਿ ਪਰਸਨਲ ਕੁਐਸਚਨਸ ਵੀ ਸਾਰੇ ਪੁੱਛ ਲੈਂਦੇ ਆ। ਹਾਂਜੀ, ਸੋ ਮੈਨੂੰ ਜਿਹੜੀਆਂ ਰਿਕੁਐਸਟ ਆਈਆਂ ਹਨ 2-3 ਜਿਹੜੀਆਂ ਮੈਨੂੰ ਪ੍ਰਾਈਵੇਟਲੀ ਲੋਕਾਂ ਨੇ ਮੈਸੇਜ ਕੀਤਾ ਹੈ, ਮੈਨੂੰ ਇੱਕ ਡਿਸਕਸ਼ਨ ਆਈ ਹੈ ਕਿ ਤੁਸੀਂ ਲਾਵਾਂ ਬਾਰੇ ਡਿਸਕਸ ਕਰੋ, which I might do it. ਦੂਸਰੀ ਸੁਜੈਸ਼ਨ ਆਈ ਹੈ, ਥੋੜੀ ਅਨਕੰਫਰਟੇਬਲ ਡਿਸਕਸ਼ਨ ਹੈ, but I can do it, ਕਿ ਤੁਸੀਂ ਡੈਥ ਬਾਰੇ ਬੋਲੋ, ਗੁਰਮਤ ਐਸਪੈਕਟ ਔਨ ਡੈਥ ਕੀ ਹੈ, ਤੇ why not, that's very important. ਤੇ 2-3 ਹੋਰ ਰਿਕੁਐਸਟ ਮੈਨੂੰ ਆਈ ਹੈ, and so I'll see how I can accommodate. ਔਰ every week ਦੇ 2-3 ਹਫ਼ਤਿਆਂ ਬਾਅਦ ਮੈਂ ਹਿਸਟੋਰੀਕਲ ਟੌਪਿਕ ਵੀ ਲੈਣਾ ਹੈ, ਉਹ ਮੈਂ ਪ੍ਰੋਮਿਸ ਕੀਤਾ ਹੋਇਆ ਹੈ। so this Wednesday I might bring up somebody, ਕਿਉਂਕਿ ਹੁਣ ਮੈਂ ਸੋਚਿਆ ਕਿ ਬ੍ਰਹਮ ਗਿਆਨੀ ਦੀ ਸਾਧ ਦੀਆਂ ਅਸ਼ਪਦੀਆਂ ਸ਼ੁਰੂ ਹੋਣਗੀਆਂ, ਤੇ what better way to understand a sadh
than to really talk about a Brahmgyani. You know? Wednesday na karo, Sunday karo. Yeah. So Wednesday karo, Sunday Sukhmani sahab bhi karna hai. That, you know. So आपका his personality from history ਜਿਹੜਾ ਇਸ ਲੈਵਲ ਤੇ ਪਹੁੰਚਿਆ ਹੋਵੇ ਤੇ ਉਹਨਾਂ ਦੀ ਲਾਈਫ ਵਿੱਚੋਂ ਫਿਰ ਉਹਨਾਂ ਦੀ ਲਾਈਫ ਜਦੋਂ ਸਮਝ ਆਏਗੀ ਤੇ ਫਿਰ ਇਹ ਸੁਖਮਨੀ ਦੀਆਂ ਅਸ਼ਪਦੀਆਂ ਜਿਹੜੀਆਂ ਨਾ ਇਹ ਫਿਰ ਬਾਣੀ ਤੋਂ ਹਟ ਕੇ horizontal ਹੋ ਜਾਣਗੀਆਂ, ਉੱਠ ਜਾਣਗੀਆਂ ਉੱਥੋਂ, because you will be able to relate to somebody who has attained those levels. So if nobody has any more questions though, then I will end the class, and I'll take a 2 or 3 minute break before we start the Kirtan class. One last opportunity for anybody to ask the follow-up question. History class. Viji, what's next homework? Oh. मैं सोचा ही नहीं दीदी इधर बारे में. चलो ऐश करो, कोई homework नहीं है. No, we want homework. I'm sorry. We want some homework, so we will be doing something. अच्छा ठीक है, फिर मैं सोच के मैं maybe I'll put it on the chat, you know, मैं पा गया. ये मेरे मन से ख्याल आया थे, हैं जी. जी, this is a Mother Day special. Oh, happy Mother's Day again to everybody. A Mother Day special, see. Too bad we can't go out for dinners and stuff, you know, but Zoom diyan parties karke you can virtually eat with them, you know. ਤੁਸੀਂ dinner ਕਰਵਾਤਾ ਜੀ ਅੱਜ. Thank you. But isn't this amazing though, Sukhmani, the discussion is always like, I always wonder and ponder that ki ਮਾਰੇ ਤੁਸੀਂ ਇਹ ਬਾਣੀ ਇਤਨੀ ਵੱਡੀ ਰਚ ਗਏ ਤੇ ਅਸੀਂ ਨਹੀਂ ਸਮਝ ਸਕੇ ਇਹਨੂੰ ਠੀਕ ਤਰ੍ਹਾਂ, you know. But ਬਾਜੀ ਜਿਹੜਾ ਕੰਮ ਹੁੰਦਾ ਨਾ ਜਦੋਂ ਫਿਰ ਉਹ ਹਮੇਸ਼ਾ ਚੀਜ਼ਾਂ ਛੁੱਟ ਜਾਂਦੀਆਂ ਨੇ ਉਹਦੇ ਵਿੱਚ, you know. So next time ਸੁਖਮਨੀ ਪੜੋ ਤੇ ਇੱਕ ਅਸ਼ਪਦੀ ਪੜਨ ਨੂੰ ਅੱਧਾ ਘੰਟਾ ਲਗਾਓ, you know, ਫਿਰ ਦੇਖੋ ਕਿਆ ਸਵਾਦ ਆਂਦਾ ਉਹਦਾ, you know. So ਸੁਰਿੰਦਰ ਜੀ, I wanted to ask ਕਿ ਬਈ Sunday ਨੂੰ ਜੇ ਤੁਸੀਂ history ਲਵੋ ਤੇ it's better for us if you can do. Yeah, I mean, I'll do it according to what suits the ਜਿਹੜਾ ਪ੍ਰਕਰਮ ਹੁਣ ਪਿਛਲੇ ਹਫਤੇ ਜਿਸ for example Wednesday ਨੂੰ we talked about ਗੁਰਬਾਣੀ discuss ਨਹੀਂ ਕੀਤੀ ਮੈਂ, you know, Wednesday ਨੂੰ. So Wednesday ਨੂੰ we discussed about the 14 qualities of a listener and that. So then this one, so we will alternate, ਕਦੀ Wednesday ਨੂੰ ਹੋਏਗਾ ਕਦੀ Sunday ਨੂੰ ਹੋਏਗਾ, you know. The Wednesday ਵਾਲੀ discussion ਵੀ ਉਹ ਵੀ ਕਰਦੇ ਆ, 1 ਘੰਟੇ ਦੀ discussion ਹੁੰਦੀ ਹੈ. So we'll see how it goes, you know. मैं अपने आप ਨੂੰ ਬੰਦ ਕੇ ਨਹੀਂ ਰੱਖਣਾ ਚਾਹੁੰਦਾ. I don't want to tie myself up to something, and I don't like that because ਮੇਰੇ ਕੋਈ ਵੀ talks pre-prepared ਨਹੀਂ ਹੁੰਦੀਆਂ हैं जी. That's why I don't do it on the ਕਿਹੜਾ ਪ੍ਰੋਗਰਾਮ ਹੈ ਵਿੱਚ ਜਿਹੜਾ ਕਰਦੇ ਹੁੰਦੇ ਜਿਹੜਾ ਲਿਖਿਆ ਆਂਦਾ first class ਸੋਹਣਾ PowerPoint हैं जी. ਨਾ ਮੈਨੂੰ use ਕਰਨੀ ਆਂਦੀ ਹੈ ਤੇ ਨਾ ਮੈਂ ਕਦੀ use ਕੀਤਾ because ਉਹ ਜੇ PowerPoint ਬਣ ਵੀ ਗਈ ਤੇ last moment I might change my mind ਕਿ I don't want to talk about it this way. I want to talk about the other way. So I want to have that complete freedom with me. मैं किसे दारे विच किसे फसना नहीं चाहता कि इस दिन यही डिस्कस करना है, you know, या फलाने दिन वही करनी है गल, या इस दिन वही करनी है गल. So I don't want to. मैं उन्ना नहीं करना चाहता. मैं I want a free spirit विच रखो जी. सुरेंद्र जी, ਤੁਹਾਡੀ ਲਿਸਟ ਬੜੀ ਲੰਬੀ ਹੈ ਤੇ ਇਹ ਲੰਬੀ ਹੋਈ ਜਾਣੀ ਹੈ. ਤੇ ਪਰ ਇਹ ਜਿਵੇਂ ਛੋਟੀਆਂ ਛੋਟੀਆਂ ਕਈ ਬੇਸਿਕ ਚੀਜ਼ਾਂ ਨੇ ਨਾ ਜਿਹੜੀਆਂ ਸਾਡੇ ਜ਼ਿੰਦਗੀ ਦੀਆਂ ਵੀ ਨੇ ਹਿੱਸਾ ਹੁੰਦੀਆਂ ਨੇ, ਜਿਵੇਂ ਅੱਜ ਤੁਸੀਂ ਮੋਹ ਬਾਰੇ ਦੱਸਿਆ ਹੈ ਨਾ. That's beautiful. If you can take some of those things, ਕ੍ਰੋਧ, ਹੰਕਾਰ, and ਸਾਰਿਆਂ ਤੇ, that will be so useful. Yeah. So let me just, I'm going to end in 30 seconds here. ਜਿਨ੍ਹਾਂ ਨੂੰ ਵਾਈਸਸ ਬਾਰੇ ਡਿਸਕਸ਼ਨ ਜ਼ਿਆਦਾ ਕਰਨੀ ਹੈ ਨਾ, ਸ਼ਲੋਕ ਸੰਸਕ੍ਰਿਤੀ ਵਿੱਚ ਇੱਕ ਵਾਈਸ ਦੀ ਡਿਸਕ੍ਰਿਪਸ਼ਨ ਆਈ ਹੈ ਹਾਂਜੀ, ਏਕਲ ਮੂਲ ਕ੍ਰੋਧੰ. ਅੱਛਾ, ਤੇ ਉਹ ਸ਼ਲੋਕ ਪੜ੍ਹੇ ਤੇ ਸਿਆਣੇ ਕਹਿੰਦੇ ਸਨ ਕਿ ਜੇ ਕ੍ਰੋਧ ਬਹੁਤ ਬਾਦਰ ਕਰ ਰਿਹਾ ਹੋਵੇ ਤੇ ਉਹ ਕ੍ਰੋਧ ਵਾਲਾ ਸ਼ਲੋਕ ਜਿਹੜਾ ਹੈ ਉਹ ਹਜ਼ਾਰਾਂ ਵਾਰੀ ਜਾਪ ਕਰੇ ਉਸ ਸ਼ਲੋਕ ਦਾ. ਤੁਹਾਡੇ ਤੇ ਅਸਰ ਹੋਏ ਨਾ ਹੋਏ, ਪਰ ਮੇਰੇ ਬਜ਼ੁਰਗ ਵੱਡੇ ਕਹਿੰਦੇ ਹੁੰਦੇ ਸਨ ਇਹ ਗੱਲ ਕਿ ਅਗਰ ਗ੍ਰੀਡ ਬਾਦਰ ਕਰ ਰਹੀ ਹੋਵੇ ਤੇ ਲੋਭ ਵਾਲਾ ਫਿਰ ਸ਼ਲੋਕ ਪੜ੍ਹੇ, ਫਿਰ ਉਹ ਜੇ ਅਹੰਕਾਰ ਬਾਦਰ ਕਰ ਰਿਹਾ ਹੋਵੇ ਤੇ ਅਹੰਕਾਰ ਵਾਲਾ ਸ਼ਲੋਕ ਪੜ੍ਹੇ ਬਾਰ-ਬਾਰ. ਹਾਂਜੀ, ਨਹੀਂ ਮੈਂ ਉਹਦੀ ਨਹੀਂ ਗੱਲ ਕਰ ਰਹੀ, ਮੈਂ ਗੱਲ ਕਰ ਰਹੀ ਨਹੀਂ ਤੁਸੀਂ ਪੜ੍ਹੋ ਸਮਝੋ ਉਸ ਨੂੰ, then I will also talk. Okay, ਤੇ ਉਹਦਾ ਕਿੱਥੋਂ ਸੋਰਸ ਕੀ ਯੂਜ਼ ਕੀਤਾ ਜਾਏ? ਬੜੀਆਂ ਟ੍ਰਾਂਸਲੇਸ਼ਨ ਅਵੇਲੇਬਲ ਹਨ, ਸਿੰਪਲ ਤੋਂ ਸਿੰਪਲ ਹੈ ਤੇ ਕੰਪਲੈਕਸ ਤੋਂ ਕੰਪਲੈਕਸ ਵੀ ਹਨ. ਸਭ ਤੋਂ ਕੰਪਲੈਕਸ ਪੜ੍ਹਨੀ ਹੈ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਹੈ,
ਸੰਥਿਆ ਅਨੇਕ ਬਾਣੀਆਂ ਵਿੱਚੋਂ ਪੜ੍ਹ ਸਕਦੇ ਹੋ। ਜੇ ਸਿੰਪਲਿਸਟਿਕ ਲੈਣਾ ਹੈ ਤੇ ਪ੍ਰੋਫੈਸਰ ਸਾਹਿਬ ਸਿੰਘ ਹਰਾਂ ਦੇ ਹੈ ਦਰਪਣ ਵਿੱਚੋਂ ਲੈ ਸਕਦੇ ਹੋ। ਬੜੇ ਡਿਫਰੈਂਟ ਲੈਵਲ ਦੀਆਂ ਟ੍ਰਾਂਸਲੇਸ਼ਨਸ ਆਰ ਅਵੇਲੇਬਲ ਹੈ ਜੀ। ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਸ ਕੰਪਲੈਕਸਿਟੀ ਦੀ ਜਾਂ ਕਿਸ ਡੈਪਥ ਵਾਲੀ ਟ੍ਰਾਂਸਲੇਸ਼ਨ ਪੜ੍ਹਨਾ ਚਾਹੁੰਦੇ ਹੋ ਜੀ। ਠੀਕ ਹੈ ਜੀ। ਓਕੇ ਜੀ, ਆਈ ਐਮ ਗੋਇੰਗ ਟੂ ਐਂਡ ਹੇਅਰ ਨਾਓ। ਓਕੇ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹੈਪੀ ਮਦਰਸ ਡੇ। Thank you.